एक बाबा आकार रूप, दूजा बाबे मरदाना। ये सांझ तो साडी शुरू तो चली आ रही है। धन धन श्री गुरु नानक साहब नूं गुरती एक मुसलमान दाई दौलत ने दित्ती सी। संसार च आउण तो बाद गुरु साहब के शरीर च जे कोई पहली चीज़ गई है उन्होंने माता के दुੱਧ ਤੋਂ भी पहला तो एक मुसलमान दाई दौलतां वालों दित्ती गुरती सी। ये साडी शरीरक सांझ है, वो साडी रूहानी सांझ थी, ये शरीरक सांझ है। तू ऐ कर मैनू अपना पुत्र दे दे, बीबी तू ऐ कर मैनू अपना पुत्र दे दे। इस तो स्पष्ट होंदा है कि धन धन श्री गुरु नानक साहब ने बाल अवस्था अंदर ही भाई मरदाने की माता तो भाई मरदाने नूं अपने लिए मंग के सिख मुस्लिम सांझी नहीं रख देती सी। अपनी जिते अड़िया रहा धन्नवाद मेरे को ये कहता होया वाकआउट कर गया कि जिथे मजलूमां ते मासूमां ते जुल्म हुंदा है उत्थे रब दा कहर नाज़िल हुंदा है, हुण इत्थे रब दा कहर नाज़िल होऊगा। कई साल हो गए आਉਂਦਿਆਂ ਨੂੰ और हर साल असी लंगर लाउने मिठे चावलों का। इन्हां मिठे चावलों के राही असी मिठास वंडण की कोशिश करते हैं संगत च। ते नवाब शेर मोहम्मद खान ने तो कहा थी उस वेले जब उन्होंने कहा भी तू अपने भाई का बदला ले लै, बदला ही लेना होगा तो हम लेंगे बाप से, महफूज रखे खुदा हमको ऐसे पाप से। सत श्री अकाल जी, तुसीं देख रहे हो द अनम्यूट। मैं जगजीत सिंह पंजोली इस वक्त फतेहगढ़ साहब की धरती ते मौजूद हाँ ते साहिबजादियां दी शहादत नूं समर्पित जिथे संगतां जिहड़ियां ने दूर दराडे तो पहुँच रही ने, उत्थे ही मलेरकोटला तो एक संस्था जिहड़ी है मुसलमान भाईचारे की संस्था सिख मुस्लिम सांझा चेचे तौर पर पहुँची है। सिखां ते मुसलमानां दी सांझ जिहड़ी है वो बड़ी डूंगी गूढ़ी सांझ भी रही है। हालांकि ये प्रचारिया जाता है कि सिख ते मुसलमान हमेशा लड़ते रहे है, पर सिखां ते मुसलमानां ਦੀਆਂ ਸਾਂਝਾਂ इतिहास ਦੇ ਵਿੱਚ बहुत ਗੂੜੀਆਂ ਤੇ ਡੂੰਘੀਆਂ ਨੇ, ਜਿਨ੍ਹਾਂ ਤੋਂ ਬਹੁਤ ਵੱਡੀਆਂ ਵੱਡੀਆਂ ਸੇਧਾਂ ਤੇ ਮੁਸਲਮਾਨ ਭਾਈਚਾਰੇ ਦਾ ਬਹੁਤ ਵੱਡਾ ਯੋਗਦਾਨ ਵੀ ਰਿਹਾ ਹੈ ਸਿੱਖਾਂ ਦੇ ਇਸ ਇਤਿਹਾਸ ਦੇ ਵਿੱਚ। ਸੋ ਅੱਜ ਅਸੀਂ ਇੱਕ ਲੰਗਰ ਦੇ ਵਿੱਚ ਪਹੁੰਚੇ ਹਾਂ ਜਿਹਦਾ ਨਾਂ ਹੈਗਾ ਹਾਂ ਦਾ ਨਾਰਾ ਲੰਗਰ। ਉਹ ਲੰਗਰ ਲਾਉਣ ਦਾ ਮਕਸਦ ਕੀ ਸੀ ਤੇ ਨਵਾਬ ਮਲੇਰਕੋਟਲੇ ਦਾ ਨਾਂ ਤਾਂ ਤੁਸੀਂ ਸੁਣਿਆ ਹੀ ਹੈ ਤੇ ਉਹਨਾਂ ਨੇ ਲੰਗਰ ਵੀ ਉਹਦੇ ਨਾਂ ਤੇ ਲਾਇਆ। ਗੱਲਬਾਤ ਕਰਾਂਗੇ। ਸਾਡੇ ਨਾਲ ਡਾਕਟਰ ਨਸ਼ੀਰ ਅਖਤਰ ਮੌਜੂਦ ਨੇ ਜਿਨ੍ਹਾਂ ਨੇ ਮੁਸਲਿਮ ਸਾਂਝਾ ਸੰਸਥਾ ਦੇ ਜਿਹੜੇ ਆਗੂ ਹੈਗੇ ਆ। ਗੱਲਬਾਤ ਕਰਦੇ ਆ। ਸਭ ਤੋਂ ਪਹਿਲਾਂ ਤਾਂ ਤੁਹਾਡਾ ਦਾ ਅਨਮਿਊਟ ਤੇ ਸਵਾਗਤ ਹੈ। बहुत बहुत धन्यवाद जी, मैं ਤੁਹਾਡਾ ਤੇ ਤੁਹਾਡੇ ਚੈਨਲ ਦਾ ਤੁਹਾਡੀ ਟੀਮ ਦਾ ਧੰਨਵਾਦੀ ਹਾਂ ਕਿ ਤੁਸੀਂ ਆਪਣੇ ਚੈਨਲ ਦੇ ਰਾਹੀਂ ਮੈਨੂੰ ਦਰਸ਼ਕਾਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਬਹੁਤ ਬਹੁਤ ਸ਼ੁਕਰੀਆ। ਤੁਹਾਡੇ ਦਿਮਾਗ 'ਚ ਫੁਰਨਾ ਕਿਵੇਂ ਫਿਰਿਆ ਕਿ ਸਾਨੂੰ ਇਸ ਤਰ੍ਹਾਂ ਦੇ ਉਪਰਾਲੇ ਜਿਹੜੇ ਨੇ ਕਰਨੇ ਚਾਹੀਦੇ ਆ ਵੀ ਜਿਹੜੀ ਸਾਡੀ ਸਾਂਝ ਹੈ ਬੜੀ ਗੂੜੀ ਸਾਂਝ ਹੈ ਇਹਨੂੰ ਦਰਸਾਉਣ ਲਈ ਤੁਸੀਂ ਕੀ ਉਪਰਾਲੇ ਕੀਤੇ ਤੇ ਜਿਹੜਾ ਦਿਮਾਗ ਦੇ ਵਿੱਚ ਸ਼ੁਰੂ ਦੇ ਵਿੱਚ ਫੁਰਨਾ ਆਇਆ ਉਹ ਕਿਵੇਂ ਤੇ ਕਦੋਂ ਆਇਆ? ਸਾਰੀਆਂ ਤਾਰੀਫਾਂ ਸਾਰੀਆਂ ਵਡਿਆਈਆਂ ਉਸ ਰੱਬ ਲਈ ਨੇ ਜਿਹੜਾ ਸਾਰੇ ਜੱਗ ਦਾ ਸਾਜਨਹਾਰ ਤੇ ਪਾਲਣਹਾਰ ਹੈ। ਉਸ ਇੱਕ ਰੱਬ ਨੂੰ ਹੀ ਵੱਖ-ਵੱਖ ਭਾਸ਼ਾਵਾਂ ਵਿੱਚ ਅੱਲਾ, ਅਕਾਲ ਪੁਰਖ, ਪ੍ਰਭੂ, ਪਰਮਾਤਮਾ, ਲਾਰਡ ਗੋਡ ਆਦਿ ਨਾਮਾਂ ਦੁਆਰਾ ਯਾਦ ਕੀਤਾ ਜਾਂਦਾ ਹੈ। ਵਾਰਾਂ ਭਾਈ ਗੁਰਦਾਸ ਵਾਰ ਪਹਿਲੀ ਪੌੜੀ 35 ਚ ਭਾਈ ਗੁਰਦਾਸ ਦਾ ਇੱਕ ਸਲੋਕ ਹੈ। ਬਾਬਾ ਗਿਆ ਬਗਦਾਦ ਨੂੰ ਬਾਹਰ ਜਾਏ ਕੀ ਆਸਤਾਨਾ, ਇੱਕ ਬਾਬਾ ਆਕਾਰ ਰੂਪ, ਦੂਜਾ ਬਾਬੇ ਮਰਦਾਨਾ। ਇਹ ਸਾਂਝ ਤਾਂ ਸਾਡੀ ਸ਼ੁਰੂ ਤੋਂ ਚਲੀ ਆ ਰਹੀ ਹੈ ਤੇ ਜਿਸ ਦੀ ਗਵਾਹੀ ਭਾਈ ਗੁਰਦਾਸ ਨੇ ਦਿੱਤੀ ਹੈ। ਤੇ ਜੇ ਅਸੀਂ ਪਿਛੋਕੜ ਚਲੇ ਜਾਈਏ, ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਹਲੇ ਜਦੋਂ ਸਿੱਖੀ ਦੇ ਬਾਨੀ, ਸਿੱਖੀ ਦੇ ਮੋਢੀ ਪਹਿਲੀ ਪਾਤਸ਼ਾਹੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਇਸ ਸੰਸਾਰ ਵਿੱਚ ਉਹਨਾਂ ਦਾ ਆਗਮਨ ਵੀ ਨਹੀਂ ਹੋਇਆ ਸੀ ਤੇ ਸਿੱਖੀ ਦੀ ਹੋਂਦ ਵੀ ਨਹੀਂ ਹੋਈ ਸੀ, ਤਾਂ ਇੱਕ ਮੁਸਲਮਾਨ ਫਕੀਰ ਗੁਰੂ ਸਾਹਿਬ ਦੇ ਪਿਤਾ ਜੀ ਨੂੰ ਗੁਰੂ ਸਾਹਿਬ ਦੇ ਆਗਮਨ ਦੀ ਬਸ਼ਾਰਤ ਦਿੰਦਾ। ਪਹਿਲੇ ਰਸਾਲਾ ਸੰਤ ਸਿਪਾਹੀ ਅੰਮ੍ਰਿਤਸਰ ਨਵੰਬਰ 1956 ਦਰਜ ਹੈ। ਇਹ ਤੋਂ ਲੱਗਦਾ ਕਿ ਸਾਡੀਆਂ ਸਾਂਝਾਂ ਤਾਂ ਕੁਦਰਤ ਵੱਲੋਂ ਹੀ ਕਾਇਮ ਕਰ ਦਿੱਤੀਆਂ ਗਈਆਂ ਸੀ। ਇਸੇ ਕਰਕੇ ਇੱਕ ਮੁਸਲਮਾਨ ਫਕੀਰ ਬਸ਼ਾਰਤ ਦੇ ਰਿਹਾ ਗੁਰੂ ਸਾਹਿਬ ਨੂੰ। ਫਿਰ ਜਦੋਂ ਜਿਸ ਰਾਤ ਗੁਰੂ ਸਾਹਿਬ ਦਾ ਆਗਮਨ ਹੁੰਦਾ ਤਾਂ ਰਾਏ ਬਲਾਰ ਮੁਹੰਮਦ ਪੱਟੀ ਜਿਹੜਾ ਰਾਏ ਭੋਜ ਦੇ ਮੰਡੀ ਦਾ ਉਸ ਵਕਤ ਰਾਜਾ ਸੀ, ਉਹ ਇੱਕ ਸੁਪਨਾ ਵੇਖ ਰਿਹਾ ਹੈ ਜਿਸ ਨੂੰ ਪ੍ਰੋਫੈਸਰ ਮੋਹਨ ਸਿੰਘ ਸਿੱਖ ਵਿਦਵਾਨ ਤੇ ਕਵੀ ਨਾਨਕ ਪ੍ਰਕਾਸ਼ ਪੱਤਰਕਾ ਮਾਰਚ 1969 ਵਿੱਚ ਦੱਸਦੇ ਨੇ ਕਿ ਜਦੋਂ
ਗੁਰੂ ਸਾਹਿਬ ਦਾ ਆਗਮਨ ਹੋ ਰਿਹਾ, ਠੀਕ ਉਸ ਤੋਂ ਪਹਿਲਾਂ ਰਹਿਬਰ ਮੁਹੰਮਦ ਭੱਟੀ ਇਹ ਸੁਪਨਾ ਵੇਖ ਰਿਹਾ ਕਿ ਤਲਵੰਡੀ ਵਿਖੇ ਇੱਕ ਨੂਰ ਦਾ ਦਰਿਆ ਵਗੇਗਾ ਜੋ ਲੋਕਾਂ ਦੇ ਵਿਰਾਨ ਪਏ ਮਨਾਂ ਨੂੰ ਵਿਰਾਨ ਪਏ ਦਿਲਾਂ ਨੂੰ ਰੱਬੀ ਨੂਰ ਨਾਲ ਰੋਸ਼ਨ ਕਰੇਗਾ। ਉਸੇ ਟਾਈਮ ਉਸੇ ਹੀ ਪਲ ਜਨਮਿਆ ਕਾਲੂ ਦੇ ਘਰ ਬਾਲ, ਮਾਤਾ ਤਿਰਪਤਾ ਹੋ ਗਈ ਤੱਕਣਸਾਰ ਨਿਹਾਲ, ਲਾਇਆ ਦਾਈ ਦੌਲਤਾਂ ਚੁੱਕ ਲੇਜੇ ਨਾਲ, ਕੋਸੇ ਪਾਣੀ ਨਾਲ ਫਿਰ ਦਿੱਤਾ ਤੁਰਤ ਨਿਹਾਲ, ਪੱਟ ਦੇ ਵਿੱਚ ਲਪੇਟਿਆ ਕੀਤੀ ਤੁਰਤ ਸੰਭਾਲ, ਫਿਰ ਬਿਸਮਿਲ੍ਲਾ ਆਖੇ ਦਿੱਤਾ ਸ਼ਹਿਦ ਚਟਾਲ। ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਨੂੰ ਗੁੜਤੀ ਹੋਈ ਇੱਕ ਮੁਸਲਮਾਨ ਦਾਈ ਦੌਲਤਾਂ ਨੇ ਦਿੱਤੀ ਸੀ। ਸੰਸਾਰ 'ਚ ਆਉਣ ਤੋਂ ਬਾਅਦ ਗੁਰੂ ਸਾਹਿਬ ਦੇ ਸਰੀਰ 'ਚ ਜੇ ਕੋਈ ਪਹਿਲੀ ਚੀਜ਼ ਗਈ ਹੈ ਉਹਨਾਂ ਦੇ ਮਾਤਾ ਦੇ ਦੁੱਧ ਤੋਂ ਵੀ ਪਹਿਲਾਂ, ਤਾਂ ਉਹ ਇੱਕ ਮੁਸਲਮਾਨ ਦਾਈ ਦੌਲਤਾਂ ਵੱਲੋਂ ਦਿੱਤੀ ਗੁੜਤੀ ਸੀ। ਇਹ ਸਾਡੀ ਸਰੀਰਕ ਸਾਂਝ ਹੈ, ਉਹ ਸਾਡੀ ਰੂਹਾਨੀ ਸਾਂਝ ਸੀ, ਇਹ ਸਰੀਰਕ ਸਾਂਝ ਹੈ। ਤੇ ਜਦੋਂ ਇਤਿਹਾਸ ਦੱਸਦਾ ਵੀ ਜਦੋਂ ਦੌਲਤਾਂ ਦਾਈ ਗੁਰੂ ਸਾਹਿਬ ਨੂੰ ਨਹਾਉਣ ਤੋਂ ਆਉਣ ਜਾਂ ਉਹਨਾਂ ਦੀ ਮਾਲਿਸ਼ ਵਗੈਰਾ ਕਰਨ ਲਈ ਬੇਬੇ ਮਾਤਾ ਤ੍ਰਿਪਤਾ ਕੋਲ ਜਾਂਦੀ ਸੀ ਤਾਂ ਭਾਈ ਮਰਦਾਨੇ ਨੂੰ ਨਾਲ ਲੈ ਜਾਂਦੀ ਸੀ, ਕਿਉਂਕਿ ਭਾਈ ਮਰਦਾਨੇ ਦੀ ਮਾਸੀ ਲੱਗਦੀ ਸੀ ਰਿਸ਼ਤੇ 'ਚ, ਕਿਉਂਕਿ ਦੌਲਤਾਂ ਦਾਈ ਮਨਾਖੀ ਸੀ। ਇਸ ਲਈ ਜਦੋਂ ਵੀ ਉਹ ਨਾਲ ਲੈ ਕੇ ਜਾਂਦੀ ਸੀ ਤਾਂ ਉਦੋਂ ਬਾਅਦ ਜਦੋਂ ਗੁਰੂ ਸਾਹਿਬ ਹੱਥਾਂ 'ਚ ਆਉਣ ਜੋਗੇ ਹੋ ਗਏ, ਗੋਦੀ ਚੁੱਕਣ ਜੋਗੇ ਹੋ ਗਏ, ਤਾਂ ਇਤਿਹਾਸ ਦੱਸਦਾ ਹੈ ਗੁਰੂ ਸਾਹਿਬਾਨ ਦੇ ਮੁਸਲਮਾਨ ਮੁਰੀਦ ਪੰਨਾ ਨੰਬਰ 34 ਤੇ 38 ਤੇ ਹੈ, ਗੱਜਣ ਸਿੰਘ ਦੀ ਕਿਤਾਬ ਹੈ, ਗੱਜਣ ਵਾਲਾ ਸੁਖਵਿੰਦਰ ਸਿੰਘ ਜੀ ਉਹਨਾਂ ਦੀ ਕਿਤਾਬ ਹੈ। ਉਹ ਲਿਖਦੇ ਨੇ ਕਿ ਭਾਈ ਮਰਦਾਨਾ ਜਿਹੜਾ 10 ਸਾਲ ਬੜਾ ਸੀ ਗੁਰੂ ਸਾਹਿਬ ਤੋਂ, ਬੇਬੇ ਨਾਨਕੀ ਤੋਂ ਗੁਰੂ ਸਾਹਿਬ ਨੂੰ ਫੜ ਲੈਂਦਾ ਤੇ ਗੋਦੀ ਚੁੱਕ ਕੇ ਗਲੀਆਂ 'ਚ ਤੁਰਦਾ ਫਿਰਦਾ ਕਰਾਉਂਦਾ ਰਹਿੰਦਾ ਹੈ ਨਾ। ਇੱਕ ਵਾਰ ਜਦੋਂ ਭਾਈ ਮਰਦਾਨੇ ਦੀ ਮਾਤਾ ਜਿਸ ਦਾ ਨਾਮ ਲੱਖੋ ਬੀਬੀ ਸੀ, ਪੈਸੇ ਕਰਨੀ ਉਹ ਤੰਗ ਸੀ, ਉਹ ਭਾਈ ਮਰਦਾਨੇ ਨੂੰ ਆਖ ਰਹੀ ਸੀ ਕਿਸੇ ਕੋਠਾ ਕਿਸੇ ਪੱਲਾ ਮੈਨੂੰ ਆਸ ਤੇਰੀ ਅੱਲਾ, ਕਿਉਂਕਿ ਇਹ ਡੂਮ ਬਰਾਦਰੀ ਦਾ ਤਾਲੁਕ ਰੱਖਦੇ ਤੇ ਇਹ ਗੱਲ ਨੂੰ ਗਾ ਕੇ ਕਹਿੰਦੇ ਨੇ। ਤਾਂ ਨੇੜੇ ਹੀ ਗੁਰੂ ਸਾਹਿਬ ਬਾਲ ਅਵਸਥਾ ਅੰਦਰ ਆਪਣੇ ਸੰਗੀ ਜਵਾਕਾਂ ਨਾਲ ਖੇਡ ਰਿਹਾ ਸੀ। ਜਦੋਂ ਗੁਰੂ ਸਾਹਿਬ ਨੇ ਭਾਈ ਮਰਦਾਨੇ ਦੀ ਮਾਤਾ ਦੇ ਮੂੰਹ ਤੋਂ ਇਹ ਬੋਲ ਸੁਣੇ ਨਾ, ਮੁਖ ਤੋਂ, ਤਾਂ ਉਸ ਨੂੰ ਆਖਿਆ ਵਾਹ, ਅਸੀਂ ਵੀ ਅੱਲਾ ਦਾ ਆਸਰਾ ਹੀ ਤੱਕਦੇ ਹਾਂ ਤੇ ਤੁਹਾਡਾ ਆਸਰਾ ਵੀ ਅੱਲਾ ਹੀ ਹੈ, ਸਾਨੂੰ ਤਾਂ ਅੱਲਾ ਵਾਲਿਆਂ ਦੀ ਬਹੁਤ ਲੋੜ ਹੈ। ਬੀਬੀ ਤੂੰ ਐਂ ਕਰ ਮੈਨੂੰ ਆਪਣਾ ਪੁੱਤਰ ਦੇ ਦੇ, ਬੀਬੀ ਤੂੰ ਐਂ ਕਰ ਮੈਨੂੰ ਆਪਣਾ ਪੁੱਤਰ ਦੇ ਦੇ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਨੇ ਬਾਲ ਅਵਸਥਾ ਅੰਦਰ ਹੀ ਭਾਈ ਮਰਦਾਨੇ ਦੀ ਮਾਤਾ ਤੋਂ ਭਾਈ ਮਰਦਾਨੇ ਨੂੰ ਆਪਣੇ ਲਈ ਮੰਗ ਕੇ ਸਿੱਖ ਮੁਸਲਮਾਨ ਸਾਂਝ ਦੀ ਨਹੀਂ ਰੱਖ ਦਿੱਤੀ ਸੀ, ਹੈ ਨਾ। ਫਿਰ ਉਹ ਇਤਿਹਾਸ ਜਾਣਦਾ ਹੈ ਵੀ ਜਦੋਂ ਚੌਥੀ ਉਦਾਸੀ 'ਚ ਗੁਰੂ ਸਾਹਿਬ ਤੇ ਭਾਈ ਮਰਦਾਨਾ ਅਫਗਾਨਿਸਤਾਨ ਵਿੱਚੋਂ ਲੰਘ ਰਹੇ ਤੇ ਉਹ ਖੁਰਮ ਦਰਿਆ ਦਾ ਕੰਢੇ ਤੇ ਭਾਈ ਮਰਦਾਨਾ ਦਾ ਆਖਰੀ ਸਮਾਂ ਆ ਜਾਂਦਾ ਤੇ ਭਾਈ ਮਰਦਾਨੇ ਦਾ ਜਿਹੜਾ ਅਕਾਲ ਚਲਾਣਾ ਹੁੰਦਾ ਉਹ ਗੁਰੂ ਸਾਹਿਬ ਦੀ ਗੋਦ 'ਚ ਹੁੰਦਾ। ਬੋਲ ਮਰਦਾਨਾ ਕਿਤਾਬ ਹੈ 299 300 ਨੰਬਰ ਤੇ ਜਸਵੀਰ ਮੰਡੀ ਜੀ ਲਿਖਦੇ ਨੇ ਕਿ ਗੁਰੂ ਸਾਹਿਬ ਦੀ ਗੋਦ 'ਚ ਭਾਈ ਮਰਦਾਨੇ ਦਾ ਸਿਰ ਹੈ ਤੇ ਗੁਰੂ ਸਾਹਿਬ ਦੀ ਦੇਖਦੇ ਨੇ ਉਹਨਾਂ ਦੇ ਅੱਖਾਂ 'ਚ ਹੰਝੂ ਆਉਂਦੇ ਨੇ ਤੇ ਭਾਈ ਮਰਦਾਨਾ ਕੀ ਦੱਸਦਾ ਕਿ ਜ਼ਿੰਦਗੀ 'ਚ ਪਹਿਲੀ ਵਾਰ ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਦੇ ਅੱਖਾਂ 'ਚ ਹੰਝੂ ਨੇ ਤੇ ਉਹਨਾਂ 'ਚੋਂ ਇੱਕ ਹੰਝੂ ਨਿਕਲ ਕੇ ਭਾਈ ਮਰਦਾਨੇ ਦੇ ਮੱਥੇ ਤੇ ਆ ਟਿਕਦਾ ਤੇ ਭਾਈ ਮਰਦਾਨੇ ਦਾ ਅਕਾਲ ਚਲਾਣਾ ਹੁੰਦਾ। ਹੁਣ ਅਸੀਂ ਕਲਪਨਾ ਕਰੀਏ ਪਿਆਰ ਦੀ ਇਸ ਲਾਸਾਨੀ ਮਿਸਾਲ ਦੀ, ਜਿਸ ਭਾਈ ਮਰਦਾਨੇ ਦੀ ਗੋਦ 'ਚ ਗੁਰੂ ਸਾਹਿਬ ਬਚਪਨ 'ਚ ਖੇਡਦੇ ਰਹੇ, ਅੱਜ ਉਹੀ ਭਾਈ ਮਰਦਾਨੇ ਦਾ ਸਿਰ ਗੁਰੂ ਸਾਹਿਬ ਦੀ ਗੋਦ 'ਚ ਹੈ ਤੇ ਗੁਰੂ ਸਾਹਿਬ ਗੋਦ 'ਚ ਹੀ ਭਾਈ ਮਰਦਾਨੇ ਦਾ ਅਕਾਲ ਚਲਾਣਾ ਹੁੰਦਾ। ਇਹ ਉਹ ਮਾਣ ਪ੍ਰਾਪਤ ਸੀ ਇੱਕ ਮੁਸਲਮਾਨ ਭਾਈ ਮਰਦਾਨੇ ਨੂੰ, ਜੋ ਮਗਰੋਂ ਜਾ ਕੇ ਸਿੱਖ ਨੂੰ ਵੀ ਪ੍ਰਾਪਤ ਨਹੀਂ ਹੋ ਸਕਿਆ। ਤੇ ਗੁਰੂ ਸਾਹਿਬ ਨੇ ਆਪਣੇ ਹੱਥੀਂ ਭਾਈ ਮਰਦਾਨੇ ਦਾ ਕਫਨ ਦਫਨ ਅੰਤਿਮ ਸੰਸਕਾਰ ਕੀਤਾ ਸੀ। ਤੇ ਇਹ ਸਾਡੀਆਂ ਸਾਂਝਾਂ ਤਾਂ ਉਸ ਟਾਈਮ ਤੋਂ ਚਲੀਆਂ ਆ ਰਹੀਆਂ ਨੇ। ਫਿਰ ਪੰਜਵੇਂ ਗੁਰੂ ਨਾਨਕ ਸਾਹਿਬ ਯਾਨੀ ਕਿ ਆਪਾਂ ਗੱਲ ਕਰ ਲਈਏ ਗੁਰੂ ਅਰਜਨ ਦੇਵ ਜੀ ਦੇ, ਸ਼੍ਰੀ ਗੁਰੂ ਨਾਨਕ ਸਾਹਿਬ 'ਚ ਜਿੱਥੇ 6 ਉਹਨਾਂ ਦਾ 5 ਗੁਰੂ ਸਾਹਿਬਾਨ ਦੀ ਬਾਣੀ ਦਰਜ ਕੀਤੀ ਸੀ ਤੇ 7 ਮੁਸਲਮਾਨਾਂ ਦੀ ਬਾਣੀ ਦਰਜ ਕੀਤੀ ਸੀ। 9ਵੇਂ ਗੁਰੂ ਸਾਹਿਬ ਦੀ ਬਾਣੀ ਦਾ 10ਵੇਂ ਗੁਰੂ ਸਾਹਿਬ ਨੇ ਦਰਜ ਕੀਤੀ ਹੈ। ਤੇ ਜਦੋਂ ਇੱਕ ਸਿੱਖ ਨਤਮਸਤਕ ਹੁੰਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਤਾਂ 7 ਮੁਸਲਮਾਨਾਂ ਦੀ ਬਾਣੀ ਨੂੰ ਤਾਂ ਨਤਮਸਤਕ ਕਰਦਾ ਨਾ। ਫਿਰ ਸ਼੍ਰੀ ਹਰਿਮੰਦਰ ਸਾਹਿਬ ਦੀ ਨੀਂਹ ਪੱਥਰ ਸੂਫੀ ਮੀਆਂ ਮੀਰ ਤੋਂ ਰਖਾਇਆ ਗਿਆ ਹੈ ਨਾ। ਇਹ ਉਸ ਅੱਛਾ ਉਸ ਪਿੱਛੇ ਜਾਈਏ ਰਾਇਬਰਾਰ ਮੁਹੰਮਦ ਭੱਟੀ 1500 ਮੁਰੱਬੇ ਮੀਲ ਜ਼ਮੀਨ ਦਾ ਮਾਲਕ ਸੀ, ਜਿਹਦੇ ਵਿੱਚ ਉਹਨੇ 750 ਮੁਰੱਬੇ ਜ਼ਮੀਨ ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਦੇ ਯਾਨੀ ਕਿ 93,750 ਵਿਗੇ ਜ਼ਮੀਨ ਉਹ ਅੱਜ ਤੱਕ ਗੁਰੂ ਸਾਹਿਬ ਦੇ ਨਾਮ ਚਲੀ ਆ ਰਹੀ ਹੈ ਨਾ। ਯਾਨੀ ਕਿ ਸਾਂਝਾਂ ਕੋਈ ਨਵੀਆਂ ਨਹੀਂ ਹੈਗੀਆਂ, ਅਸੀਂ ਤਾਂ ਉਹਨਾਂ ਸਾਂਝਾਂ ਨੂੰ ਉਜਾਗਰ ਕਰਨ ਦਾ ਯਤਨ ਹੈ। ਫਿਰ 10ਵਾਂ ਆਪਾਂ ਫਤਿਹਗੜ੍ਹ ਸਾਹਿਬ ਦੀ ਧਰਤੀ ਦੀ ਗੱਲ ਕਰਨੀ ਹੈ ਵੀ ਇੱਥੇ ਦੀ ਸਾਂਝ ਜਿਹੜੀ ਹੈ, ਹਾਂ ਦਾ ਨਾਰੇ ਦੀ ਗੱਲ ਕਰ ਲਈਏ, ਦੀਵਾਨ ਟੋਡਰਮਲ ਦੀ ਗੱਲ ਕਰ ਲਈਏ, ਉਹ ਸਾਰੀਆਂ ਬਹੁਤ ਤਕੜੀਆਂ ਸਾਂਝਾਂ ਹੈਗੀਆਂ ਨੇ। ਤਾਂ ਇੱਥੇ ਦੇ ਬਾਰੇ ਮੈਂ ਜਾਣਨਾ ਚਾਹੁੰਦਾ ਕਿ ਤੁਸੀਂ ਇੱਥੇ ਕਦੋਂ ਤੋਂ ਲੰਗਰ ਲਾਉਣਾ ਸ਼ੁਰੂ ਕੀਤਾ ਤੇ ਤੁਹਾਡੇ ਬਜ਼ੁਰਗਾਂ ਨੇ ਤੁਹਾਨੂੰ ਕੀ ਕੀ ਸਿੱਖਿਆ ਦਿੱਤੀ ਇਹਦੇ ਬਾਬਤ? ਦੇਖੋ ਪਹਿਲਾਂ ਤਾਂ ਸਾਡੇ ਲੰਗਰ ਦਾ ਨਾਮ ਹੀ ਦੇ ਲਿਆ ਹਾ ਦਾ ਨਾਰਾ। ਇਹ ਮਲੇਰਕੋਟਲਾ ਇਹਨੂੰ ਹਾ ਦੇ ਨਾਰੇ ਧਰਤੀ ਕਿਹਾ ਜਾਂਦਾ ਹੈ। ਉੱਥੋਂ ਅਸੀਂ ਸ਼ਹੀਦਾਂ ਦੀ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਲੰਗਰ ਲਗਾਉਣੇ ਆ, ਉਸੇ ਸਾਂਝ ਤੇ ਪਹਿਰਾ ਦਿੰਦੇ ਹੋਏ ਜਿਹੜੀ ਨਵਾਬ ਸ਼ੇਰ ਮੁਹੰਮਦ ਖਾਨ ਮਲੇਰਕੋਟਲਾ ਨੇ ਜਦੋਂ ਸੂਬੇ ਨੇ ਕਚਹਿਰੀ 'ਚ ਛੋਟੇ ਸਾਹਿਬਜ਼ਾਦਿਆਂ ਨੂੰ ਪੇਸ਼ ਕੀਤਾ ਕਾਜ਼ੀ ਦੇ, ਕਾਜ਼ੀ ਮਤਲਬ ਜੱਜ, ਤਾਂ ਕਿਤਾਬ ਹੈ ਸਿੱਖਾਂ ਲਈ ਹਿੰਦੂ ਚੰਗੇ ਜਾਂ ਮੁਸਲਮਾਨ ਪੰਨਾ ਨੰਬਰ 37 ਤੇ ਭਾਈ ਨਰਿੰਦਰ ਸਿੰਘ ਭਲੇਰ ਲਿਖਦੇ ਨੇ, ਜਿਹੜੀ 1966-26 ਦੀ ਕਿਤਾਬ, ਕਿ ਜਦੋਂ ਸੂਬੇ ਸੰਦ ਨੇ ਕਾਜ਼ੀ ਨੂੰ ਕਿਹਾ ਵੀ ਇਹ ਇਸਲਾਮੀ ਸ਼ਰ੍ਹਾ ਅਨੁਸਾਰ ਇਹਨਾਂ ਨੂੰ ਕਿਹੜੀ ਸਜ਼ਾ ਦਿੱਤੀ ਜਾ ਸਕਦੀ ਹੈ,
ਤਾਂ ਇਤਿਹਾਸ ਦੱਸਦਾ ਹੈ ਕਿ ਕਾਜ਼ੀ ਨੇ ਕਿਹਾ ਹਜ਼ੂਰ ਇੰਨੇ ਮਾਸੂਮ ਬੱਚਿਆਂ ਲਈ ਜਿਨ੍ਹਾਂ ਦੇ ਵਿਰੁੱਧ ਕੋਈ ਨਿੱਜੀ ਜੁਰਮ ਵੀ ਹੈ ਨਹੀਂ, ਇਸਲਾਮੀ ਸ਼ਰਅ 'ਚ ਕੋਈ ਸਜ਼ਾ ਤਜਵੀਜ਼ ਹੀ ਨਹੀਂ ਕੀਤੀ ਗਈ, ਹੈ ਹੀ ਨਹੀਂ। ਔਰ ਵੈਸੇ ਵੀ ਇਸਲਾਮੀ ਸ਼ਰਅ 7 ਔਰ 9 ਸਾਲ ਦੇ ਬੱਚੇ ਲਾਗੂ ਨਹੀਂ ਹੁੰਦੀ। ਸਾਡੇ ਮੁਸਲਮਾਨ ਬੱਚੇ ਜਿਹੜੇ ਹੁੰਦੇ ਨੇ ਉਹ ਜਦੋਂ 12-13 ਸਾਲ ਦੇ ਹੁੰਦੇ ਨੇ ਤਾਂ ਨਮਾਜ਼ ਵਾਸਤੇ ਰੋਜ਼ੇ ਵਾਸਤੇ ਕਿਹਾ ਜਾਂਦਾ, ਲਾਗੂ ਨਹੀਂ ਹੁੰਦੀ। ਤੇ ਇਸਲਾਮੀ ਸ਼ਰਅ ਤਾਂ ਹੈ ਹੀ ਨਹੀਂ। ਤੇ ਗਿਆਨੀ ਸ਼ੇਰ ਸਿੰਘ ਲਿਖਦੇ ਨੇ, ਉਹਨਾਂ ਦੀ ਕਿਤਾਬ ਹੈ ਦੇਗ ਤੇਗ ਦਾ ਮਾਲਿਕ, ਪੰਨਾ ਨੰਬਰ 474 ਦੇ, ਨਵਾਬ ਸ਼ੇਰ ਮੁਹੰਮਦ ਖਾਨ ਨੇ ਕਿਹਾ ਸੂਬੇ ਨੂੰ ਕਿ ਇਹਨਾਂ ਨਿਰਦੋਸ਼ ਬੱਚਿਆਂ ਨੂੰ ਦੁੱਖ ਦੇਣਾ, ਹੱਤਿਆ ਕਰਨੀ ਨਹੀਂ, ਦੁੱਖ ਦੇਣਾ ਹੀ ਇਸਲਾਮੀ ਸ਼ਰਅ ਦੇ ਵਿਰੁੱਧ ਹੈ। ਤੇ ਬਾਬੂ ਤੇਜਾ ਸਿੰਘ ਜੀ ਲਿਖਦੇ ਨੇ ਜਫਰਨਾਮਾ ਸਟ੍ਰੀਕ ਪੰਨਾ 16 ਤੇ, ਨਵਾਬ ਮਲੇਰਕੋਟਲੇ ਨੇ ਕਿਹਾ ਸੂਬੇ ਨੂੰ ਕਿ ਇਹਨਾਂ ਮਾਸੂਮ ਬੱਚਿਆਂ ਦਾ ਕੀ ਕਸੂਰ ਹੈ, ਕਸੂਰ ਪਿਤਾ ਦਾ, ਤੇਰੀ ਜੰਗ ਹੋਣ ਵਾਲਾ ਤੇ ਜਾਨ ਇਹਨਾਂ ਮਾਸੂਮਾਂ ਦੀ ਲਈ ਜਾਵੇ, ਕਿਹੜਾ ਇਨਸਾਫ ਹੈ। ਦਲੇਰੀ ਤਾਂ ਇਹ ਹੈ ਕਿ ਇਹਨਾਂ ਦੇ ਪਿਤਾ ਨਾਲ ਜੰਗ ਕੀਤੀ ਜਾਵੇ। ਸੰਭਵ ਸੀ ਕਿ ਸੂਬਾ ਸਰਹੰਦ ਛੋਟੇ ਸਾਹਿਬਜ਼ਾਦਿਆਂ ਨੂੰ ਛੱਡ ਦਿੰਦਾ, ਤਾਂ ਕੋਲੇ ਬੈਠਾ ਦੁਸ਼ਟ ਸੁੱਚਾਨੰਦ ਜਿਹੜਾ ਸੂਬੇ ਸਰਹੰਦ ਦਾ ਖਾਸ ਸਲਾਹਕਾਰ ਸੀ, ਕਹਿੰਦਾ ਸੱਪ ਦੇ ਬੱਚੇ ਸੱਪ ਹੀ ਹੁੰਦੇ ਨੇ। ਉਹ ਗਿਆਨੀ ਸ਼ੇਰ ਸਿੰਘ ਲਿਖਦੇ ਨੇ ਕਿ ਇਸ ਗੱਲ ਨੇ ਜ਼ਾਲਮ ਸੂਬਾ ਸਰਹੰਦ ਦੇ ਦਿਲ ਤੇ ਬਾਰੂਦ ਦਾ ਕੰਮ ਕੀਤਾ। ਜਦੋਂ ਸੂਬਾ ਸਰਹੰਦ ਆਪਣੀ ਜਿੱਤ 'ਤੇ ਅੜਿਆ ਰਿਹਾ ਤਾਂ ਨਵਾਬ ਮਲੇਰਕੋਟਲਾ ਇਹ ਕਹਿੰਦਾ ਹੋਇਆ ਵਾਕਆਊਟ ਕਰ ਗਿਆ ਕਿ ਜਿੱਥੇ ਮਜ਼ਲੂਮਾਂ ਤੇ ਮਾਸੂਮਾਂ ਤੇ ਜ਼ੁਲਮ ਹੁੰਦਾ ਉੱਥੇ ਰੱਬ ਦਾ ਕਹਿਰ ਨਾਜ਼ਲ ਹੁੰਦਾ, ਹੁਣ ਇੱਥੇ ਰੱਬ ਦਾ ਕਹਿਰ ਨਾਜ਼ਲ ਹੋਊਗਾ। ਇਤਿਹਾਸ ਦੱਸਦਾ ਵੀ ਅਗਰ ਪਹਿਲਾਂ ਗੰਗੂ ਵਿਸ਼ਵਾਸਘਾਤ ਨਾ ਕਰਦਾ, ਸੂਬੇ ਸਰਹੰਦ ਨੂੰ ਜਿਹੜਾ ਸੁਪਨਾ ਆਉਂਦਾ ਸੀ ਕਿ ਛੋਟੇ ਸਾਹਿਬਜ਼ਾਦੇ ਤੇ ਮਾਤਾ ਜੀ ਸਿਹੋੜੀ ਜਾਂ ਖੇੜੀ ਪਿੰਡ ਨੇ, ਹੈ ਨਾ, ਉਸ ਵੇਲੇ ਵਿਸ਼ਵਾਸ ਕਰਕੇ ਗ੍ਰਿਫਤਾਰ ਨਾ ਕਰਾਉਂਦਾ, ਫਿਰ ਦੂਜੇ ਦੀਵਾਨ ਸੁੱਚਾਨੰਦ ਬਾਰ-ਬਾਰ ਨਾ ਭੜਕਾਉਂਦਾ, ਤਾਂ ਹੋ ਸਕਦਾ ਇਹ ਸੋਗ ਦਾ ਇਹ ਘਟਨਾ ਹੀ ਨਾ ਵਾਪਰਦੀ। ਤੇ ਉਹ ਨਵਾਬ ਸ਼ੇਰ ਮੁਹੰਮਦ ਖਾਨ ਦੀ ਸ਼ਹਿਰ ਤੋਂ ਅਸੀਂ ਉਹਨਾਂ ਦੀ ਵਾਰਸ ਹਰ ਸਾਲ ਇੱਥੇ ਸਾਹਿਬਜ਼ਾਦਿਆਂ ਦੇ ਦੁੱਖ 'ਚ ਕਿੰਨੇ ਸਾਲਾਂ ਤੋਂ ਆ ਰਹੇ ਹੋ? ਕਈ ਸਾਲ ਹੋ ਗਏ ਆਉਂਦਿਆਂ ਨੂੰ। ਔਰ ਹਰ ਸਾਲ ਅਸੀਂ ਲੰਗਰ ਲਾਉਣੇ ਮਿੱਠੇ ਚਾਵਲਾਂ ਦਾ। ਇਹਨਾਂ ਮਿੱਠੇ ਚਾਵਲਾਂ ਦੇ ਰਾਹੀਂ ਅਸੀਂ ਮਿਠਿਆਸ ਵੰਡਣ ਦੀ ਕੋਸ਼ਿਸ਼ ਕਰਦੇ ਹਾਂ ਸੰਗਤ 'ਚ, ਹੈ ਨਾ। ਤੇ ਜੋ ਮਿਠਿਆਸ ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨੇ ਦੇ ਸੀਗੀ, ਅੱਜ ਉਹਨਾਂ ਦੇ ਵਾਰਸ ਮਿਲ ਕੇ ਉਸ ਮਿਠਿਆਸ ਨੂੰ ਅੱਗੇ ਵਧਾਉਣਾ ਚਾਹੁੰਦੇ ਹਾਂ। ਇਸੇ ਕਰਕੇ ਜੋਗੀ ਅੱਲਾ ਯਾਰ ਖਾਨ ਨੇ ਕਿਹਾ ਸੀ ਨਾ, ਉਹ ਵੀ ਮੁਸਲਮਾਨ ਸੀ, ਬਸ हिंद में तीर्थ है यात्रा के लिए, कटाए बाप ने बच्चे जहाँ खुदा के लिए, है ना। ਤੇ ਨਵਾਬ ਸ਼ੇਰ ਮੁਹੰਮਦ ਖਾਨ ਨੇ ਤਾਂ ਕਿਹਾ ਸੀ ਉਸ ਵੇਲੇ ਜਦੋਂ ਉਹਨੇ ਕਿਹਾ ਵੀ ਤੂੰ ਆਪਣੇ ਭਾਈ ਦਾ ਬਦਲਾ ਲੈ ਲੈ, बदला ही लेना होगा तो हम लेंगे बाप से, खुदा महफूज रखे खुदा हमको ऐसे पाप से। ठीक है नहीं, ये गल तो हाकमां दी है। हाकम ਜਿਹੜੇ ਅਸੀਂ ਇਤਿਹਾਸ ਗਵਾਇਆ ਕਿ ਹਾਕਮ ਲਈ ਪਹਿਲਾਂ ਉਹਦੀ ਹਕੂਮਤ ਹੁੰਦੀ ਹੈ ਧਰਮ ਮਗਰੋਂ, ਹੈ ਨਾ, ਬਲਕਿ ਉਹ ਤਾਂ ਆਪਣੇ ਮੁਫਾਦ ਲਈ ਆਪਣੇ ਸਵਾਰਥ ਲਈ ਧਰਮ ਦਾ ਇਸਤੇਮਾਲ ਕਰਦੇ ਨੇ। ਅੱਜ ਵੀ ਇਹੀ ਹੋ ਰਿਹਾ, ਅੱਜ ਤਾਂ ਧਰਮ ਦੇ ਹੁੱਕੇ ਲਾ ਲਾ ਕੇ ਹਕੂਮਤਾਂ ਪ੍ਰਾਪਤ ਕੀਤੀਆਂ ਤੇ ਚਲਾਈਆਂ ਜਾ ਰਹੀਆਂ ਨੇ। ਇਸ ਲਈ ਮੇਰਾ ਸੁਨੇਹਾ ਹੈ ਤੁਹਾਡੇ ਚੈਨਲ ਰਾਹੀਂ ਵੀ ਅਸੀਂ ਅਜਿਹੇ ਖੁਦਗਰਜ਼ ਸਵਾਰਥੀ ਹਾਕਮਾਂ ਨੂੰ ਮੁੱਖ ਰੱਖ ਕੇ ਆਪਸੀ ਭਾਈਚਾਰਕ ਸਾਂਝ ਤੇ ਇਨਸਾਨੀਅਤ ਨੂੰ ਲੀਰੋ ਲੀਰ ਨਾ ਕਰੀਏ। ਤੁਸੀਂ ਬਹੁਤ ਸਮੇਂ ਤੋਂ ਮੈਂ ਦੇਖਦਾ ਵੀ ਸਿੱਖ ਮੁਸਲਮਾਨ ਸਾਂਝਾਂ ਜਿਹੜੀਆਂ ਹੈਗੀਆਂ ਨੇ ਉਹਨੂੰ ਹੋਰ ਮਜ਼ਬੂਤ ਕਰਨ ਲਈ ਉਪਰਾਲੇ ਕਰਦੇ ਹੋ। ਟਿੱਕਰੀ ਬਾਰਡਰ ਤੇ ਵੀ ਜਿੰਨਾ ਟਾਈਮ ਅੰਦੋਲਨ ਚੱਲਿਆ ਲੰਗਰ ਲਾਉਂਦੇ ਰਹੇ ਤੇ ਲੰਗਰ ਚੱਲਦਾ ਰਿਹਾ, ਤੇ ਤੁਹਾਡੇ ਮਨ ਦੇ ਵਿੱਚ ਕਦੇ ਆਇਆ ਵੀ ਸਿੱਖ ਜਿਹੜੇ ਹੈਗੇ ਨੇ ਕਿਸੇ ਤਰੀਕੇ ਦੀ ਤੁਹਾਨੂੰ ਕਦੇ ਠੇਸ ਪਹੁੰਚੀ ਹੋਵੇ, ਮਨ ਨੂੰ ਨਿਰਾਸ਼ਾ ਹੋਈ ਹੋਵੇ ਵੀ ਮੈਂ ਸਿੱਖਾਂ ਲਈ ਕੰਮ ਕਰ ਰਿਹਾ, ਸਿੱਖ ਯਾਰ ਇਹ ਕਰ ਰਹੇ ਆ? ਦੇਖੋ ਬਹੁਤ ਨਿਸ਼ਚੈ ਸਵਾਲ ਕਰਦੇ, ਜਿਹੜਾ ਧਰਮ ਹੈ ਭੇਸ ਦਾ ਨਾਮ ਨਹੀਂ ਹੈਗਾ। ਜਿਹੜਾ ਬੰਦਾ ਸਿੱਖ ਹੋ ਕੇ ਗੁਰੂ ਗ੍ਰੰਥ ਸਾਹਿਬ ਸਿੱਖਿਆ ਨੂੰ ਨਹੀਂ ਮੰਨਦਾ, ਉਹ ਸਿੱਖ ਤਾਂ ਹੈ, ਸਿੱਖ ਤਾਂ ਘਰ 'ਚ ਪੈਦਾ ਹੋ ਗਿਆ ਪਰ ਗੁਰੂ ਦਾ ਸਿੱਖ ਨਹੀਂ ਹੈ। ਠੀਕ ਹੈ ਨਹੀਂ, ਇਸੇ ਤਰ੍ਹਾਂ ਜਿਹੜਾ ਮੁਸਲਮਾਨ ਘਰ 'ਚ ਪੈਦਾ ਹੋ ਗਿਆ ਮੁਸਲਮਾਨ ਤਾਂ ਹੈ, ਅਗਰ ਉਹ ਇਸਲਾਮੀ ਸਿੱਖਿਆਵਾਂ ਨੂੰ ਨਹੀਂ ਮੰਨਦਾ ਸੱਚਾ ਮੁਸਲਮਾਨ ਨਹੀਂ ਹੈ। ਜੋ ਤਕਲੀਫ ਦਿੱਤੀ ਵੀ ਹੈ ਤਾਂ ਫਿਰ ਸਿੱਖ ਥਾ, ਹੈ ਨਾ, ਗੁਰੂ ਦਾ ਸਿੱਖ ਨਹੀਂ। ਗੁਰੂ ਦਾ ਸਿੱਖ ਤਾਂ ਦੇ ਨਹੀਂ ਸਕਦਾ, ਕਿਉਂਕਿ ਸਾਡੇ ਦੋਹਾਂ ਦੀ ਜਿਹੜੀ ਮੁੱਢਲੀ ਜੜ ਦੀ ਸਾਂਝ ਹੈ ਨਾ, ਅਕਾਲ ਪੁਰਖ ਦੀ ਏਕਤਾ ਦੀ, ਸਾਹਿਬ ਮੇਰਾ ਏਕੋ ਹੈ ਭਾਈ ਏਕੋ ਹੈ, ਲਾ ਇਲਾਹਾ ਇਲੱਲਾ, ਇੱਕ ਰੱਬ ਦੀ ਗੱਲ ਕੀਤੀ ਨਾ। ਸਾਡੇ ਤਾਂ ਮੁੱਢਲੇ ਵਿਸ਼ਵਾਸ ਦੀ ਸਾਂਝ ਹੈ, ਮੁੱਢਲੇ ਅਕੀਦੇ ਦੀ ਸਾਂਝ ਹੈ। ਮੈਂ ਅਕਸਰ ਕਹਿੰਦਾ ਉਹਨਾਂ ਇੱਕ ਜੜ 'ਚੋਂ ਇੱਕ ਤਣਾ ਨਿਕਲਿਆ, ਦੋ ਟਹਿਣੇ ਹੋ ਗਏ ਅੱਗੇ ਜਾ ਕੇ, ਉਹਦੇ ਫਰਕ ਹੀ ਹੋਇਆ, ਜੜ ਤਾਂ ਇੱਕ ਹੀ ਨਾ। ਤੇ ਫਿਰ ਸਾਨੂੰ ਦੁੱਖ ਆ ਇਸ ਚੀਜ਼ ਦਾ। ਠੀਕ ਹੈ ਨੀ। ਇੱਕ ਸਵਾਲ ਹੋਰ ਆ ਰਿਹਾ ਸੀ ਦਿਮਾਗ 'ਚ ਵੀ ਜਿਹੜੀ ਕੱਟੜਤਾ ਹੁੰਦੀ ਹੈ, ਕੱਟੜਤਾ ਬਹੁਤ ਨੁਕਸਾਨ ਕਰ ਦਿੰਦੀ ਹੈ। ਜਿਵੇਂ ਸਿੱਖਾਂ 'ਚ ਵੀ ਹੋ ਸਕਦੀ ਹੈ, ਮੁਸਲਮਾਨਾਂ 'ਚ ਵੀ ਕੱਟੜਤਾ ਹੋ ਸਕਦੀ ਹੈ। ਜਿਹੜੇ ਕੱਟੜ ਮੁਸਲਮਾਨ ਹੋਣਗੇ ਤੁਹਾਡੀ ਉਹ ਸਾਂਝ ਤੋਂ ਕਿਤੇ ਨਾ ਕਿਤੇ ਖਫਾ ਹੋਣਗੇ। ਨਹੀਂ, ਅਸਲ ਕੱਟੜ ਦੀ ਪਰਿਭਾਸ਼ਾ ਹੀ ਗਲਤ ਹੈ। ਕੱਟੜ ਉਹ ਹੁੰਦਾ ਜਿਹੜਾ ਧਰਮ ਨੂੰ ਪੂਰੀ ਤਰ੍ਹਾਂ ਜਾਣਦਾ। ਇਹ ਉਹ ਲੋਕ ਨੇ ਜਿਹੜੇ ਨੀਮ ਹਕੀਮ ਖਤਰਾ ਜਾਣ, ਨੀਮ ਮੁੱਲਾ ਖਤਰਾ ਇਮਾਨ। ਜਿਵੇਂ ਅਧੂਰਾ ਡਾਕਟਰ ਜਾਨ ਲਈ ਖਤਰਾ ਹੈ ਨਾ, ਉਸ ਤਰ੍ਹਾਂ ਹੀ ਮੁੱਲਾ ਗਿਆਨੀ, ਅਧੂਰਾ ਜਿਹੜਾ ਗਿਆਨੀ ਉਹ ਇਮਾਨ ਲਈ ਖਤਰਾ ਹੈ। ਇਹ ਉਹ ਲੋਕ ਨੇ ਜਿਹਨਾਂ ਨੂੰ ਧਰਮ ਦੇ ਬਾਰੇ ਜਾਣਦੇ ਨਹੀਂ ਹੈਗੇ, ਕਿਉਂਕਿ ਧਰਮ ਜੋੜਦਾ ਹੁੰਦਾ, ਤੋੜਦਾ ਨਹੀਂ ਹੁੰਦਾ। ਧਰਮ ਪਿਆਰ ਸਿਖਾਉਂਦਾ, ਨਫ਼ਰਤ ਨਹੀਂ ਸਿਖਾਉਂਦਾ। ਜੇ ਕੋਈ ਚੀਜ਼ ਸਾਡੀ ਤੋੜ ਪੈਦਾ ਕਰ ਰਹੀ ਹੈ, ਨਫ਼ਰਤ ਪਾ ਰਹੀ ਹੈ, ਤਾਂ ਉਹ ਧਰਮ ਨਹੀਂ ਹੈ, ਅਧਰਮ ਹੈ, ਅਧਰਮ ਹੈ, ਅਧਰਮ ਹੈ, ਧਰਮ ਦੇ ਭੇਸ 'ਚ ਹੈ। ਫਿਰ ਉਸ ਤੋਂ ਨਫ਼ਰਤ ਕਾਹਦੀ, ਉਸ ਤੋਂ ਦੁੱਖ ਕਾਹਦਾ? ਉਹ ਤਾਂ ਹੈ ਹੀ ਨਹੀਂ ਧਰਮੀ। ਜਿਹੜਾ ਬੰਦਾ ਇਨਸਾਨ ਹੀ ਨਹੀਂ ਬਣਿਆ ਉਹ ਧਾਰਮਿਕ ਕਿਵੇਂ ਹੋ ਸਕਦਾ? ਮੈਂ ਅਕਸਰ ਕਹਿਣਾ ਹੁੰਦਾ, ਇੱਕ ਬੰਦਾ ਕਹੇ BA ਪਾਸ ਕੀਤੇ ਬਿਨਾਂ ਹੀ ਕਿ ਮੈਂ MA ਪਾਸ ਹਾਂ, ਆਪਾਂ ਨੂੰ ਕੀ ਕਹਾਂਗੇ? MA ਪਾਸ ਆ, ਐਵੇਂ।
ਇਸੇ ਤਰ੍ਹਾਂ ਹੀ ਜਿਹੜਾ ਇਨਸਾਨ ਬਣੇ ਬਿਨਾ ਧਾਰਮਿਕ ਹੋਣ ਦਾ ਦਾਅਵਾ ਕਰਦਾ ਉਹ ਐਵੇਂ ਦਾ ਧਾਰਮਿਕ ਹੈ, ਦੁਖੀ ਨੇ, ਕਿਉਂਕਿ ਧਰਮ ਤਨ ਦਾ ਵਿਸ਼ਾ ਹੈ ਹੀ ਨਹੀਂ, ਪਹਿਰਾਵੇ ਦਾ ਨਾਮ ਹੈ ਹੀ ਨਹੀਂ, ਹੈ ਨਾ, ਭੇਸ ਦਾ ਨਾਮ ਹੈ ਹੀ ਨਹੀਂ। ਧਰਮ ਤਾਂ ਮਨ ਦਾ ਵਿਸ਼ਾ ਹੈ, ਸੋਚ ਦਾ। ਜਿਹਦੀ ਸੋਚ ਹੀ ਨਹੀਂ ਬਦਲੀ, ਮਨ ਹੀ ਨਹੀਂ ਬਦਲਿਆ, ਉਹ ਧਾਰਮਿਕ ਹੋਇਆ ਹੀ ਨਹੀਂ। ਫਿਰ ਉਸ 'ਤੇ ਦੁੱਖ ਐਸਾ, ਉਹ ਧਾਰਮਿਕ ਹੀ ਨਹੀਂ ਹੈ। ਹਾਂ ਦਾ ਨਾਰਾ ਧਰਤੀ ਤੋਂ ਆਏ, ਸ਼ਹੀਦਾਂ ਦੀ ਧਰਤੀ ਤੇ, ਸ਼ਹੀਦਾਂ ਦੀ ਧਰਤੀ ਤੇ ਆਏ। ਕੀ ਮੈਸੇਜ ਦਿੰਦੇ ਹੋ ਸਿੱਖਾਂ ਨੂੰ, ਮੁਸਲਮਾਨ ਭਾਈਚਾਰੇ ਨੂੰ, ਜਾਂ ਪੂਰੀ ਕਮਿਊਨਿਟੀ ਨੂੰ ਕੀ ਮੈਸੇਜ ਦਿੰਦੇ? मैं तो एक शेर है उर्दू का शेर सुनाऊँ ना, उनका जो काम है वो अहले सियासत जाने। ਸਾਡੇ ਤੁਸੀਂ ਪੂਰਾ ਇਤਿਹਾਸ ਚੱਕ ਲਓ, ਹਾਕਮਾਂ ਨੂੰ ਛੱਡ ਕੇ ਤੁਸੀਂ ਇੱਕ ਉਦਾਹਰਨ ਨਹੀਂ ਦੇ ਸਕਦੇ ਕਿਸੇ ਮੁਸਲਮਾਨ ਨੇ ਕਿਸੇ ਗੁਰੂ ਸਾਹਿਬ ਨਾਲ ਦਗਾ ਕੀਤਾ ਹੋਵੇ। ਇਤਿਹਾਸ ਗਵਾਹ ਹੈ ਨਾ। ਇਹ ਹਾਕਮ ਲੋਕ ਨੇ, ਇਹਨਾਂ ਨੇ ਆਪਣੀ ਹਕੂਮਤ ਕਰਨੀ ਡੰਡੇ ਨਾਲ। ਉਹ ਚਾਹੇ ਧਰਮ ਦੀ ਗੱਲ ਕਰਨ, ਚਾਹੇ ਕੌਮ ਦੀ ਗੱਲ ਕਰਨ, ਚਾਹੇ ਭਾਸ਼ਾ ਦੀ ਗੱਲ ਕਰਨ, ਉਹਨਾਂ ਦਾ ਆਪਣੀ ਹਕੂਮਤ ਕਰਨੀ ਹੁੰਦੀ ਹੈ। ਇਸ ਲਈ ਉਨਕਾ ਜੋ ਕੰਮ ਹੈ ਉਹ ਅਹਲੇ ਸਿਆਸਤ ਜਾਣੇ। ਮੇਰਾ ਪੈਗਾਮ ਮੁਹੱਬਤ ਹੈ ਜਹਾਂ ਤੱਕ ਪਹੁੰਚੇ। ਮੁਹੱਬਤ ਦਾ ਪੈਗਾਮ ਲੈ ਕੇ ਆਏ ਹਾਂ, ਮੁਹੱਬਤ ਦਾ ਪੈਗਾਮ ਵੰਡਦੇ ਰਹਾਂਗੇ, ਮੁਹੱਬਤ ਦਾ ਪੈਗਾਮ ਵੰਡਦੇ ਆ ਰਹੇ ਹਾਂ। ਧੰਨਵਾਦ ਜੀ, ਸ਼ੁਕਰੀਆ। ਬਹੁਤ ਬਹੁਤ ਧੰਨਵਾਦ ਜੀ। ਸੋ ਇਸੇ ਕਿ ਡਾਕਟਰ ਨਸ਼ੀਰ ਅਖਤਰ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਹੈ। ਸਿੱਖ ਮੁਸਲਿਮ ਸਾਂਝਾ ਇਹਨਾਂ ਦੀ ਸੰਸਥਾ ਹੈਗੀ ਹੈ। ਹਾਂ ਦਾ ਨਾਰਾ ਦੇ ਨਾਂ ਤੇ ਲੰਗਰ ਜਿਹੜਾ ਉਹਨਾਂ ਨੇ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਉਹਨਾਂ ਸ਼ਹੀਦਾਂ ਨੂੰ ਸਮਰਪਿਤ ਲੰਗਰ ਲਾਇਆ ਤੇ ਮਿੱਠੇ ਚੌਲਾਂ ਦਾ ਲੰਗਰ ਲਾਇਆ। ਲੰਗਰ ਲਾਉਣ ਦਾ ਮਕਸਦ ਇਹ ਹੈ ਮਿੱਠੇ ਚੌਲਾਂ ਦਾ ਕਿ ਜਿਹੜੀ ਸਾਂਝ ਹੈਗੀ ਹੈ ਸਿੱਖ ਮੁਸਲਿਮ ਦੀ, ਉਹਦੇ ਵਿੱਚ ਮਿਠਾਸ ਜਿਹੜੀ ਹੈ ਬਣੀ ਰਹੇ। ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਮੈਨੂੰ ਦਿਓ ਇਜਾਜ਼ਤ। ਕੈਮਰਾਮੈਨ ਪ੍ਰਭਜੋਤ ਦੇ ਨਾਲ ਜਗਜੀਤ ਸਿੰਘ ਪੰਜੋਲੀ, ਧੰਨਵਾਦ। ਬਾਬਾ ਗਿਆ ਬਗਦਾਦ ਨੂੰ ਬਾਹਰ ਜਾਏ ਕੇ ਆਸਤਾਨਾ, ਇੱਕ ਬਾਬਾ ਆਕਾਰ ਰੂਪ, ਦੂਜਾ ਬਾਬੀ ਮਰਦਾਨਾ। ਇਹ ਸਾਂਝ ਤਾਂ ਸਾਡੀ ਸ਼ੁਰੂ ਤੋਂ ਚੱਲੀ ਆ ਰਹੀ ਹੈ। ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਨੂੰ ਗੁੜਤੀ ਹੋਈ ਇੱਕ ਮੁਸਲਮਾਨ ਦਾਈ ਦੌਲਤ ਨੇ ਦਿੱਤੀ ਸੀ। ਸੰਸਾਰ ਚ ਆਉਣ ਤੋਂ ਬਾਅਦ ਗੁਰੂ ਸਾਹਿਬ ਦੇ ਸਰੀਰ 'ਚ ਜੇ ਕੋਈ ਪਹਿਲੀ ਚੀਜ਼ ਗਈ ਹੈ ਉਹਨਾਂ ਦੇ ਮਾਤਾ ਦੇ ਦੁੱਧ ਤੋਂ ਵੀ ਪਹਿਲਾਂ, ਤਾਂ ਉਹ ਇੱਕ ਮੁਸਲਮਾਨ ਦਾਈ ਦੌਲਤਾਂ ਵੱਲੋਂ ਦਿੱਤੀ ਗੁੜਤੀ ਸੀ। ਇਹ ਸਾਡੀ ਸਰੀਰਕ ਸਾਂਝ ਹੈ, ਉਹ ਸਾਡੀ ਰੂਹਾਨੀ ਸਾਂਝ ਸੀ, ਇਹ ਸਰੀਰਕ ਸਾਂਝ ਹੈ। ਤੂੰ ਐਂ ਕਰ ਮੈਨੂੰ ਆਪਣਾ ਪੁੱਤਰ ਦੇ ਦੇ, ਬੀਬੀ ਤੂੰ ਐਂ ਕਰ ਮੈਨੂੰ ਆਪਣਾ ਪੁੱਤਰ ਦੇ ਦੇ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਨੇ ਬਾਲ ਅਵਸਥਾ ਅੰਦਰ ਹੀ ਭਾਈ ਮਰਦਾਨੇ ਦੀ ਮਾਤਾ ਤੋਂ ਭਾਈ ਮਰਦਾਨੇ ਨੂੰ ਆਪਣੇ ਲਈ ਮੰਗ ਕੇ ਸਿੱਖ ਮੁਸਲਿਮ ਸਾਂਝ ਦੀ ਨੀਂਹ ਰੱਖ ਦਿੱਤੀ ਸੀ। ਆਪਣੀ ਜਿੱਤੇ ਅੜਿਆ ਰਿਹਾ ਤਾਂ ਨਵਾਬ ਮੇਰਕੋਟਲਾ ਇਹ ਕਹਿੰਦਾ ਹੋਇਆ ਵਾਕਆਊਟ ਕਰ ਗਿਆ ਕਿ ਜਿੱਥੇ ਮਜ਼ਲੂਮਾਂ ਤੇ ਮਾਸੂਮਾਂ ਤੇ ਜ਼ੁਲਮ ਹੁੰਦਾ ਉੱਥੇ ਰੱਬ ਦਾ ਕਹਿਰ ਨਾਜ਼ਲ ਹੁੰਦਾ, ਹੁਣ ਇੱਥੇ ਰੱਬ ਦਾ ਕਹਿਰ ਨਾਜ਼ਲ ਹੋਊਗਾ। ਕਈ ਸਾਲ ਹੋ ਗਏ ਅਸੀਂ ਆਉਂਦਿਆਂ ਨੂੰ, ਔਰ ਹਰ ਸਾਲ ਅਸੀਂ ਲੰਗਰ ਲਾਉਣੇ ਮਿੱਠੇ ਚਾਵਲਾਂ ਦਾ। ਇਹਨਾਂ ਮਿੱਠੇ ਚਾਵਲਾਂ ਦੇ ਰਾਹੀਂ ਅਸੀਂ ਮਿਠਿਆਸ ਵੰਡਣ ਦੀ ਕੋਸ਼ਿਸ਼ ਕਰਦੇ ਹਾਂ ਸੰਗਤ 'ਚ। ਤੇ ਨਵਾਬ ਸ਼ੇਰ ਮੁਹੰਮਦ ਖਾਨ ਨੇ ਤਾਂ ਕਿਹਾ ਸੀ ਉਸ ਵੇਲੇ ਜਦੋਂ ਉਹਨੇ ਕਿਹਾ ਵੀ ਤੂੰ ਆਪਣੇ ਭਾਈ ਦਾ ਬਦਲਾ ਲੈ ਲੈ, बदला ही लेना होगा तो हम लेंगे बाप से, महफूज रखे खुदा हमको ऐसे पाप से। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਦਾ ਅਨਮਿਊਟ। ਮੈਂ ਜਗਜੀਤ ਸਿੰਘ ਪੰਜੋਲੀ ਇਸ ਵਕਤ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਮੌਜੂਦ ਹਾਂ ਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਜਿੱਥੇ ਸੰਗਤਾਂ ਜਿਹੜੀਆਂ ਨੇ ਦੂਰ ਦਰਾਡੇ ਤੋਂ ਪਹੁੰਚ ਰਹੀਆਂ ਨੇ, ਉੱਥੇ ਹੀ ਮਲੇਰਕੋਟਲਾ ਤੋਂ ਇੱਕ ਸੰਸਥਾ ਜਿਹੜੀ ਹੈ ਮੁਸਲਮਾਨ ਭਾਈਚਾਰੇ ਦੀ ਸੰਸਥਾ ਸਿੱਖ ਮੁਸਲਿਮ ਸਾਂਝਾ ਉਚੇਚੇ ਤੌਰ ਤੇ ਪਹੁੰਚੀ ਹੈ। ਸਿੱਖਾਂ ਤੇ ਮੁਸਲਮਾਨਾਂ ਦੀ ਸਾਂਝ ਜਿਹੜੀ ਹੈ ਉਹ ਬੜੀ ਡੂੰਘੀ ਗੂੜੀ ਸਾਂਝ ਵੀ ਰਹੀ ਹੈ। ਹਾਲਾਂਕਿ ਇਹ ਪ੍ਰਚਾਰਿਆ ਜਾਂਦਾ ਹੈ ਕਿ ਸਿੱਖ ਤੇ ਮੁਸਲਮਾਨ ਹਮੇਸ਼ਾ ਲੜਦੇ ਰਹੇ ਹੈ, ਪਰ ਸਿੱਖਾਂ ਤੇ ਮੁਸਲਮਾਨਾਂ ਦੀਆਂ ਸਾਂਝਾਂ ਇਤਿਹਾਸ ਦੇ ਵਿੱਚ ਬਹੁਤ ਗੂੜੀਆਂ ਤੇ ਡੂੰਘੀਆਂ ਨੇ, ਜਿਨ੍ਹਾਂ ਤੋਂ ਬਹੁਤ ਵੱਡੀਆਂ ਵੱਡੀਆਂ ਸੇਧਾਂ ਤੇ ਮੁਸਲਮਾਨ ਭਾਈਚਾਰੇ ਦਾ ਬਹੁਤ ਵੱਡਾ ਯੋਗਦਾਨ ਵੀ ਰਿਹਾ ਹੈ ਸਿੱਖਾਂ ਦੇ ਇਸ ਇਤਿਹਾਸ ਦੇ ਵਿੱਚ। ਸੋ ਅੱਜ ਅਸੀਂ ਇੱਕ ਲੰਗਰ ਦੇ ਵਿੱਚ ਪਹੁੰਚੇ ਹਾਂ ਜਿਹਦਾ ਨਾਂ ਹੈਗਾ ਹਾਂ ਦਾ ਨਾਰਾ ਲੰਗਰ। ਉਹ ਲੰਗਰ ਲਾਉਣ ਦਾ ਮਕਸਦ ਕੀ ਸੀ ਤੇ ਨਵਾਬ ਮਲੇਰਕੋਟਲੇ ਦਾ ਨਾਂ ਤਾਂ ਤੁਸੀਂ ਸੁਣਿਆ ਹੀ ਹੈ ਤੇ ਉਹਨਾਂ ਨੇ ਲੰਗਰ ਵੀ ਉਹਦੇ ਨਾਂ ਤੇ ਲਾਇਆ। ਗੱਲਬਾਤ ਕਰਾਂਗੇ। ਸਾਡੇ ਨਾਲ ਡਾਕਟਰ ਨਸ਼ੀਰ ਅਖਤਰ ਮੌਜੂਦ ਨੇ ਜਿਨ੍ਹਾਂ ਨੇ ਮੁਸਲਿਮ ਸਾਂਝਾ ਸੰਸਥਾ ਦੇ ਜਿਹੜੇ ਆਗੂ ਹੈਗੇ ਆ, ਗੱਲਬਾਤ ਕਰਦੇ ਆ। ਸਭ ਤੋਂ ਪਹਿਲਾਂ ਤਾਂ ਤੁਹਾਡਾ ਦਾ ਅਨਮਿਊਟ ਤੇ ਸਵਾਗਤ ਹੈ।
ਬਹੁਤ ਬਹੁਤ ਧੰਨਵਾਦ ਜੀ। ਮੈਂ ਤੁਹਾਡਾ ਤੇ ਤੁਹਾਡੇ ਚੈਨਲ ਦਾ, ਤੁਹਾਡੀ ਟੀਮ ਦਾ ਧੰਨਵਾਦੀ ਹਾਂ ਕਿ ਤੁਸੀਂ ਆਪਣੇ ਚੈਨਲ ਦੇ ਰਾਹੀਂ ਮੈਨੂੰ ਦਰਸ਼ਕਾਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਬਹੁਤ ਬਹੁਤ ਸ਼ੁਕਰੀਆ। ਤੁਹਾਡੇ ਦਿਮਾਗ 'ਚ ਫੁਰਨਾ ਕਿਵੇਂ ਫਿਰਿਆ ਕਿ ਸਾਨੂੰ ਇਸ ਤਰ੍ਹਾਂ ਦੇ ਉਪਰਾਲੇ ਜਿਹੜੇ ਨੇ ਕਰਨੇ ਚਾਹੀਦੇ ਆ, ਵੀ ਜਿਹੜੀ ਸਾਡੀ ਸਾਂਝ ਹੈ, ਬੜੀ ਗੂੜੀ ਸਾਂਝ ਹੈ, ਇਹਨੂੰ ਦਰਸਾਉਣ ਲਈ ਤੁਸੀਂ ਕੀ ਉਪਰਾਲੇ ਕੀਤੇ, ਤੇ ਜਿਹੜਾ ਦਿਮਾਗ ਦੇ ਵਿੱਚ ਸ਼ੁਰੂ ਦੇ ਵਿੱਚ ਫੁਰਨਾ ਆਇਆ ਉਹ ਕਿਵੇਂ ਤੇ ਕਦੋਂ ਆਇਆ? ਸਾਰੀਆਂ ਤਾਰੀਫਾਂ, ਸਾਰੀਆਂ ਵਡਿਆਈਆਂ ਉਸ ਰੱਬ ਲਈ ਨੇ ਜਿਹੜਾ ਸਾਰੇ ਜੱਗ ਦਾ ਸਾਜਨਹਾਰ ਤੇ ਪਾਲਣਹਾਰ ਹੈ। ਉਸ ਇੱਕ ਰੱਬ ਨੂੰ ਹੀ ਵੱਖ-ਵੱਖ ਭਾਸ਼ਾਵਾਂ ਵਿੱਚ ਅੱਲਾ, ਅਕਾਲ ਪੁਰਖ, ਪ੍ਰਭੂ, ਪਰਮਾਤਮਾ, ਲਾਰਡ ਗੋਡ ਆਦਿ ਨਾਮਾਂ ਦੁਆਰਾ ਯਾਦ ਕੀਤਾ ਜਾਂਦਾ ਹੈ। ਵਾਰਾਂ ਭਾਈ ਗੁਰਦਾਸ, ਵਾਰ ਪਹਿਲੀ ਪੌੜੀ 35 'ਚ ਭਾਈ ਗੁਰਦਾਸ ਦਾ ਇੱਕ ਸ਼ਲੋਕ ਹੈ। ਬਾਬਾ ਗਿਆ ਬਗਦਾਦ ਨੂੰ ਬਾਹਰ ਜਾਏ ਕੀ ਆਸਤਾਨਾ, ਇੱਕ ਬਾਬਾ ਆਕਾਰ ਰੂਪ, ਦੂਜਾ ਬਾਬੇ ਮਰਦਾਨਾ। ਇਹ ਸਾਂਝ ਤਾਂ ਸਾਡੀ ਸ਼ੁਰੂ ਤੋਂ ਚੱਲੀ ਆ ਰਹੀ ਹੈ ਤੇ ਜਿਸ ਦੀ ਗਵਾਹੀ ਭਾਈ ਗੁਰਦਾਸ ਨੇ ਦਿੱਤੀ ਹੈ। ਤੇ ਜੇ ਅਸੀਂ ਪਿਛੋਕੜ ਚਲੇ ਜਾਈਏ, ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਹਲੇ ਜਦੋਂ ਸਿੱਖੀ ਦੇ ਬਾਨੀ, ਸਿੱਖੀ ਦੇ ਮੋਢੀ, ਪਹਿਲੀ ਪਾਤਸ਼ਾਹੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਇਸ ਸੰਸਾਰ ਵਿੱਚ ਉਹਨਾਂ ਦਾ ਆਗਮਨ ਵੀ ਨਹੀਂ ਹੋਇਆ ਸੀ ਤੇ ਸਿੱਖੀ ਦੀ ਹੋਂਦ ਵੀ ਨਹੀਂ ਹੋਈ ਸੀ, ਤਾਂ ਇੱਕ ਮੁਸਲਮਾਨ ਫਕੀਰ ਗੁਰੂ ਸਾਹਿਬ ਦੇ ਪਿਤਾ ਜੀ ਨੂੰ ਗੁਰੂ ਸਾਹਿਬ ਦੇ ਆਗਮਨ ਦੀ ਬਸ਼ਾਰਤ ਦਿੰਦਾ। ਪਹਿਲੇ ਰਸਾਲਾ ਸੰਤ ਸਿਪਾਹੀ, ਅੰਮ੍ਰਿਤਸਰ, ਨਵੰਬਰ 1956 ਦਰਜ ਹੈ। ਇਹ ਤੋਂ ਲੱਗਦਾ ਕਿ ਸਾਡੀਆਂ ਸਾਂਝਾਂ ਤਾਂ ਕੁਦਰਤ ਵੱਲੋਂ ਹੀ ਕਾਇਮ ਕਰ ਦਿੱਤੀਆਂ ਗਈਆਂ ਸੀ। ਇਸੇ ਕਰਕੇ ਇੱਕ ਮੁਸਲਮਾਨ ਫਕੀਰ ਉਹ ਬਸ਼ਾਰਤ ਦੇ ਰਿਹਾ ਗੁਰੂ ਸਾਹਿਬ ਨੂੰ। ਫਿਰ ਜਦੋਂ ਜਿਸ ਰਾਤ ਗੁਰੂ ਸਾਹਿਬ ਦਾ ਆਗਮਨ ਹੁੰਦਾ ਹੈ ਤਾਂ ਰਾਏ ਬਲਾਲ ਮੁਹੰਮਦ ਪੱਟੀ, ਜਿਹੜਾ ਰਾਏ ਭੋਜ ਦੇ ਬੰਦੀ ਦਾ ਉਸ ਵਕਤ ਰਾਜਾ ਸੀ, ਉਹ ਇੱਕ ਸੁਪਨਾ ਵੇਖ ਰਿਹਾ ਹੈ ਜਿਸ ਨੂੰ ਪ੍ਰੋਫੈਸਰ ਮੋਹਨ ਸਿੰਘ ਸਿੱਖ ਵਿਦਵਾਨ ਤੇ ਕਵੀ ਨਾਨਕ ਪ੍ਰਕਾਸ਼ ਪੱਤਰਕਾ ਮਾਰਚ 1969 ਵਿੱਚ ਦੱਸਦੇ ਨੇ ਕਿ ਜਦੋਂ ਗੁਰੂ ਸਾਹਿਬ ਦਾ ਆਗਮਨ ਹੋ ਰਿਹਾ, ਠੀਕ ਉਸ ਤੋਂ ਪਹਿਲਾਂ ਰਾਏ ਬਲਾਲ ਮੁਹੰਮਦ ਪੱਟੀ ਇਹ ਸੁਪਨਾ ਵੇਖ ਰਿਹਾ ਕਿ ਤਲਵੰਡੀ ਵਿਖੇ ਇੱਕ ਨੂਰ ਦਾ ਦਰਿਆ ਵਗੇਗਾ ਜੋ ਲੋਕਾਂ ਦੇ ਵਿਰਾਨ ਪਏ ਮਨਾਂ ਨੂੰ, ਵਿਰਾਨ ਪਏ ਦਿਲਾਂ ਨੂੰ ਰੱਬੀ ਨੂਰ ਨਾਲ ਰੋਸ਼ਨ ਕਰੇਗਾ। ਉਸੇ ਟਾਈਮ ਉਸੇ ਹੀ ਪਲ ਜਨਮਿਆ ਕਾਲੂ ਦੇ ਘਰ ਬਾਲ, ਮਾਤਾ ਤਿਰਪਤਾ ਹੋ ਗਈ ਤੱਕਣਸਾਰ ਨਿਹਾਲ, ਲਾਇਆ ਦਾਈ ਦੌਲਤਾਂ ਚੁੱਕ ਲੇਜੇ ਨਾਲ, ਕੋਸੇ ਪਾਣੀ ਨਾਲ ਫਿਰ ਦਿੱਤਾ ਤੁਰਤ ਨਿਹਾਲ, ਪੱਟ ਦੇ ਵਿੱਚ ਲਪੇਟਿਆ ਕੀਤੀ ਤੁਰਤ ਸੰਭਾਲ, ਫਿਰ ਬਿਸਮਿਲ੍ਲਾ ਆਖੇ ਦਿੱਤਾ ਸ਼ਹਿਦ ਚਟਾਲ। ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਨੂੰ ਗੁੜਤੀ ਹੋਈ ਇੱਕ ਮੁਸਲਮਾਨ ਦਾਈ ਦੌਲਤਾਂ ਨੇ ਦਿੱਤੀ ਸੀ। ਸੰਸਾਰ 'ਚ ਆਉਣ ਤੋਂ ਬਾਅਦ ਗੁਰੂ ਸਾਹਿਬ ਦੇ ਸਰੀਰ 'ਚ ਜੇ ਕੋਈ ਪਹਿਲੀ ਚੀਜ਼ ਗਈ ਹੈ ਉਹਨਾਂ ਦੇ ਮਾਤਾ ਦੇ ਦੁੱਧ ਤੋਂ ਵੀ ਪਹਿਲਾਂ, ਤਾਂ ਉਹ ਇੱਕ ਮੁਸਲਮਾਨ ਦਾਈ ਦੌਲਤਾਂ ਵੱਲੋਂ ਦਿੱਤੀ ਗੁੜਤੀ ਸੀ। ਇਹ ਸਾਡੀ ਸਰੀਰਕ ਸਾਂਝ ਹੈ, ਉਹ ਸਾਡੀ ਰੂਹਾਨੀ ਸਾਂਝ ਸੀ, ਇਹ ਸਰੀਰਕ ਸਾਂਝ ਹੈ। ਤੇ ਜਦੋਂ ਇਤਿਹਾਸ ਦੱਸਦਾ ਵੀ ਜਦੋਂ ਦੌਲਤਾਂ ਦਾਈ ਗੁਰੂ ਸਾਹਿਬ ਨੂੰ ਨਹਾਉਣ ਤੋਂ ਆਉਣ ਜਾਂ ਉਹਨਾਂ ਦੀ ਮਾਲਿਸ਼ ਵਗੈਰਾ ਕਰਨ ਲਈ ਬੇਬੇ ਮਾਤਾ ਤ੍ਰਿਪਤਾ ਕੋਲ ਜਾਂਦੀ ਸੀ ਤਾਂ ਭਾਈ ਮਰਦਾਨੇ ਨੂੰ ਨਾਲ ਲੈ ਜਾਂਦੀ ਸੀ, ਕਿਉਂਕਿ ਭਾਈ ਮਰਦਾਨੇ ਦੀ ਮਾਸੀ ਲੱਗਦੀ ਸੀ ਰਿਸ਼ਤੇ 'ਚ। ਕਿਉਂਕਿ ਦੌਲਤਾਂ ਦਾਈ ਮਨਾਖੀ ਸੀ, ਇਸ ਲਈ ਜਦੋਂ ਵੀ ਉਹ ਨਾਲ ਲੈ ਕੇ ਜਾਂਦੀ ਸੀ ਤਾਂ ਉਦੋਂ ਬਾਅਦ ਜਦੋਂ ਗੁਰੂ ਸਾਹਿਬ ਹੱਥਾਂ 'ਚ ਆਉਣ ਜੋਗੇ ਹੋ ਗਏ, ਗੋਦੀ ਚੁੱਕਣ ਜੋਗੇ ਹੋ ਗਏ, ਤਾਂ ਇਤਿਹਾਸ ਦੱਸਦਾ ਹੈ ਗੁਰੂ ਸਾਹਿਬਾਨ ਦੇ ਮੁਸਲਮਾਨ ਮੁਰੀਦ ਪੰਨਾ ਨੰਬਰ 34 ਤੇ 38 ਤੇ ਹੈ, ਗੱਜਣ ਸਿੰਘ ਦੀ ਕਿਤਾਬ ਹੈ, ਗੱਜਣ ਵਾਲਾ ਸੁਖਵਿੰਦਰ ਸਿੰਘ ਜੀ, ਉਹਨਾਂ ਦੀ ਕਿਤਾਬ ਹੈ। ਉਹ ਲਿਖਦੇ ਨੇ ਕਿ ਭਾਈ ਮਰਦਾਨਾ ਜਿਹੜਾ 10 ਸਾਲ ਬੜਾ ਸੀ ਗੁਰੂ ਸਾਹਿਬ ਤੋਂ, ਬੇਬੇ ਨਾਨਕੀ ਤੋਂ ਗੁਰੂ ਸਾਹਿਬ ਨੂੰ ਫੜ ਲੈਂਦਾ ਤੇ ਗੋਦੀ ਚੁੱਕ ਕੇ ਗਲੀਆਂ 'ਚ ਤੁਰਦਾ ਫਿਰਦਾ ਕਰਾਉਂਦਾ ਰਹਿੰਦਾ ਹੈ ਨਾ। ਇੱਕ ਵਾਰ ਜਦੋਂ ਭਾਈ ਮਰਦਾਨੇ ਦੀ ਮਾਤਾ ਜਿਸ ਦਾ ਨਾਮ ਲੱਖੋ ਬੀਬੀ ਸੀ, ਪੈਸੇ ਕਰਨੀ ਉਹ ਤੰਗ ਸੀ, ਉਹ ਭਾਈ ਮਰਦਾਨੇ ਨੂੰ ਆਖ ਰਹੀ ਸੀ ਕਿਸੇ ਕੋਠਾ ਕਿਸੇ ਪੱਲਾ ਮੈਨੂੰ ਆਸ ਤੇਰੀ ਅੱਲਾ, ਕਿਉਂਕਿ ਇਹ ਡੂਮ ਬਰਾਦਰੀ ਦਾ ਤਾਲੁਕ ਰੱਖਦੇ ਤੇ ਇਹ ਗੱਲ ਨੂੰ ਗਾ ਕੇ ਕਹਿੰਦੇ ਨੇ। ਤਾਂ ਨੇੜੇ ਹੀ ਗੁਰੂ ਸਾਹਿਬ ਬਾਲ ਅਵਸਥਾ ਅੰਦਰ ਆਪਣੇ ਸੰਗੀ ਜਵਾਕਾਂ ਨਾਲ ਖੇਡ ਰਿਹਾ ਸੀ। ਜਦੋਂ ਗੁਰੂ ਸਾਹਿਬ ਨੇ ਭਾਈ ਮਰਦਾਨੇ ਦੀ ਮਾਤਾ ਦੇ ਮੂੰਹ ਤੋਂ ਇਹ ਬੋਲ ਸੁਣੇ ਨਾ, ਮੁਖ ਤੋਂ, ਤਾਂ ਉਸ ਨੂੰ ਆਖਿਆ ਵਾਹ, ਅਸੀਂ ਵੀ ਅੱਲਾ ਦਾ ਆਸਰਾ ਹੀ ਤੱਕਦੇ ਹਾਂ ਤੇ ਤੁਹਾਡਾ ਆਸਰਾ ਵੀ ਅੱਲਾ ਹੀ ਹੈ, ਸਾਨੂੰ ਤਾਂ ਅੱਲਾ ਵਾਲਿਆਂ ਦੀ ਬਹੁਤ ਲੋੜ ਹੈ। ਬੀਬੀ ਤੂੰ ਐਂ ਕਰ, ਮੈਨੂੰ ਆਪਣਾ ਪੁੱਤਰ ਦੇ ਦੇ, ਬੀਬੀ ਤੂੰ ਐਂ ਕਰ ਮੈਨੂੰ ਆਪਣਾ ਪੁੱਤਰ ਦੇ ਦੇ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਨੇ ਬਾਲ ਅਵਸਥਾ ਅੰਦਰ ਹੀ ਭਾਈ ਮਰਦਾਨੇ ਦੀ ਮਾਤਾ ਤੋਂ ਭਾਈ ਮਰਦਾਨੇ ਨੂੰ ਆਪਣੇ ਲਈ ਮੰਗ ਕੇ ਸਿੱਖ ਮੁਸਲਮਾਨ ਸਾਂਝ ਦੀ ਨੀਂਹ ਰੱਖ ਦਿੱਤੀ ਸੀ, ਹੈ ਨਾ। ਫਿਰ ਉਹ ਇਤਿਹਾਸ ਜਾਣਦਾ ਹੈ ਵੀ ਜਦੋਂ ਚੌਥੀ ਉਦਾਸੀ 'ਚ ਗੁਰੂ ਸਾਹਿਬ ਤੇ ਭਾਈ ਮਰਦਾਨਾ ਅਫਗਾਨਿਸਤਾਨ ਵਿੱਚੋਂ ਲੰਘ ਰਹੇ ਤੇ ਉਹ ਖੁਰਮ ਦਰਿਆ ਦਾ ਕੰਢੇ 'ਤੇ ਭਾਈ ਮਰਦਾਨੇ ਦਾ ਆਖਰੀ ਸਮਾਂ ਆ ਜਾਂਦਾ ਤੇ ਭਾਈ ਮਰਦਾਨੇ ਦਾ ਜਿਹੜਾ ਅਕਾਲ ਚੜ੍ਹਨਾ ਹੁੰਦਾ ਉਹ ਗੁਰੂ ਸਾਹਿਬ ਦੀ ਗੋਦ 'ਚ ਹੁੰਦਾ। ਬੋਲ ਮਰਦਾਨਾ ਕਿਤਾਬ ਹੈ 299 300 ਨੰਬਰ 'ਤੇ ਜਸਵੀਰ ਮੰਡ ਜੀ ਲਿਖਦੇ ਨੇ ਕਿ ਗੁਰੂ ਸਾਹਿਬ ਦੀ ਗੋਦ 'ਚ ਭਾਈ ਮਰਦਾਨੇ ਦਾ ਸਿਰ ਹੈ ਤੇ ਗੁਰੂ ਸਾਹਿਬ ਦੀ ਦੇਖਦੇ ਨੇ, ਉਹਨਾਂ ਦੇ ਅੱਖਾਂ 'ਚ ਹੰਝੂ ਆਉਂਦੇ ਨੇ ਤੇ ਭਾਈ ਮਰਦਾਨਾ ਕੀ ਦੱਸਦਾ ਕਿ ਜ਼ਿੰਦਗੀ 'ਚ ਪਹਿਲੀ ਵਾਰ ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਦੇ ਅੱਖਾਂ 'ਚ ਹੰਝੂ ਨੇ ਤੇ ਉਹਨਾਂ 'ਚੋਂ ਇੱਕ ਹੰਝੂ ਨਿਕਲ ਕੇ ਭਾਈ ਮਰਦਾਨੇ ਦੇ ਮੱਥੇ 'ਤੇ ਆ ਟਿਕਦਾ ਤੇ ਭਾਈ ਮਰਦਾਨੇ ਦਾ ਅਕਾਲ ਚਲਾਣਾ ਹੁੰਦਾ। ਹੁਣ ਅਸੀਂ ਕਲਪਨਾ ਕਰੀਏ ਪਿਆਰ ਦੀ ਇਸ ਲਾਸਾਨੀ ਮਿਸਾਲ ਦੀ, ਜਿਸ ਭਾਈ ਮਰਦਾਨੇ ਦੀ ਗੋਦ 'ਚ ਗੁਰੂ ਸਾਹਿਬ ਬਚਪਨ 'ਚ ਖੇਡਦੇ ਰਹੇ, ਅੱਜ ਉਹੀ ਭਾਈ ਮਰਦਾਨੇ ਦਾ ਸਿਰ ਗੁਰੂ ਸਾਹਿਬ ਦੀ ਗੋਦ 'ਚ ਹੈ।
ਤੇ ਗੁਰੂ ਸਾਹਿਬ ਗੋਚ ਹੀ ਭਾਈ ਮਰਦਾਨੇ ਦਾ ਕਾਲ ਚਲਾਉਣਾ ਹੁੰਦਾ। ਇਹ ਉਹ ਮਾਨ ਪ੍ਰਾਪਤ ਸੀ ਇੱਕ ਮੁਸਲਮਾਨ ਭਾਈ ਮਰਦਾਨੇ ਨੂੰ, ਜੋ ਮਗਰੋਂ ਜਾ ਕੇ ਸਿੱਖ ਨੂੰ ਵੀ ਪ੍ਰਾਪਤ ਨਹੀਂ ਹੋ ਸਕਿਆ। ਤੇ ਗੁਰੂ ਸਾਹਿਬ ਨੇ ਆਪਣੇ ਹੱਥੀਂ ਭਾਈ ਮਰਦਾਨੇ ਦਾ ਕਫਨ ਦਫਨ ਅੰਤਮ ਸੰਸਕਾਰ ਕੀਤਾ ਸੀ। ਤੇ ਇਹ ਸਾਡੀਆਂ ਸਾਂਝਾਂ ਤਾਂ ਉਸ ਟਾਈਮ ਤੋਂ ਚਲੀਆਂ ਆ ਰਹੀਆਂ ਨੇ। ਫਿਰ ਪੰਜਵੇਂ ਗੁਰੂ ਨਾਨਕ ਸਾਹਿਬ, ਯਾਨੀ ਕਿ ਆਪਾਂ ਗੱਲ ਕਰ ਲਈਏ ਗੁਰੂ ਅਰਜਨ ਦੇਵ ਜੀ ਦੇ, ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚ ਜਿੱਥੇ 6 ਉਹਨਾਂ ਦਾ 5 ਗੁਰੂ ਸਾਹਿਬਾਨ ਦੀ ਬਾਣੀ ਦਰਜ ਕੀਤੀ ਸੀ ਤੇ 7 ਮੁਸਲਮਾਨਾਂ ਦੀ ਬਾਣੀ ਦਰਜ ਕੀਤੀ ਸੀ। 9ਵੇਂ ਗੁਰੂ ਸਾਹਿਬ ਦੀ ਬਾਣੀ ਦਾ 10ਵੇਂ ਗੁਰੂ ਸਾਹਿਬ ਨੇ ਦਰਜ ਕੀਤੀ ਹੈ। ਤੇ ਜਦੋਂ ਇੱਕ ਸਿੱਖ ਨਤਮਸਤਕ ਹੁੰਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਅੱਗੇ, ਤਾਂ 7 ਮੁਸਲਮਾਨਾਂ ਦੀ ਬਾਣੀ ਨੂੰ ਤਾਂ ਨਤਮਸਤਕ ਕਰਦਾ ਨਾ। ਫਿਰ ਸ਼੍ਰੀ ਹਰਿਮੰਦਰ ਸਾਹਿਬ ਦੀ ਨੀਂਹ ਪੱਥਰ ਸੂਫੀ ਮੀਆਂ ਮੇਰੇ ਤੋਂ ਰਖਾਇਆ ਗਿਆ ਹੈ ਨਾ। ਇਹ ਉਸ ਅੱਛਾ ਉਸ ਪਿੱਛੇ ਜਿਹੜੇ ਇਹ ਰਾਇਬਰਾਰ ਮੁਹੰਮਦ ਪੱਟੀ 1500 ਮੁਰੱਬੇ ਮੀਲ ਜ਼ਮੀਨ ਦਾ ਮਾਲਕ ਸੀ, ਜਿਹਦੇ ਵਿੱਚ ਉਹਨੇ 750 ਮੁਰੱਬੇ ਜ਼ਮੀਨ ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਦੇ, ਯਾਨੀ ਕਿ 93,750 ਵਿਗੇ ਜ਼ਮੀਨ ਉਹ ਅੱਜ ਤੱਕ ਗੁਰੂ ਸਾਹਿਬ ਦੇ ਨਾਮ ਚਲੀ ਆ ਰਹੀ ਹੈ ਨਾ। ਯਾਨੀ ਕਿ ਸਾਂਝਾਂ ਕੋਈ ਨਵੀਆਂ ਨਹੀਂ ਹੈਗੀਆਂ, ਅਸੀਂ ਤਾਂ ਉਹਨਾਂ ਸਾਂਝਾਂ ਨੂੰ ਉਜਾਗਰ ਕਰਨ ਦਾ ਯਤਨ ਹੈ। ਫਿਰ 10ਵਾਂ ਆਪਾਂ ਫਤਿਹਗੜ੍ਹ ਸਾਹਿਬ ਦੀ ਧਰਤੀ ਦੀ ਗੱਲ ਕਰਨੀ ਹੈ ਵੀ ਇੱਥੇ ਦੀ ਸਾਂਝ ਜਿਹੜੀ ਹੈ, ਹਾਂ ਦਾ ਨਾਰੇ ਦੀ ਗੱਲ ਕਰ ਲਈਏ, ਦੀਵਾਨ ਟੋਡਰਮਲ ਦੀ ਗੱਲ ਕਰ ਲਈਏ, ਉਹ ਸਾਰੀਆਂ ਬਹੁਤ ਤਕੜੀਆਂ ਸਾਂਝਾਂ ਹੈਗੀਆਂ ਨੇ। ਤਾਂ ਇੱਥੇ ਦੇ ਬਾਰੇ ਮੈਂ ਜਾਣਨਾ ਚਾਹੁੰਦਾ ਕਿ ਤੁਸੀਂ ਇੱਥੇ ਕਦੋਂ ਤੋਂ ਲੰਗਰ ਲਾਉਣਾ ਸ਼ੁਰੂ ਕੀਤਾ ਤੇ ਤੁਹਾਡੇ ਬਜ਼ੁਰਗਾਂ ਨੇ ਤੁਹਾਨੂੰ ਕੀ ਕੀ ਸਿੱਖਿਆ ਦਿੱਤੀ ਇਹਦੇ ਬਾਬਤ? ਦੇਖੋ, ਪਹਿਲਾਂ ਤਾਂ ਸਾਡੇ ਲੰਗਰ ਦਾ ਨਾਮ ਹੀ ਦੇ ਲਿਆ ਹਾ ਦਾ ਨਾਰਾ। ਇਹ ਮਲੇਰਕੋਟਲਾ ਜਿਹਨੂੰ ਹਾ ਦੇ ਨਾਰੇ ਧਰਤੀ ਕਿਹਾ ਜਾਂਦਾ ਹੈ, ਉੱਥੋਂ ਅਸੀਂ ਸ਼ਹੀਦਾਂ ਦੀ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਲੰਗਰ ਲਗਾਉਣੇ ਆ। ਉਸੇ ਸਾਂਝ ਤੇ ਪਹਿਰਾ ਦਿੰਦੇ ਹੋਏ ਜਿਹੜੀ ਨਵਾਬ ਸ਼ੇਰ ਮੁਹੰਮਦ ਖਾਨ ਮਲੇਰਕੋਟਲਾ ਨੇ ਜਦੋਂ ਸੂਬੇ ਨੇ ਕਚਹਿਰੀ 'ਚ ਛੋਟੇ ਸਾਹਿਬਜ਼ਾਦਿਆਂ ਨੂੰ ਪੇਸ਼ ਕੀਤਾ, ਕਾਜ਼ੀ ਮਤਲਬ ਜੱਜ, ਤਾਂ ਕਿਤਾਬ ਹੈ ਸਿੱਖਾਂ ਲਈ ਹਿੰਦੂ ਚੰਗੇ ਜਾਂ ਮੁਸਲਮਾਨ, ਪੰਨਾ ਨੰਬਰ 37 ਤੇ ਭਾਈ ਨਰਿੰਦਰ ਸਿੰਘ ਭਲੇਰ ਲਿਖਦੇ ਨੇ, ਜਿਹੜੀ 1966 ਦੀ ਕਿਤਾਬ, ਕਿ ਜਦੋਂ ਸੂਬੇ ਸਰਹੰਦ ਨੇ ਕਾਜ਼ੀ ਨੂੰ ਕਿਹਾ ਵੀ ਇਹ ਇਸਲਾਮੀ ਸ਼ਰਅ ਅਨੁਸਾਰ ਇਹਨਾਂ ਨੂੰ ਕਿਹੜੀ ਸਜ਼ਾ ਦਿੱਤੀ ਜਾ ਸਕਦੀ ਹੈ, ਤਾਂ ਇਤਿਹਾਸ ਦੱਸਦਾ ਹੈ ਕਿ ਕਾਜ਼ੀ ਨੇ ਕਿਹਾ, ਹਜ਼ੂਰ ਇੰਨੇ ਮਾਸੂਮ ਬੱਚਿਆਂ ਲਈ ਜਿਨ੍ਹਾਂ ਦੇ ਵਿਰੁੱਧ ਕੋਈ ਨਿੱਜੀ ਜੁਰਮ ਵੀ ਹੈ ਨਹੀਂ, ਇਸਲਾਮੀ ਸ਼ਰਅ 'ਚ ਕੋਈ ਸਜ਼ਾ ਤਜਵੀਜ਼ ਹੀ ਨਹੀਂ ਕੀਤੀ ਗਈ, ਹੈ ਹੀ ਨਹੀਂ। ਔਰ ਵੈਸੇ ਵੀ ਇਸਲਾਮੀ ਸ਼ਰਅ 7 ਔਰ 9 ਸਾਲ ਦੇ ਬੱਚੇ ਲਾਗੂ ਨਹੀਂ ਹੁੰਦੀ। ਸਾਡੇ ਮੁਸਲਮਾਨ ਬੱਚੇ ਜਿਹੜੇ ਹੁੰਦੇ ਨੇ ਉਹ ਜਦੋਂ 12-13 ਸਾਲ ਦੇ ਹੁੰਦੇ ਨੇ ਤਾਂ ਨਮਾਜ਼ ਵਾਸਤੇ ਰੋਜ਼ੇ ਵਾਸਤੇ ਕਿਹਾ ਜਾਂਦਾ, ਲਾਗੂ ਨਹੀਂ ਹੁੰਦੀ। ਤੇ ਇਸਲਾਮੀ ਸ਼ਰਅ ਤਾਂ ਹੈ ਹੀ ਨਹੀਂ। ਤੇ ਗਿਆਨੀ ਸ਼ੇਰ ਸਿੰਘ ਲਿਖਦੇ ਨੇ, ਉਹਨਾਂ ਦੀ ਕਿਤਾਬ ਹੈ ਦੇਗ ਤੇਗ ਦਾ ਮਾਲਿਕ, ਪੰਨਾ ਨੰਬਰ 474 ਤੇ, ਨਵਾਬ ਸ਼ੇਰ ਮੁਹੰਮਦ ਖਾਨ ਨੇ ਕਿਹਾ ਸੂਬੇ ਨੂੰ ਕਿ ਇਹਨਾਂ ਨਿਰਦੋਸ਼ ਬੱਚਿਆਂ ਨੂੰ ਦੁੱਖ ਦੇਣਾ, ਹੱਤਿਆ ਕਰਨੀ ਨਹੀਂ, ਦੁੱਖ ਦੇਣਾ ਹੀ ਇਸਲਾਮੀ ਸ਼ਰਅ ਦੇ ਵਿਰੁੱਧ ਹੈ। ਤੇ ਬਾਬੂ ਤੇਜਾ ਸਿੰਘ ਜੀ ਲਿਖਦੇ ਨੇ ਜਫਰਨਾਮਾ ਸਟ੍ਰੀਕ ਪੰਨਾ 16 ਤੇ, ਨਵਾਬ ਮਲੇਰਕੋਟਲਾ ਨੇ ਕਿਹਾ ਸੂਬੇ ਨੂੰ ਕਿ ਇਹਨਾਂ ਮਾਸੂਮ ਬੱਚਿਆਂ ਦਾ ਕੀ ਕਸੂਰ ਹੈ, ਕਸੂਰ ਪਿਤਾ ਦਾ, ਤੇਰੀ ਜੰਗ ਹੋਣ ਨਾਲ ਹੈ, ਤੇ ਜਾਨ ਇਹਨਾਂ ਮਾਸੂਮਾਂ ਦੀ ਲਈ ਜਾਵੇ, ਕਿਹੜਾ ਇਨਸਾਫ ਹੈ। ਦਲੇਰੀ ਤਾਂ ਇਹ ਹੈ ਕਿ ਇਹਨਾਂ ਦੇ ਪਿਤਾ ਨਾਲ ਜੰਗ ਕੀਤੀ ਜਾਵੇ। ਸੰਭਵ ਸੀ ਕਿ ਸੂਬਾ ਸਰਹੰਦ ਛੋਟੇ ਸਾਹਿਬਜ਼ਾਦਿਆਂ ਨੂੰ ਛੱਡ ਦਿੰਦਾ, ਤਾਂ ਕੋਲੇ ਬੈਠਾ ਦੁਸ਼ਟ ਸੁੱਚਾਨੰਦ ਜਿਹੜਾ ਸੂਬੇ ਸਰਹੰਦ ਦਾ ਖਾਸ ਸਲਾਹਕਾਰ ਸੀ, ਕਹਿੰਦਾ ਸੱਪ ਦੇ ਬੱਚੇ ਸੱਪ ਹੀ ਹੁੰਦੇ ਨੇ। ਉਹ ਗਿਆਨੀ ਸ਼ੇਰ ਸਿੰਘ ਲਿਖਦੇ ਨੇ ਕਿ ਇਸ ਗੱਲ ਨੇ ਜ਼ਾਲਮ ਸੂਬਾ ਸਰਹੰਦ ਦੇ ਦਿਲ ਤੇ ਬਾਰੂਦ ਦਾ ਕੰਮ ਕੀਤਾ। ਜਦੋਂ ਸੂਬਾ ਸਰਹੰਦ ਆਪਣੀ ਜਿੱਤ ਤੇ ਅੜਿਆ ਰਿਹਾ ਤਾਂ ਨਵਾਬ ਮਲੇਰਕੋਟਲਾ ਇਹ ਕਹਿੰਦਾ ਹੋਇਆ ਵਾਕਆਊਟ ਕਰ ਗਿਆ ਕਿ ਜਿੱਥੇ ਮਜ਼ਲੂਮਾਂ ਤੇ ਮਾਸੂਮਾਂ ਤੇ ਜ਼ੁਲਮ ਹੁੰਦਾ ਹੈ ਉੱਥੇ ਰੱਬ ਦਾ ਕਹਿਰ ਨਾਜ਼ਲ ਹੁੰਦਾ ਹੈ, ਹੁਣ ਇੱਥੇ ਰੱਬ ਦਾ ਕਹਿਰ ਨਾਜ਼ਲ ਹੋਊਗਾ। ਇਤਿਹਾਸ ਦੱਸਦਾ ਵੀ ਅਗਰ ਪਹਿਲਾਂ ਗੰਗੂ ਵਿਸ਼ਵਾਸਘਾਤ ਨਾ ਕਰਦਾ, ਸੂਬੇ ਸਰਹੰਦ ਨੂੰ ਜਿਹੜਾ ਸੁਪਨਾ ਆਉਂਦਾ ਸੀ ਕਿ ਛੋਟੇ ਸਾਹਿਬਜ਼ਾਦੇ ਤੇ ਮਾਤਾ ਜੀ ਸਿਹੋੜੀ ਜਾਂ ਖੇੜੀ ਪਿੰਡਣੇ ਹੈ ਨਾ, ਉਸ ਵੇਲੇ ਵਿਸ਼ਵਾਸਘਾਤ ਕਰਕੇ ਗ੍ਰਿਫਤਾਰ ਨਾ ਕਰਾਉਂਦਾ, ਫਿਰ ਦੂਜੇ ਦੀਵਾਨ ਸੁੱਚਾਨੰਦ ਬਾਰ-ਬਾਰ ਨਾ ਭੜਕਾਉਂਦਾ, ਤਾਂ ਹੋ ਸਕਦਾ ਇਹ ਸੋਗ ਦਾ ਘਟਨਾ ਹੀ ਨਾ ਵਾਪਰਦੀ। ਤੇ ਉਹ ਨਵਾਬ ਸ਼ੇਰ ਮੁਹੰਮਦ ਖਾਨ ਦੀ ਸ਼ਹਿਰ ਤੋਂ ਅਸੀਂ ਉਹਨਾਂ ਦੀ ਵਾਰਸ ਹਰ ਸਾਲ ਇੱਥੇ ਸਾਹਿਬਜ਼ਾਦਿਆਂ ਦੇ ਦੁੱਖ 'ਚ ਕਿੰਨੇ ਸਾਲਾਂ ਤੋਂ ਆ ਰਹੇ ਹੋ? ਕਈ ਸਾਲ ਹੋ ਗਏ ਆਉਂਦਿਆਂ ਨੂੰ। ਔਰ ਹਰ ਸਾਲ ਅਸੀਂ ਲੰਗਰ ਲਾਉਣੇ ਮਿੱਠੇ ਚਾਵਲਾਂ ਦਾ। ਇਹਨਾਂ ਮਿੱਠੇ ਚਾਵਲਾਂ ਦੇ ਰਾਹੀਂ ਅਸੀਂ ਮਿਠਿਆਸ ਵੰਡਣ ਦੀ ਕੋਸ਼ਿਸ਼ ਕਰਦੇ ਹਾਂ ਸੰਗਤ 'ਚ, ਹੈ ਨਾ। ਤੇ ਜੋ ਮਿਠਿਆਸ ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨੇ ਦੇ ਸੀਗੀ, ਅੱਜ ਉਹਨਾਂ ਦੇ ਵਾਰਸ ਮਿਲ ਕੇ ਉਸ ਮਿਠਿਆਸ ਨੂੰ ਅੱਗੇ ਵਧਾਉਣਾ ਚਾਹੁੰਦੇ ਹਾਂ। ਇਸੇ ਕਰਕੇ ਜੋਗੀ ਅੱਲਾ ਯਾਰ ਖਾਨ ਨੇ ਕਿਹਾ ਸੀ ਨਾ, ਉਹ ਵੀ ਮੁਸਲਮਾਨ ਸੀ, बस हिंद में तीर्थ है एक यात्रा के लिए, कटाए बाप ने बच्चे जहाँ खुदा के लिए, है ना। तो नवाब शेर मुहम्मद खान ने तो कहा थी उस वेले जब उन्होंने कहा भी तू अपने भाई का बदला ले लै, बदला ही लेना होगा तो हम लेंगे बाप से, खुदा महफूज रखे खुदा हमको ऐसे पाप से। ठीक है नहीं, ये गल तो हाकमां दी है। हाकम ਜਿਹੜੇ ਅਸੀਂ ਇਤਿਹਾਸ ਗਵਾਇਆ ਕਿ ਹਾਕਮ ਲਈ ਪਹਿਲਾਂ ਉਹਦੀ ਹਕੂਮਤ ਹੁੰਦੀ ਹੈ ਧਰਮ ਮਗਰੋਂ, ਹੈ ਨਾ, ਬਲਕਿ ਉਹ ਤਾਂ ਆਪਣੇ ਮੁਫਾਦ ਲਈ ਆਪਣੇ ਸਵਾਰਥੀ ਧਰਮ ਦਾ ਇਸਤੇਮਾਲ ਕਰਦੇ ਨੇ। ਅੱਜ ਵੀ ਇਹੀ ਹੋ ਰਿਹਾ, ਅੱਜ ਤਾਂ ਧਰਮ ਦੇ ਹੁੱਕੇ ਲਾ ਕੇ ਹਕੂਮਤਾਂ ਪ੍ਰਾਪਤ ਕੀਤੀਆਂ ਤੇ ਚਲਾਈਆਂ ਜਾ ਰਹੀਆਂ ਨੇ। ਇਸ ਲਈ ਮੇਰਾ ਸੁਨੇਹਾ ਹੈ ਤੁਹਾਡੇ ਚੈਨਲ ਰਾਹੀਂ ਵੀ ਅਸੀਂ ਅਜਿਹੇ ਖੁਦਗਰਜ਼ ਸਵਾਰਥੀ ਹਾਕਮਾਂ ਨੂੰ ਮੁੱਖ ਰੱਖੇ ਆਪਸੀ ਭਾਈਚਾਰਕ ਸਾਂਝ ਤੇ ਇਨਸਾਨੀਅਤ ਨੂੰ ਲੀਰੋ ਲੀਰ ਨਾ ਕਰੀਏ। ਬਹੁਤ ਸਮੇਂ ਤੋਂ ਮੈਂ ਦੇਖਦਾ ਵੀ ਸਿੱਖ ਮੁਸਲਮਾਨ ਸਾਂਝਾਂ ਜਿਹੜੀਆਂ ਹੈਗੀਆਂ ਨੇ ਉਹਨੂੰ ਹੋਰ ਮਜ਼ਬੂਤ ਕਰਨ ਲਈ ਉਪਰਾਲੇ ਕਰਦੇ ਹੋ। ਟਿੱਕਰੀ ਬਾਰਡਰ ਤੇ ਵੀ ਜਿੰਨਾ ਟਾਈਮ ਅੰਦੋਲਨ ਚੱਲਿਆ ਲੰਗਰ ਲਾਉਂਦੇ ਰਹੇ ਤੇ ਲੰਗਰ ਚੱਲਦਾ ਰਿਹਾ,
ਤੇ ਤੁਹਾਡੇ ਮਨ ਦੇ ਵਿੱਚ ਕਦੇ ਆਇਆ ਵੀ ਸਿੱਖ ਜਿਹੜੇ ਹੈਗੇ ਨੇ ਕਿਸੇ ਤਰੀਕੇ ਦੀ ਤੁਹਾਨੂੰ ਕਦੇ ਠੇਸ ਪਹੁੰਚੀ ਹੋਵੇ, ਮਨ ਨੂੰ ਨਿਰਾਸ਼ਾ ਹੋਈ ਹੋਵੇ ਵੀ ਮੈਂ ਸਿੱਖਾਂ ਲਈ ਕੰਮ ਕਰ ਰਿਹਾ, ਸਿੱਖ ਯਾਰ ਇਹ ਕਰ ਰਹੇ ਆ? ਦੇਖੋ ਬਹੁਤ ਤੁਹਾਨੂੰ ਅੱਛਾ ਸਵਾਲ ਕੀਤਾ। ਜਿਹੜਾ ਧਰਮ ਹੈ ਭੇਸ ਦਾ ਨਾਮ ਨਹੀਂ ਹੈਗਾ। ਜਿਹੜਾ ਬੰਦਾ ਸਿੱਖ ਹੋ ਕੇ ਗੁਰੂ ਗ੍ਰੰਥ ਸਾਹਿਬ ਸਿੱਖਿਆ ਨੂੰ ਨਹੀਂ ਮੰਨਦਾ, ਉਹ ਸਿੱਖ ਤਾਂ ਹੈ, ਸਿੱਖ ਤਾਂ ਘਰ 'ਚ ਪੈਦਾ ਹੋ ਗਿਆ, ਪਰ ਗੁਰੂ ਦਾ ਸਿੱਖ ਨਹੀਂ ਹੈ। ਠੀਕ ਹੈ ਨਹੀਂ? ਇਸੇ ਤਰ੍ਹਾਂ ਜਿਹੜਾ ਮੁਸਲਮਾਨ ਘਰ 'ਚ ਪੈਦਾ ਹੋ ਗਿਆ, ਮੁਸਲਮਾਨ ਤਾਂ ਹੈ, ਅਗਰ ਉਹ ਇਸਲਾਮੀ ਸਿੱਖਿਆ ਨੂੰ ਨਹੀਂ ਮੰਨਦਾ, ਸੱਚਾ ਮੁਸਲਮਾਨ ਨਹੀਂ ਹੈ। ਜੇ ਉਹ ਤਕਲੀਫ ਦਿੱਤੀ ਵੀ ਹੈ ਤਾਂ ਫਿਰ ਸਿੱਖ ਥਾ, ਹੈ ਨਾ, ਗੁਰੂ ਦਾ ਸਿੱਖ ਨਹੀਂ। ਗੁਰੂ ਦਾ ਸਿੱਖ ਤਾਂ ਦੇ ਨਹੀਂ ਸਕਦਾ, ਕਿਉਂਕਿ ਸਾਡੇ ਦੋਹਾਂ ਦੀ ਜਿਹੜੀ ਮੁੱਢਲੀ ਜੜ ਦੀ ਸਾਂਝ ਹੈ ਨਾ, ਅਕਾਲ ਪੁਰਖ ਦੀ ਏਕਤਾ ਦੀ। ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ ਏਕੋ ਹੈ, ਲਾ ਇਲਾਹਾ ਇਲੱਲਾ, ਇੱਕ ਰੱਬ ਦੀ ਗੱਲ ਕੀਤੀ ਨਾ। ਸਾਡੇ ਤਾਂ ਮੁੱਢਲੇ ਵਿਸ਼ਵਾਸ ਦੀ ਸਾਂਝ ਹੈ, ਮੁੱਢਲੇ ਅਕੀਦੇ ਦੀ ਸਾਂਝ ਹੈ। ਮੈਂ ਅਕਸਰ ਕਹਿੰਦਾ ਹੁੰਦਾ, ਇੱਕ ਜੜ 'ਚੋਂ ਇੱਕ ਤਣਾ ਨਿਕਲਿਆ, ਦੋ ਟਹਿਣੇ ਹੋ ਗਏ ਅੱਗੇ ਜਾ ਕੇ, ਉਹਦੇ ਫਰਕ ਹੀ ਹੋਇਆ, ਜੜ ਤਾਂ ਇੱਕ ਹੀ ਨਾ। ਤੇ ਫਿਰ ਸਾਨੂੰ ਦੁੱਖ ਆ ਇਸ ਚੀਜ਼ ਦਾ। ਠੀਕ ਹੈ ਨੀ? ਇੱਕ ਸਵਾਲ ਹੋਰ ਆ ਰਿਹਾ ਸੀ ਦਿਮਾਗ 'ਚ ਵੀ ਜਿਹੜੀ ਕੱਟੜਤਾ ਹੁੰਦੀ ਹੈ, ਕੱਟੜਤਾ ਬਹੁਤ ਨੁਕਸਾਨ ਕਰ ਦਿੰਦੀ ਹੈ। ਜਿਵੇਂ ਸਿੱਖਾਂ 'ਚ ਵੀ ਹੋ ਸਕਦੀ ਹੈ, ਮੁਸਲਮਾਨਾਂ 'ਚ ਵੀ ਕੱਟੜਤਾ ਹੋ ਸਕਦੀ ਹੈ। ਜਿਹੜੇ ਕੱਟੜ ਮੁਸਲਮਾਨ ਹੋਣਗੇ ਤੁਹਾਡੀ ਉਹ ਸਾਂਝ ਤੋਂ ਕਿਤੇ ਨਾ ਕਿਤੇ ਖਫਾ ਹੋਣਗੇ। ਨਹੀਂ, ਅਸਲ ਕੱਟੜ ਦੀ ਪਰਿਭਾਸ਼ਾ ਹੀ ਗਲਤ ਹੈ। ਕੱਟੜ ਉਹ ਹੁੰਦਾ ਜਿਹੜਾ ਧਰਮ ਨੂੰ ਪੂਰੀ ਤਰ੍ਹਾਂ ਜਾਣਦਾ ਹੈ। ਇਹ ਉਹ ਲੋਕ ਨੇ ਜਿਹੜੇ ਨੀਮ ਹਕੀਮ ਖਤਰਾ ਹੈ ਜਾਨ, ਨੀਮ ਮੁੱਲਾ ਖਤਰਾ ਇਮਾਨ। ਜਿਵੇਂ ਅਧੂਰਾ ਡਾਕਟਰ ਜਾਨ ਲਈ ਖਤਰਾ ਹੈ ਨਾ, ਉਸ ਤਰ੍ਹਾਂ ਹੀ ਮੁੱਲਾ ਗਿਆਨੀ, ਅਧੂਰਾ ਜਿਹੜਾ ਗਿਆਨੀ ਉਹ ਇਮਾਨ ਲਈ ਖਤਰਾ ਹੈ। ਇਹ ਉਹ ਲੋਕ ਨੇ ਜਿਹਨਾਂ ਨੂੰ ਧਰਮ ਦੇ ਬਾਰੇ ਜਾਣਦੇ ਨਹੀਂ ਹੈਗੇ, ਕਿਉਂਕਿ ਧਰਮ ਜੋੜਦਾ ਹੁੰਦਾ, ਤੋੜਦਾ ਨਹੀਂ ਹੁੰਦਾ। ਧਰਮ ਪਿਆਰ ਸਿਖਾਉਂਦਾ, ਨਫ਼ਰਤ ਨਹੀਂ ਸਿਖਾਉਂਦਾ। ਜੇ ਕੋਈ ਚੀਜ਼ ਸਾਡੀ ਤੋੜ ਪੈਦਾ ਕਰ ਰਹੀ ਹੈ, ਨਫ਼ਰਤ ਪਾ ਰਹੀ ਹੈ, ਤਾਂ ਉਹ ਧਰਮ ਨਹੀਂ ਹੈ, ਅਧਰਮ ਹੈ, ਅਧਰਮ ਹੈ, ਅਧਰਮ ਹੈ, ਧਰਮ ਦੇ ਭੇਸ 'ਚ ਹੈ। ਫਿਰ ਉਸ ਤੋਂ ਨਫ਼ਰਤ ਕਾਹਦੀ, ਉਸ ਤੋਂ ਦੁੱਖ ਕਾਹਦਾ? ਉਹ ਤਾਂ ਹੈ ਹੀ ਨਹੀਂ ਧਰਮੀ। ਜਿਹੜਾ ਬੰਦਾ ਇਨਸਾਨ ਹੀ ਨਹੀਂ ਬਣਿਆ, ਉਹ ਧਾਰਮਿਕ ਕਿਵੇਂ ਹੋ ਸਕਦਾ? ਮੈਂ ਅਕਸਰ ਕਹਿਣਾ ਹੁੰਦਾ, ਇੱਕ ਬੰਦਾ ਕਹੇ BA ਪਾਸ ਕੀਤੇ ਬਿਨਾਂ ਹੀ ਕਿ ਮੈਂ MA ਪਾਸ ਹਾਂ, ਆਪਾਂ ਉਹਨੂੰ ਕੀ ਕਹਾਂਗੇ? MA ਪਾਸ ਆ, MA। ਇਸੇ ਤਰ੍ਹਾਂ ਹੀ ਜਿਹੜਾ ਇਨਸਾਨ ਬਣੇ ਬਿਨਾਂ ਧਾਰਮਿਕ ਹੋਣ ਦਾ ਦਾਅਵਾ ਕਰਦਾ, ਉਹ ਐਵੇਂ ਦਾ ਧਾਰਮਿਕ ਹੈ, ਦੁਖੀ ਨੇ। ਕਿਉਂਕਿ ਧਰਮ ਤਨ ਦਾ ਵਿਸ਼ਾ ਹੈ ਹੀ ਨਹੀਂ, ਪਹਿਰਾਵੇ ਦਾ ਨਾਮ ਹੈ ਹੀ ਨਹੀਂ, ਹੈ ਨਾ, ਭੇਸ ਦਾ ਨਾਮ ਹੈ ਹੀ ਨਹੀਂ। ਧਰਮ ਤਾਂ ਮਨ ਦਾ ਵਿਸ਼ਾ ਹੈ, ਸੋਚ ਦਾ। ਜਿਹਦੀ ਸੋਚ ਹੀ ਨਹੀਂ ਬਦਲੀ, ਮਨ ਹੀ ਨਹੀਂ ਬਦਲਿਆ, ਉਹ ਧਾਰਮਿਕ ਹੋਇਆ ਹੀ ਨਹੀਂ। ਫਿਰ ਉਸ 'ਤੇ ਦੁੱਖ ਐਸਾ, ਉਹ ਧਾਰਮਿਕ ਹੀ ਨਹੀਂ ਹੈ। ਹਾਂ ਦਾ ਨਾਰਾ ਧਰਤੀ ਤੋਂ ਆਏ, ਸ਼ਹੀਦਾਂ ਦੀ ਧਰਤੀ ਤੇ, ਸ਼ਹੀਦਾਂ ਦੀ ਧਰਤੀ ਤੇ ਆਏ। ਕੀ ਮੈਸੇਜ ਦਿੰਦੇ ਹੋ ਸਿੱਖਾਂ ਨੂੰ, ਮੁਸਲਮਾਨ ਭਾਈਚਾਰੇ ਨੂੰ, ਜਾਂ ਪੂਰੀ ਕਮਿਊਨਿਟੀ ਨੂੰ ਕੀ ਮੈਸੇਜ ਦਿੰਦੇ? ਮੈਂ ਤਾਂ ਇੱਕ ਸ਼ੇਰ ਹੈ, ਉਹ ਉਰਦੂ ਦਾ ਸ਼ੇਰ ਸੁਣਾਉਣਾ। ਉਨਕਾ ਜੋ ਕੰਮ ਹੈ ਉਹ ਅਹਿਲੇ ਸਿਆਸਤ ਜਾਣੇ। ਸਾਡੇ ਤੁਸੀਂ ਪੂਰਾ ਇਤਿਹਾਸ ਚੱਕ ਲਓ, ਹਾਕਮਾਂ ਨੂੰ ਛੱਡ ਕੇ ਤੁਸੀਂ ਇੱਕ ਉਦਾਹਰਨ ਦੇ ਸਕਦੇ ਕਿਸੇ ਮੁਸਲਮਾਨ ਨੇ ਕਿਸੇ ਗੁਰੂ ਸਾਹਿਬ ਨਾਲ ਦਗਾ ਕੀਤਾ ਹੋਵੇ। ਇਤਿਹਾਸ ਗਵਾਹ ਹੈ ਨਾ। ਇਹ ਹਾਕਮ ਲੋਕ ਨੇ, ਇਹਨਾਂ ਨੇ ਆਪਣੀ ਹਕੂਮਤ ਕਰਨੀ ਡੰਡੇ ਨਾਲ। ਉਹ ਚਾਹੇ ਧਰਮ ਦੀ ਗੱਲ ਕਰਨ, ਚਾਹੇ ਕੌਮ ਦੀ ਗੱਲ ਕਰਨ, ਚਾਹੇ ਭਾਸ਼ਾ ਦੀ ਗੱਲ ਕਰਨ, ਉਹਨਾਂ ਦਾ ਆਪਣੀ ਹਕੂਮਤ ਕਰਨੀ ਹੁੰਦੀ ਹੈ। ਇਸ ਲਈ ਉਨਕਾ ਜੋ ਕੰਮ ਹੈ ਉਹ ਅਹਿਲੇ ਸਿਆਸਤ ਜਾਣੇ। ਮੇਰਾ ਪੈਗਾਮ ਮੁਹੱਬਤ ਹੈ ਜਹਾਂ ਤੱਕ ਪਹੁੰਚੇ। ਮੁਹੱਬਤ ਦਾ ਪੈਗਾਮ ਲੈ ਕੇ ਆਏ ਹਾਂ, ਮੁਹੱਬਤ ਦਾ ਪੈਗਾਮ ਵੰਡਦੇ ਰਹਾਂਗੇ, ਮੁਹੱਬਤ ਦਾ ਪੈਗਾਮ ਵੰਡਦੇ ਆ ਰਹੇ ਹਾਂ। ਠੀਕ ਹੈ, ਧੰਨਵਾਦ ਜੀ, ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਜੀ, ਸ਼ੁਕਰੀਆ। ਸੋ ਇਸੇ ਕਿ ਡਾਕਟਰ ਨਸ਼ੀਰ ਅਖਤਰ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਹੈ। ਸਿੱਖ ਮੁਸਲਿਮ ਸਾਂਝਾ ਇਹਨਾਂ ਦੀ ਸੰਸਥਾ ਹੈਗੀ ਹੈ। ਹਾਂ ਦਾ ਨਾਰਾ ਦੇ ਨਾਂ ਤੇ ਲੰਗਰ ਜਿਹੜਾ ਉਹਨਾਂ ਨੇ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਉਹਨਾਂ ਸ਼ਹੀਦਾਂ ਨੂੰ ਸਮਰਪਿਤ ਲੰਗਰ ਲਾਇਆ ਤੇ ਮਿੱਠੇ ਚੌਲਾਂ ਦਾ ਲੰਗਰ ਲਾਇਆ। ਲੰਗਰ ਲਾਉਣ ਦਾ ਮਕਸਦ ਇਹ ਹੈ ਮਿੱਠੇ ਚੌਲਾਂ ਦਾ ਕਿ ਜਿਹੜੀ ਸਾਂਝ ਹੈਗੀ ਹੈ ਸਿੱਖ ਮੁਸਲਿਮ ਦੀ, ਉਹਦੇ ਵਿੱਚ ਮਿਠਾਸ ਜਿਹੜੀ ਹੈ ਬਣੀ ਰਹੇ। ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸੋ। ਤੇ ਮੈਨੂੰ ਦਿਓ ਇਜਾਜ਼ਤ, ਕੈਮਰਾਮੈਨ ਪ੍ਰਭਜੋਤ ਦੇ ਨਾਲ ਜਗਜੀਤ ਸਿੰਘ ਪੰਜੋਲੀ, ਧੰਨਵਾਦ। ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀ ਆਸਤਾਨਾ। ਇੱਕ ਬਾਬਾ ਆਕਾਰ ਰੂਪ, ਦੂਜਾ ਬਾਬੇ ਮਰਦਾਨਾ। ਇਹ ਸਾਂਝ ਤਾਂ ਸਾਡੀ ਸ਼ੁਰੂ ਤੋਂ ਚੱਲੀ ਆ ਰਹੀ ਹੈ। ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਨੂੰ ਗੁੜਤੀ ਹੋਈ ਇੱਕ ਮੁਸਲਮਾਨ ਦਾਈ ਦੌਲਤ ਨੇ ਦਿੱਤੀ ਸੀ। ਸੰਸਾਰ 'ਚ ਆਉਣ ਤੋਂ ਬਾਅਦ ਗੁਰੂ ਸਾਹਿਬ ਦੇ ਸਰੀਰ 'ਚ ਜੇ ਕੋਈ ਪਹਿਲੀ ਚੀਜ਼ ਗਈ ਹੈ ਉਹਨਾਂ ਦੇ ਮਾਤਾ ਦੇ ਦੁੱਧ ਤੋਂ ਵੀ ਪਹਿਲਾਂ, ਤਾਂ ਉਹ ਇੱਕ ਮੁਸਲਮਾਨ ਦਾਈ ਦੌਲਤਾਂ ਵੱਲੋਂ ਦਿੱਤੀ ਗੁੜਤੀ ਸੀ। ਇਹ ਸਾਡੀ ਸਰੀਰਕ ਸਾਂਝ ਹੈ, ਉਹ ਸਾਡੀ ਰੂਹਾਨੀ ਸਾਂਝ ਸੀ, ਇਹ ਸਰੀਰਕ ਸਾਂਝ ਹੈ। ਤੂੰ ਐਂ ਕਰ, ਮੈਨੂੰ ਆਪਣਾ ਪੁੱਤਰ ਦੇ ਦੇ। ਬੀਬੀ ਤੂੰ ਐਂ ਕਰ, ਮੈਨੂੰ ਆਪਣਾ ਪੁੱਤਰ ਦੇ ਦੇ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਨੇ ਬਾਲ ਅਵਸਥਾ ਅੰਦਰ ਹੀ ਭਾਈ ਮਰਦਾਨੇ ਦੀ ਮਾਤਾ ਤੋਂ ਭਾਈ ਮਰਦਾਨੇ ਨੂੰ ਆਪਣੇ ਲਈ ਮੰਗ ਕੇ ਸਿੱਖ ਮੁਸਲਮਾਨ ਸਾਂਝ ਦੀ ਨੀਂਹ ਰੱਖ ਦਿੱਤੀ ਸੀ। ਆਪਣੀ ਜਿੱਤੇ ਅੜਿਆ ਰਿਹਾ ਤਾਂ ਨਵਾਬ ਮੇਰਕੁਲਾ ਇਹ ਕਹਿੰਦਾ ਹੋਇਆ ਵਾਕਆਊਟ ਕਰ ਗਿਆ ਕਿ ਜਿੱਥੇ ਮਜ਼ਲੂਮਾਂ ਤੇ ਮਾਸੂਮਾਂ ਤੇ ਜ਼ੁਲਮ ਹੁੰਦਾ ਹੈ ਉੱਥੇ ਰੱਬ ਦਾ ਕਹਿਰ ਨਾਜ਼ਲ ਹੁੰਦਾ ਹੈ। ਹੁਣ ਇੱਥੇ ਰੱਬ ਦਾ ਕਹਿਰ ਨਾਜ਼ਲ ਹੋਊਗਾ।
ਕਈ ਸਾਲ ਹੋ ਗਏ ਅਸੀਂ ਆਉਂਦੇ ਨੂੰ, ਔਰ ਹਰ ਸਾਲ ਅਸੀਂ ਲੰਗਰ ਲਾਉਣੇ ਮਿੱਠੇ ਚਾਵਲਾਂ ਦਾ। ਇਹਨਾਂ ਮਿੱਠੇ ਚਾਵਲਾਂ ਦੇ ਰਾਹੀਂ ਅਸੀਂ ਮਿਠਿਆਸ ਵੰਡਣ ਦੀ ਕੋਸ਼ਿਸ਼ ਕਰਦੇ ਹਾਂ ਸੰਗਤ 'ਚ। ਤੇ ਨਵਾਬ ਸ਼ੇਰ ਮੁਹੰਮਦ ਖਾਨ ਨੇ ਤਾਂ ਕਿਹਾ ਸੀ ਉਸ ਵੇਲੇ ਜਦੋਂ ਉਹਨੇ ਕਿਹਾ ਵੀ ਤੂੰ ਆਪਣੇ ਭਾਈ ਦਾ ਬਦਲਾ ਲੈ ਲੈ, बदला ही लेना होगा तो हम लेंगे बाप से, महफूज रखे खुदा हमको ऐसे पाप से। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਦਾ ਅਨਮਿਊਟ। ਮੈਂ ਜਗਜੀਤ ਸਿੰਘ ਪੰਜੋਲੀ ਇਸ ਵਕਤ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਮੌਜੂਦ ਹਾਂ ਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਜਿੱਥੇ ਸੰਗਤਾਂ ਜਿਹੜੀਆਂ ਨੇ ਦੂਰ ਦਰਾਡੇ ਤੋਂ ਪਹੁੰਚ ਰਹੀਆਂ ਨੇ, ਉੱਥੇ ਹੀ ਮਲੇਰਕੋਟਲਾ ਤੋਂ ਇੱਕ ਸੰਸਥਾ ਜਿਹੜੀ ਹੈ ਮੁਸਲਮਾਨ ਭਾਈਚਾਰੇ ਦੀ ਸੰਸਥਾ ਸਿੱਖ ਮੁਸਲਿਮ ਸਾਂਝਾ ਚੇਚੇ ਤੌਰ ਤੇ ਪਹੁੰਚੀ ਹੈ। ਸਿੱਖਾਂ ਤੇ ਮੁਸਲਮਾਨਾਂ ਦੀ ਸਾਂਝ ਜਿਹੜੀ ਹੈ ਉਹ ਬੜੀ ਡੂੰਘੀ ਗੂੜੀ ਸਾਂਝ ਵੀ ਰਹੀ ਹੈ। ਹਾਲਾਂਕਿ ਇਹ ਪ੍ਰਚਾਰਿਆ ਜਾਂਦਾ ਹੈ ਕਿ ਸਿੱਖ ਤੇ ਮੁਸਲਮਾਨ ਹਮੇਸ਼ਾ ਲੜਦੇ ਰਹੇ ਹੈ, ਪਰ ਸਿੱਖਾਂ ਤੇ ਮੁਸਲਮਾਨਾਂ ਦੀਆਂ ਸਾਂਝਾਂ ਇਤਿਹਾਸ ਦੇ ਵਿੱਚ ਬਹੁਤ ਗੂੜੀਆਂ ਤੇ ਡੂੰਘੀਆਂ ਨੇ, ਜਿਨ੍ਹਾਂ ਤੋਂ ਬਹੁਤ ਵੱਡੀਆਂ ਵੱਡੀਆਂ ਸੇਧਾਂ ਤੇ ਮੁਸਲਮਾਨ ਭਾਈਚਾਰੇ ਦਾ ਬਹੁਤ ਵੱਡਾ ਯੋਗਦਾਨ ਵੀ ਰਿਹਾ ਹੈ ਸਿੱਖਾਂ ਦੇ ਇਸ ਇਤਿਹਾਸ ਦੇ ਵਿੱਚ। ਸੋ ਅੱਜ ਅਸੀਂ ਇੱਕ ਲੰਗਰ ਦੇ ਵਿੱਚ ਪਹੁੰਚੇ ਹਾਂ ਜਿਹਦਾ ਨਾਂ ਹੈਗਾ ਹਾਂ ਦਾ ਨਾਰਾ ਲੰਗਰ। ਉਹ ਲੰਗਰ ਲਾਉਣ ਦਾ ਮਕਸਦ ਕੀ ਸੀ ਤੇ ਨਵਾਬ ਮਲੇਰਕੋਟਲੇ ਦਾ ਨਾਂ ਤਾਂ ਤੁਸੀਂ ਸੁਣਿਆ ਹੀ ਹੈ ਤੇ ਉਹਨਾਂ ਨੇ ਲੰਗਰ ਵੀ ਉਹਦੇ ਨਾਂ ਤੇ ਲਾਇਆ। ਗੱਲਬਾਤ ਕਰਾਂਗੇ। ਸਾਡੇ ਨਾਲ ਡਾਕਟਰ ਨਸ਼ੀਰ ਅਖਤਰ ਮੌਜੂਦ ਨੇ ਜਿਨ੍ਹਾਂ ਨੇ ਮੁਸਲਿਮ ਸਾਂਝਾ ਸੰਸਥਾ ਦੇ ਜਿਹੜੇ ਆਗੂ ਹੈਗੇ ਆ। ਗੱਲਬਾਤ ਕਰਦੇ ਆ। ਸਭ ਤੋਂ ਪਹਿਲਾਂ ਤਾਂ ਤੁਹਾਡਾ ਦਾ ਅਨਮਿਊਟ ਤੇ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਜੀ। ਮੈਂ ਤੁਹਾਡਾ ਤੇ ਤੁਹਾਡੇ ਚੈਨਲ ਦਾ, ਤੁਹਾਡੀ ਟੀਮ ਦਾ ਧੰਨਵਾਦੀ ਹਾਂ ਕਿ ਤੁਸੀਂ ਆਪਣੇ ਚੈਨਲ ਦੇ ਰਾਹੀਂ ਮੈਨੂੰ ਦਰਸ਼ਕਾਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਬਹੁਤ ਬਹੁਤ ਸ਼ੁਕਰੀਆ। ਤੁਹਾਡੇ ਦਿਮਾਗ 'ਚ ਫੁਰਨਾ ਕਿਵੇਂ ਫਿਰਿਆ ਕਿ ਸਾਨੂੰ ਇਸ ਤਰ੍ਹਾਂ ਦੇ ਉਪਰਾਲੇ ਜਿਹੜੇ ਨੇ ਕਰਨੇ ਚਾਹੀਦੇ ਆ, ਵੀ ਜਿਹੜੀ ਸਾਡੀ ਸਾਂਝ ਹੈ ਬੜੀ ਗੂੜੀ ਸਾਂਝ ਹੈ, ਇਹਨੂੰ ਦਰਸਾਉਣ ਲਈ ਤੁਸੀਂ ਕੀ ਉਪਰਾਲੇ ਕੀਤੇ ਤੇ ਜਿਹੜਾ ਦਿਮਾਗ ਦੇ ਵਿੱਚ ਸ਼ੁਰੂ ਦੇ ਵਿੱਚ ਫੁਰਨਾ ਆਇਆ ਉਹ ਕਿਵੇਂ ਤੇ ਕਦੋਂ ਆਇਆ? ਸਾਰੀਆਂ ਤਾਰੀਫਾਂ, ਸਾਰੀਆਂ ਵਡਿਆਈਆਂ ਉਸ ਰੱਬ ਲਈ ਨੇ ਜਿਹੜਾ ਸਾਰੇ ਜੱਗ ਦਾ ਸਾਜਨਹਾਰ ਤੇ ਪਾਲਣਹਾਰ ਹੈ। ਉਸ ਇੱਕ ਰੱਬ ਨੂੰ ਹੀ ਵੱਖ-ਵੱਖ ਭਾਸ਼ਾਵਾਂ ਵਿੱਚ ਅੱਲਾ, ਅਕਾਲ ਪੁਰਖ, ਪ੍ਰਭੂ, ਪਰਮਾਤਮਾ, ਲਾਰਡ ਗੋਡ ਆਦਿ ਨਾਮਾਂ ਦੁਆਰਾ ਯਾਦ ਕੀਤਾ ਜਾਂਦਾ ਹੈ। ਵਾਰਾਂ ਭਾਈ ਗੁਰਦਾਸ, ਵਾਰ ਪਹਿਲੀ ਪੌੜੀ 35 'ਚ ਭਾਈ ਗੁਰਦਾਸ ਦਾ ਇੱਕ ਸ਼ਲੋਕ ਹੈ। ਬਾਬਾ ਗਿਆ ਬਗਦਾਦ ਨੂੰ ਬਾਹਰ ਜਾਏ ਕੀ ਆਸਤਾਨਾ, ਇੱਕ ਬਾਬਾ ਆਕਾਰ ਰੂਪ, ਦੂਜਾ ਬਾਬੀ ਮਰਦਾਨਾ। ਇਹ ਸਾਂਝ ਤਾਂ ਸਾਡੀ ਸ਼ੁਰੂ ਤੋਂ ਚੱਲੀ ਆ ਰਹੀ ਹੈ ਤੇ ਜਿਸ ਦੀ ਗਵਾਹੀ ਭਾਈ ਗੁਰਦਾਸ ਨੇ ਦਿੱਤੀ ਹੈ। ਤੇ ਜੇ ਅਸੀਂ ਪਿਛੋਕੜ ਚਲੇ ਜਾਈਏ, ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਹਲੇ ਜਦੋਂ ਸਿੱਖੀ ਦੇ ਬਾਨੀ, ਸਿੱਖੀ ਦੇ ਮੋਢੀ ਪਹਿਲੀ ਪਾਤਸ਼ਾਹੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਇਸ ਸੰਸਾਰ ਵਿੱਚ ਉਹਨਾਂ ਦਾ ਆਗਮਨ ਵੀ ਨਹੀਂ ਹੋਇਆ ਸੀ ਤੇ ਸਿੱਖੀ ਦੀ ਹੋਂਦ ਵੀ ਨਹੀਂ ਹੋਈ ਸੀ, ਤਾਂ ਇੱਕ ਮੁਸਲਮਾਨ ਫਕੀਰ ਗੁਰੂ ਸਾਹਿਬ ਦੇ ਪਿਤਾ ਜੀ ਨੂੰ ਗੁਰੂ ਸਾਹਿਬ ਦੇ ਆਗਮਨ ਦੀ ਬਸ਼ਾਰਤ ਦਿੰਦਾ। ਪਹਿਲੇ ਰਸਾਲਾ ਸੰਤ ਸਿਪਾਹੀ ਅੰਮ੍ਰਿਤਸਰ ਨਵੰਬਰ 1956 ਦਰਜ ਹੈ। ਇਹ ਤੋਂ ਲੱਗਦਾ ਕਿ ਸਾਡੀਆਂ ਸਾਂਝਾਂ ਤਾਂ ਕੁਦਰਤ ਵੱਲੋਂ ਹੀ ਕਾਇਮ ਕਰ ਦਿੱਤੀਆਂ ਗਈਆਂ ਸੀ। ਇਸੇ ਕਰਕੇ ਇੱਕ ਮੁਸਲਮਾਨ ਫਕੀਰ ਉਹ ਬਸ਼ਾਰਤ ਦੇ ਰਿਹਾ ਗੁਰੂ ਸਾਹਿਬ ਨੂੰ। ਫਿਰ ਜਦੋਂ ਜਿਸ ਰਾਤ ਗੁਰੂ ਸਾਹਿਬ ਦਾ ਆਗਮਨ ਹੁੰਦਾ ਤਾਂ ਰਾਏ ਬਲਾਲ ਮੁਹੰਮਦ ਪੱਟੀ ਜਿਹੜਾ ਰਾਏ ਭੋਜ ਦੇ ਤਲਵੰਡੀ ਦਾ ਉਸ ਵਕਤ ਰਾਜਾ ਸੀ, ਉਹ ਇੱਕ ਸੁਪਨਾ ਵੇਖ ਰਿਹਾ ਹੈ ਜਿਸ ਨੂੰ ਪ੍ਰੋਫੈਸਰ ਮੋਹਨ ਸਿੰਘ ਸਿੱਖ ਵਿਦਵਾਨ ਤੇ ਕਵੀ ਨਾਨਕ ਪ੍ਰਕਾਸ਼ ਪੱਤਰਕਾ ਮਾਰਚ 1969 ਵਿੱਚ ਦੱਸਦੇ ਨੇ ਕਿ ਜਦੋਂ ਗੁਰੂ ਸਾਹਿਬ ਦਾ ਆਗਮਨ ਹੋ ਰਿਹਾ, ਠੀਕ ਉਸ ਤੋਂ ਪਹਿਲਾਂ ਰਾਏ ਬਲਾਲ ਮੁਹੰਮਦ ਪੱਟੀ ਇਹ ਸੁਪਨਾ ਵੇਖ ਰਿਹਾ ਕਿ ਤਲਵੰਡੀ ਵਿਖੇ ਇੱਕ ਨੂਰ ਦਾ ਦਰਿਆ ਵਗੇਗਾ ਜੋ ਲੋਕਾਂ ਦੇ ਵਿਰਾਨ ਪਏ ਮਨਾਂ ਨੂੰ, ਵਿਰਾਨ ਪਏ ਦਿਲਾਂ ਨੂੰ ਰੱਬੀ ਨੂਰ ਨਾਲ ਰੋਸ਼ਨ ਕਰੇਗਾ। ਉਸੇ ਟਾਈਮ ਉਸੇ ਹੀ ਪਲ ਜਨਮਿਆ ਕਾਲੂ ਦੇ ਘਰ ਬਾਲ, ਮਾਤਾ ਤਿਰਪਤਾ ਹੋ ਗਈ ਤੱਕਨਸਾਰ ਨਿਹਾਲ, ਲਾਇਆ ਦਾਈ ਦੌਲਤਾਂ ਚੁੱਕ ਲੇਜੇ ਨਾਲ, ਕੋਸੇ ਪਾਣੀ ਨਾਲ ਫਿਰ ਦਿੱਤਾ ਤੁਰਤ ਨਿਹਾਲ, ਪੱਟ ਦੇ ਵਿੱਚ ਲਪੇਟਿਆ ਕੀਤੀ ਤੁਰਤ ਸੰਭਾਲ, ਫਿਰ ਬਿਸਮਿਲ੍ਲਾ ਆਖੇ ਦਿੱਤਾ ਸ਼ਹਿਦ ਚਟਾਲ। ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਨੂੰ ਗੁੜਤੀ ਹੋਈ ਇੱਕ ਮੁਸਲਮਾਨ ਦਾਈ ਦੌਲਤਾਂ ਨੇ ਦਿੱਤੀ ਸੀ। ਸੰਸਾਰ 'ਚ ਆਉਣ ਤੋਂ ਬਾਅਦ ਗੁਰੂ ਸਾਹਿਬ ਦੇ ਸਰੀਰ 'ਚ ਜੇ ਕੋਈ ਪਹਿਲੀ ਚੀਜ਼ ਗਈ ਹੈ ਉਹਨਾਂ ਦੇ ਮਾਤਾ ਦੇ ਦੁੱਧ ਤੋਂ ਵੀ ਪਹਿਲਾਂ, ਤਾਂ ਉਹ ਇੱਕ ਮੁਸਲਮਾਨ ਦਾਈ ਦੌਲਤਾਂ ਵੱਲੋਂ ਦਿੱਤੀ ਗੁੜਤੀ ਸੀ। ਇਹ ਸਾਡੀ ਸਰੀਰਕ ਸਾਂਝ ਹੈ, ਉਹ ਸਾਡੀ ਰੂਹਾਨੀ ਸਾਂਝ ਸੀ, ਇਹ ਸਰੀਰਕ ਸਾਂਝ ਹੈ। ਤੇ ਜਦੋਂ ਇਤਿਹਾਸ ਦੱਸਦਾ ਵੀ ਜਦੋਂ ਦੌਲਤਾਂ ਦਾਈ ਗੁਰੂ ਸਾਹਿਬ ਨੂੰ ਨਹਾਉਣ ਤੋਂ ਆਉਣ ਜਾਂ ਉਹਨਾਂ ਦੀ ਮਾਲਿਸ਼ ਵਗੈਰਾ ਕਰਨ ਲਈ ਬੇਬੇ ਮਾਤਾ ਤ੍ਰਿਪਤਾ ਕੋਲ ਜਾਂਦੀ ਸੀ ਤਾਂ ਭਾਈ ਮਰਦਾਨੇ ਨੂੰ ਨਾਲ ਲੈ ਜਾਂਦੀ ਸੀ, ਕਿਉਂਕਿ ਭਾਈ ਮਰਦਾਨੇ ਦੀ ਮਾਸੀ ਲੱਗਦੀ ਸੀ ਰਿਸ਼ਤੇ 'ਚ, ਕਿਉਂਕਿ ਦੌਲਤਾਂ ਦਾਈ ਮਨਾਖੀ ਸੀ। ਇਸ ਲਈ ਜਦੋਂ ਵੀ ਉਹ ਨਾਲ ਲੈ ਕੇ ਜਾਂਦੀ ਸੀ ਤਾਂ ਉਦੋਂ ਬਾਅਦ ਜਦੋਂ ਗੁਰੂ ਸਾਹਿਬ ਹੱਥਾਂ 'ਚ ਆਉਣ ਜੋਗੇ ਹੋ ਗਏ, ਗੋਦੀ ਚੁੱਕਣ ਜੋਗੇ ਹੋ ਗਏ, ਤਾਂ ਇਤਿਹਾਸ ਦੱਸਦਾ ਹੈ ਗੁਰੂ ਸਾਹਿਬਾਨ ਦੇ ਮੁਸਲਮਾਨ ਮੁਰੀਦ ਪੰਨਾ ਨੰਬਰ 34 ਤੇ 38 ਤੇ ਹੈ, ਗੱਜਣ ਸਿੰਘ ਸੁਖਵਿੰਦਰ ਗੱਜਣ ਸਿੰਘ ਦੀ ਕਿਤਾਬ ਹੈ।
ਗੱਜਣਵਾਲਾ ਸੁਖਵਿੰਦਰ ਸਿੰਘ ਜੀ, ਉਹਨਾਂ ਦੀ ਕਿਤਾਬ ਹੈ, ਉਹ ਲਿਖਦੇ ਨੇ ਕਿ ਭਾਈ ਮਰਦਾਨਾ ਜਿਹੜਾ 10 ਸਾਲ ਬੜਾ ਸੀ ਗੁਰੂ ਸਾਹਿਬ ਤੋਂ, ਬੇਬੇ ਨਾਨਕੀ ਤੋਂ ਗੁਰੂ ਸਾਹਿਬ ਨੂੰ ਫੜ ਲੈਂਦਾ ਤੇ ਗੋਦੀ ਚੁੱਕ ਕੇ ਗਲੀਆਂ 'ਚ ਤੁਰਦਾ ਫਿਰਦਾ ਕਰਾਉਂਦਾ ਰਹਿੰਦਾ ਹੈ ਨਾ। ਇੱਕ ਵਾਰ ਜਦੋਂ ਭਾਈ ਮਰਦਾਨੇ ਦੀ ਮਾਤਾ, ਜਿਸ ਦਾ ਨਾਮ ਲੱਖੋ ਬੀਬੀ ਸੀ, ਪੈਸੇ ਕਰਨੀ ਤੰਗ ਸੀ, ਉਹ ਭਾਈ ਮਰਦਾਨੇ ਨੂੰ ਆਖ ਰਹੀ ਸੀ ਕਿਸੇ ਕੋਠਾ ਕਿਸੇ ਪੱਲਾ ਮੈਨੂੰ ਆਸ ਤੇਰੀ ਅੱਲਾ, ਕਿਉਂਕਿ ਇਹ ਡੂਮ ਬਰਾਦਰੀ ਦਾ ਤਾਲੁਕ ਰੱਖਦੇ ਤੇ ਇਹ ਗੱਲ ਨੂੰ ਗਾ ਕੇ ਕਹਿੰਦੇ ਨੇ। ਤਾਂ ਨੇੜੇ ਹੀ ਗੁਰੂ ਸਾਹਿਬ ਬਾਲ ਅਵਸਥਾ ਅੰਦਰ ਆਪਣੇ ਸੰਗੀ ਜਵਾਕਾਂ ਨਾਲ ਖੇਡ ਰਿਹਾ ਸੀ। ਜਦੋਂ ਗੁਰੂ ਸਾਹਿਬ ਨੇ ਭਾਈ ਮਰਦਾਨੇ ਦੀ ਮਾਤਾ ਦੇ ਮੂੰਹ ਤੋਂ ਇਹ ਬੋਲ ਸੁਣੇ ਨਾ, ਮੁਖ ਤੋਂ, ਤਾਂ ਉਸ ਨੂੰ ਆਖਿਆ ਵਾਹ, ਅਸੀਂ ਵੀ ਅੱਲਾ ਦਾ ਆਸਰਾ ਹੀ ਤੱਕਦੇ ਹਾਂ ਤੇ ਤੁਹਾਡਾ ਆਸਰਾ ਵੀ ਅੱਲਾ ਹੀ ਹੈ, ਸਾਨੂੰ ਤਾਂ ਅੱਲਾ ਵਾਲਿਆਂ ਦੀ ਬਹੁਤ ਲੋੜ ਹੈ। ਬੀਬੀ ਤੂੰ ਐਂ ਕਰ, ਮੈਨੂੰ ਆਪਣਾ ਪੁੱਤਰ ਦੇ ਦੇ, ਬੀਬੀ ਤੂੰ ਐਂ ਕਰ, ਮੈਨੂੰ ਆਪਣਾ ਪੁੱਤਰ ਦੇ ਦੇ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਨੇ ਬਾਲ ਅਵਸਥਾ ਅੰਦਰ ਹੀ ਭਾਈ ਮਰਦਾਨੇ ਦੀ ਮਾਤਾ ਤੋਂ ਭਾਈ ਮਰਦਾਨੇ ਨੂੰ ਆਪਣੇ ਲਈ ਮੰਗ ਕੇ ਸਿੱਖ ਮੁਸਲਮਾਨ ਸਾਂਝ ਦੀ ਨੀਂਹ ਰੱਖ ਦਿੱਤੀ ਸੀ, ਹੈ ਨਾ। ਫਿਰ ਉਹ ਇਤਿਹਾਸ ਜਾਣਦਾ ਵੀ ਜਦੋਂ ਚੌਥੀ ਉਦਾਸੀ 'ਚ ਗੁਰੂ ਸਾਹਿਬ ਤੇ ਭਾਈ ਮਰਦਾਨਾ ਅਫਗਾਨਿਸਤਾਨ ਵਿੱਚੋਂ ਲੰਘ ਰਹੇ ਤੇ ਉਹ ਖੁਰਮ ਦਰਿਆ ਦਾ ਕੰਢੇ ਤੇ ਭਾਈ ਮਰਦਾਨੇ ਦਾ ਆਖਰੀ ਸਮਾਂ ਆ ਜਾਂਦਾ ਤੇ ਭਾਈ ਮਰਦਾਨੇ ਦਾ ਜਿਹੜਾ ਅਕਾਲ ਚਲਾਣਾ ਹੁੰਦਾ ਉਹ ਗੁਰੂ ਸਾਹਿਬ ਦੀ ਗੋਦ 'ਚ ਹੁੰਦਾ। ਬੋਲ ਮਰਦਾਨਾ ਕਿਤਾਬ ਹੈ 299 300 ਨੰਬਰ ਤੇ ਜਸਵੀਰ ਮੰਡ ਜੀ ਲਿਖਦੇ ਨੇ ਕਿ ਗੁਰੂ ਸਾਹਿਬ ਦੀ ਗੋਦ 'ਚ ਭਾਈ ਮਰਦਾਨੇ ਦਾ ਸਿਰ ਹੈ ਤੇ ਗੁਰੂ ਸਾਹਿਬ ਦੀ ਦੇਖਦੇ ਨੇ, ਉਹਨਾਂ ਦੇ ਅੱਖਾਂ 'ਚ ਹੰਝੂ ਆਉਂਦੇ ਨੇ ਤੇ ਭਾਈ ਮਰਦਾਨਾ ਕੀ ਦੇਖਦਾ ਕਿ ਜ਼ਿੰਦਗੀ 'ਚ ਪਹਿਲੀ ਵਾਰ ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਦੇ ਅੱਖਾਂ 'ਚ ਹੰਝੂ ਨੇ ਤੇ ਉਹਨਾਂ 'ਚੋਂ ਇੱਕ ਹੰਝੂ ਨਿਕਲ ਕੇ ਭਾਈ ਮਰਦਾਨੇ ਦੇ ਮੱਥੇ ਤੇ ਆ ਟਿਕਦਾ ਤੇ ਭਾਈ ਮਰਦਾਨੇ ਦਾ ਅਕਾਲ ਚਲਾਣਾ ਹੁੰਦਾ। ਹੁਣ ਅਸੀਂ ਕਲਪਨਾ ਕਰੀਏ ਪਿਆਰ ਦੀ ਇਸ ਲਾਸਾਨੀ ਮਿਸਾਲ ਦੀ, ਜਿਸ ਭਾਈ ਮਰਦਾਨੇ ਦੀ ਗੋਦ 'ਚ ਗੁਰੂ ਸਾਹਿਬ ਬਚਪਨ 'ਚ ਖੇਡਦੇ ਰਹੇ, ਅੱਜ ਉਹੀ ਭਾਈ ਮਰਦਾਨੇ ਦਾ ਸਿਰ ਗੁਰੂ ਸਾਹਿਬ ਦੀ ਗੋਦ 'ਚ ਹੈ ਤੇ ਗੁਰੂ ਸਾਹਿਬ ਗੋਦ 'ਚ ਹੀ ਭਾਈ ਮਰਦਾਨੇ ਦਾ ਅਕਾਲ ਚਲਾਣਾ ਹੁੰਦਾ। ਇਹ ਉਹ ਮਾਣ ਪ੍ਰਾਪਤ ਸੀ ਇੱਕ ਮੁਸਲਮਾਨ ਭਾਈ ਮਰਦਾਨੇ ਨੂੰ, ਜੋ ਮਗਰੋਂ ਜਾ ਕੇ ਸਿੱਖ ਨੂੰ ਵੀ ਪ੍ਰਾਪਤ ਨਹੀਂ ਹੋ ਸਕਿਆ। ਤੇ ਗੁਰੂ ਸਾਹਿਬ ਨੇ ਆਪਣੇ ਹੱਥੀਂ ਭਾਈ ਮਰਦਾਨੇ ਦਾ ਕਫਨ ਦਫਨ ਅੰਤਮ ਸੰਸਕਾਰ ਕੀਤਾ ਸੀ। ਤੇ ਇਹ ਸਾਡੀਆਂ ਸਾਂਝਾਂ ਤਾਂ ਉਸ ਟਾਈਮ ਤੋਂ ਚਲੀਆਂ ਆ ਰਹੀਆਂ ਨੇ। ਫਿਰ ਪੰਜਵੇਂ ਗੁਰੂ ਨਾਨਕ ਸਾਹਿਬ, ਯਾਨੀ ਕਿ ਆਪਾਂ ਗੱਲ ਕਰ ਲਈਏ ਗੁਰੂ ਅਰਜਨ ਦੇਵ ਜੀ ਦੇ, ਸ਼੍ਰੀ ਗੁਰੂ ਨਾਨਕ ਸਾਹਿਬ ਜਿੱਥੇ 6 ਉਹਨਾਂ ਦਾ 5 ਗੁਰੂ ਸਾਹਿਬਾਨ ਦੀ ਬਾਣੀ ਦਰਜ ਕੀਤੀ ਸੀ ਤੇ 7 ਮੁਸਲਮਾਨਾਂ ਦੀ ਬਾਣੀ ਦਰਜ ਕੀਤੀ ਸੀ। 9ਵੇਂ ਗੁਰੂ ਸਾਹਿਬ ਦੀ ਬਾਣੀ ਦਾ 10ਵੇਂ ਗੁਰੂ ਸਾਹਿਬ ਨੇ ਦਰਜ ਕੀਤੀ ਹੈ। ਤੇ ਜਦੋਂ ਇੱਕ ਸਿੱਖ ਨਤਮਸਤਕ ਹੁੰਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਅੱਗੇ, ਤਾਂ 7 ਮੁਸਲਮਾਨਾਂ ਦੀ ਬਾਣੀ ਨੂੰ ਤਾਂ ਨਤਮਸਤਕ ਕਰਦਾ ਨਾ। ਫਿਰ ਸ਼੍ਰੀ ਹਰਿਮੰਦਰ ਸਾਹਿਬ ਦੀ ਨੀਂਹ ਪੱਥਰ ਸੂਫੀ ਮੀਆਂ ਮੀਰ ਤੋਂ ਰਖਾਇਆ ਗਿਆ, ਹੈ ਨਾ। ਇਹ ਉਸ ਅੱਛਾ ਉਸ ਪਿੱਛੇ ਚਲੇ ਜਾਈਏ, ਰਾਏ ਬਰਾੜ ਮੁਹੰਮਦ ਪੱਟੀ 1500 ਮੁਰੱਬੇ ਮੀਲ ਜ਼ਮੀਨ ਦਾ ਮਾਲਕ ਸੀ, ਜਿਹਦੇ ਵਿੱਚ ਉਹਨੇ 750 ਮੁਰੱਬੇ ਜ਼ਮੀਨ ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਦੇ, ਯਾਨੀ ਕਿ 93,750 ਵਿਗੇ ਜ਼ਮੀਨ ਉਹ ਅੱਜ ਤੱਕ ਗੁਰੂ ਸਾਹਿਬ ਦੇ ਨਾਮ ਚਲੀ ਆ ਰਹੀ ਹੈ ਨਾ। ਯਾਨੀ ਕਿ ਸਾਂਝਾਂ ਕੋਈ ਨਵੀਆਂ ਨਹੀਂ ਹੈਗੀਆਂ, ਅਸੀਂ ਤਾਂ ਉਹਨਾਂ ਸਾਂਝਾਂ ਨੂੰ ਉਜਾਗਰ ਕਰਨ ਦਾ ਯਤਨ ਹੈ। ਫਿਰ 10ਵਾਂ ਆਪਾਂ ਫਤਿਹਗੜ੍ਹ ਸਾਹਿਬ ਦੀ ਧਰਤੀ ਦੀ ਗੱਲ ਕਰਨੀ ਹੈ ਵੀ ਇੱਥੇ ਦੀ ਸਾਂਝ ਜਿਹੜੀ ਹੈ, ਹਾਂ ਦਾ ਨਾਰੇ ਦੀ ਗੱਲ ਕਰ ਲਈਏ, ਦੀਵਾਨ ਟੋਡਰਮਲ ਦੀ ਗੱਲ ਕਰ ਲਈਏ, ਉਹ ਸਾਰੀਆਂ ਬਹੁਤ ਤਕੜੀਆਂ ਸਾਂਝਾਂ ਹੈਗੀਆਂ ਨੇ। ਤਾਂ ਇੱਥੇ ਦੇ ਬਾਰੇ ਮੈਂ ਜਾਣਨਾ ਚਾਹੁੰਦਾ ਕਿ ਤੁਸੀਂ ਇੱਥੇ ਕਦੋਂ ਤੋਂ ਲੰਗਰ ਲਾਉਣਾ ਸ਼ੁਰੂ ਕੀਤਾ ਤੇ ਤੁਹਾਡੇ ਬਜ਼ੁਰਗਾਂ ਨੇ ਤੁਹਾਨੂੰ ਕੀ ਕੀ ਸਿੱਖਿਆ ਦਿੱਤੀ ਇਹਦੇ ਬਾਬਤ? ਦੇਖੋ, ਪਹਿਲਾਂ ਤਾਂ ਸਾਡੇ ਲੰਗਰ ਦਾ ਨਾਮ ਹੀ ਦੇ ਲਿਆ ਹਾ ਦਾ ਨਾਰਾ। ਇਹ ਮਲੇਰਕੋਟਲਾ ਜਿਹਨੂੰ ਹਾ ਦੇ ਨਾਰੇ ਧਰਤੀ ਕਿਹਾ ਜਾਂਦਾ ਹੈ, ਉੱਥੋਂ ਅਸੀਂ ਸ਼ਹੀਦਾਂ ਦੀ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਲੰਗਰ ਲਗਾਉਣੇ ਆ। ਉਸੇ ਸਾਂਝ ਤੇ ਪਹਿਰਾ ਦਿੰਦੇ ਹੋਏ ਜਿਹੜੀ ਨਵਾਬ ਸ਼ੇਰ ਮੁਹੰਮਦ ਖਾਨ ਮਲੇਰਕੋਟਲਾ ਨੇ ਜਦੋਂ ਸੂਬੇ ਨੇ ਕਚਹਿਰੀ 'ਚ ਛੋਟੇ ਸਾਹਿਬਜ਼ਾਦਿਆਂ ਨੂੰ ਪੇਸ਼ ਕੀਤਾ ਕਾਜ਼ੀ ਦੇ, ਕਾਜ਼ੀ ਮਤਲਬ ਜੱਜ, ਤਾਂ ਕਿਤਾਬ ਹੈ ਸਿੱਖਾਂ ਲਈ ਹਿੰਦੂ ਚੰਗੇ ਜਾਂ ਮੁਸਲਮਾਨ, ਪੰਨਾ ਨੰਬਰ 37 ਤੇ ਭਾਈ ਨਰਿੰਦਰ ਸਿੰਘ ਭਲੇਰ ਲਿਖਦੇ ਨੇ, ਜਿਹੜੀ 1966-26 ਦੀ ਕਿਤਾਬ, ਕਿ ਜਦੋਂ ਸੂਬੇ ਸਰਹੰਦ ਨੇ ਕਾਜ਼ੀ ਨੂੰ ਕਿਹਾ ਵੀ ਇਹ ਇਸਲਾਮੀ ਸ਼ਰ੍ਹਾ ਅਨੁਸਾਰ ਇਹਨਾਂ ਨੂੰ ਕਿਹੜੀ ਸਜ਼ਾ ਦਿੱਤੀ ਜਾ ਸਕਦੀ ਹੈ, ਤਾਂ ਇਤਿਹਾਸ ਦੱਸਦਾ ਹੈ ਕਿ ਕਾਜ਼ੀ ਨੇ ਕਿਹਾ ਹਜ਼ੂਰ ਇੰਨੇ ਮਾਸੂਮ ਬੱਚਿਆਂ ਲਈ ਜਿਨ੍ਹਾਂ ਦੇ ਵਿਰੁੱਧ ਕੋਈ ਨਿੱਜੀ ਜੁਰਮ ਵੀ ਹੈ ਨਹੀਂ, ਇਸਲਾਮੀ ਸ਼ਰ੍ਹਾ 'ਚ ਕੋਈ ਸਜ਼ਾ ਤਜਵੀਜ਼ ਹੀ ਨਹੀਂ ਕੀਤੀ ਗਈ, ਹੈ ਹੀ ਨਹੀਂ। ਔਰ ਵੈਸੇ ਵੀ ਇਸਲਾਮੀ ਸ਼ਰ੍ਹਾ 7 ਔਰ 9 ਸਾਲ ਦੇ ਬੱਚੇ ਲਾਗੂ ਨਹੀਂ ਹੁੰਦੀ। ਸਾਡੇ ਮੁਸਲਮਾਨ ਬੱਚੇ ਜਿਹੜੇ ਹੁੰਦੇ ਨੇ ਉਹ ਜਦੋਂ 12-13 ਸਾਲ ਦੇ ਹੁੰਦੇ ਨੇ ਤਾਂ ਨਮਾਜ਼ ਵਾਸਤੇ ਰੋਜ਼ੇ ਵਾਸਤੇ ਕਿਹਾ ਜਾਂਦਾ, ਲਾਗੂ ਨਹੀਂ ਹੁੰਦੀ। ਤੇ ਇਸਲਾਮੀ ਸ਼ਰ੍ਹਾ ਤਾਂ ਹੈ ਹੀ ਨਹੀਂ। ਤੇ ਗਿਆਨੀ ਸ਼ੇਰ ਸਿੰਘ ਲਿਖਦੇ ਨੇ, ਉਹਨਾਂ ਦੀ ਕਿਤਾਬ ਹੈ ਦੇਗ ਤੇਗ ਦਾ ਮਾਲਿਕ, ਪੰਨਾ ਨੰਬਰ 474 ਤੇ, ਨਵਾਬ ਸ਼ੇਰ ਮੁਹੰਮਦ ਖਾਨ ਨੇ ਕਿਹਾ ਸੂਬੇ ਨੂੰ ਕਿ ਇਹਨਾਂ ਨਿਰਦੋਸ਼ ਬੱਚਿਆਂ ਨੂੰ ਦੁੱਖ ਦੇਣਾ, ਹੱਤਿਆ ਕਰਨੀ ਨਹੀਂ, ਦੁੱਖ ਦੇਣਾ ਹੀ ਇਸਲਾਮੀ ਸ਼ਰ੍ਹਾ ਦੇ ਵਿਰੁੱਧ ਹੈ। ਤੇ ਬਾਬੂ ਤੇਜਾ ਸਿੰਘ ਜੀ ਲਿਖਦੇ ਨੇ ਜਫਰਨਾਮਾ ਸਟੀਕ ਪੰਨਾ 16 ਤੇ, ਨਵਾਬ ਮਲੇਰਕੋਟਲਾ ਨੇ ਕਿਹਾ ਸੂਬੇ ਨੂੰ ਕਿ ਇਹਨਾਂ ਮਾਸੂਮ ਬੱਚਿਆਂ ਦਾ ਕੀ ਕਸੂਰ ਹੈ, ਕਸੂਰ ਪਿਤਾ ਦਾ, ਤੇਰੀ ਜੰਗ ਹੋਣ ਨਾਲ ਹੈ, ਤੇ ਜਾਨ ਇਹਨਾਂ ਮਾਸੂਮਾਂ ਦੀ ਲਈ ਜਾਵੇ, ਕਿਹੜਾ ਇਨਸਾਫ ਹੈ। ਦਲੇਰੀ ਤਾਂ ਇਹ ਹੈ ਕਿ ਇਹਨਾਂ ਦੇ ਪਿਤਾ ਨਾਲ ਜੰਗ ਕੀਤੀ ਜਾਵੇ। ਸੰਭਵ ਸੀ ਕਿ ਸੂਬਾ ਸਰਹੰਦ ਛੋਟੇ ਸਾਹਿਬਜ਼ਾਦਿਆਂ ਨੂੰ ਛੱਡ ਦਿੰਦਾ, ਤਾਂ ਕੋਲੇ ਬੈਠਾ ਦੁਸ਼ਟ ਸੁੱਚਾਨੰਦ ਜਿਹੜਾ ਸੂਬੇ ਸਰਹੰਦ ਦਾ ਖਾਸ ਸਲਾਹਕਾਰ ਸੀ, ਕਹਿੰਦਾ ਸੱਪ ਦੇ ਬੱਚੇ ਸੱਪ ਹੀ ਹੁੰਦੇ ਨੇ। ਉਹ ਗਿਆਨੀ ਸ਼ੇਰ ਸਿੰਘ ਲਿਖਦੇ ਨੇ ਕਿ ਇਸ ਗੱਲ ਨੇ ਜ਼ਾਲਮ ਸੂਬਾ ਸਰਹੰਦ ਦੇ ਦਿਲ ਤੇ ਬਾਰੂਦ ਦਾ ਕੰਮ ਕੀਤਾ। ਜਦੋਂ ਸੂਬਾ ਸਰਹੰਦ ਆਪਣੀ ਜਿੱਤ ਤੇ ਅੜਿਆ ਰਿਹਾ ਤਾਂ ਨਵਾਬ ਮਲੇਰਕੋਟਲਾ ਇਹ ਕਹਿੰਦਾ ਹੋਇਆ ਵਾਕਆਊਟ ਕਰ ਗਿਆ ਕਿ ਜਿੱਥੇ ਮਜ਼ਲੂਮਾਂ ਤੇ ਮਾਸੂਮਾਂ ਤੇ ਜ਼ੁਲਮ ਹੁੰਦਾ ਹੈ
ਉੱਥੇ ਰੱਬ ਦਾ ਕਹਿਰ ਨਾਜ਼ਲ ਹੁੰਦਾ, ਹੁਣ ਇੱਥੇ ਰੱਬ ਦਾ ਕਹਿਰ ਨਾਜ਼ਲ ਹੋਊਗਾ। ਇਤਿਹਾਸ ਦੱਸਦਾ ਵੀ ਅਗਰ ਪਹਿਲਾਂ ਗੰਗੂ ਵਿਸ਼ਵਾਸਘਾਤ ਨਾ ਕਰਦਾ, ਸੂਬੇ ਸਰਹੰਦ ਨੂੰ ਜਿਹੜਾ ਸੁਪਨਾ ਆਉਂਦਾ ਸੀ ਕਿ ਛੋਟੇ ਸਾਹਿਬਜ਼ਾਦੇ ਤੇ ਮਾਤਾ ਜੀ ਸਿਹੋੜੀ ਜਾਂ ਖੇੜੀ ਪਿੰਡ ਨੇ, ਹੈ ਨਾ, ਉਸ ਵੇਲੇ ਵਿਸ਼ਵਾਸ ਕਰਕੇ ਗ੍ਰਿਫਤਾਰ ਨਾ ਕਰਾਉਂਦਾ, ਫਿਰ ਦੂਜੇ ਦੀਵਾਨ ਸੁੱਚਾ ਨੰਦ ਬਾਰ-ਬਾਰ ਨਾ ਭੜਕਾਉਂਦਾ, ਤਾਂ ਹੋ ਸਕਦਾ ਇਹ ਸੋਗਦਾਇਕ ਘਟਨਾ ਹੀ ਨਾ ਵਾਪਰਦੀ। ਤੇ ਉਹ ਨਵਾਬ ਸ਼ੇਰ ਮੁਹੰਮਦ ਖਾਨ ਦੀ ਸ਼ਹਿਰ ਤੋਂ ਅਸੀਂ ਉਹਦੇ ਉਹਨਾਂ ਦੀ ਵਾਰਸ ਹਰ ਸਾਲ ਇੱਥੇ ਸਾਹਿਬਜ਼ਾਦਿਆਂ ਦੇ ਦੁੱਖ 'ਚ ਕਿੰਨੇ ਸਾਲਾਂ ਤੋਂ ਆ ਰਹੇ ਹੋ? ਕਈ ਸਾਲ ਹੋ ਗਏ ਅਸੀਂ ਆਉਂਦੇ ਨੂੰ, ਔਰ ਹਰ ਸਾਲ ਅਸੀਂ ਲੰਗਰ ਲਾਉਣੇ ਮਿੱਠੇ ਚਾਵਲਾਂ ਦਾ। ਇਹਨਾਂ ਮਿੱਠੇ ਚਾਵਲਾਂ ਦੇ ਰਾਹੀਂ ਅਸੀਂ ਮਿਠਿਆਸ ਵੰਡਣ ਦੀ ਕੋਸ਼ਿਸ਼ ਕਰਦੇ ਹਾਂ ਸੰਗਤ 'ਚ, ਹੈ ਨਾ। ਤੇ ਜੋ ਮਿਠਿਆਸ ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨੇ ਦੇ ਸੀਗੀ, ਅੱਜ ਉਹਨਾਂ ਦੇ ਵਾਰਸ ਮਿਲ ਕੇ ਉਸ ਮਿਠਿਆਸ ਨੂੰ ਅੱਗੇ ਵਧਾਉਣਾ ਚਾਹੁੰਦੇ ਹਾਂ। ਇਸੇ ਕਰਕੇ ਜੋਗੀ ਅੱਲਾ ਯਾਰ ਖਾਨ ਨੇ ਕਿਹਾ ਸੀ ਨਾ, ਉਹ ਵੀ ਮੁਸਲਮਾਨ ਸੀ, ਬਸ ਹਿੰਦ में तीर्थ है एक यात्रा के लिए, कटाए बाप ने बच्चे जहाँ खुदा के लिए, है ना। ਤੇ ਨਵਾਬ ਸ਼ੇਰ ਮੁਹੰਮਦ ਖਾਨ ਨੇ ਤਾਂ ਕਿਹਾ ਸੀ ਉਸ ਵੇਲੇ, ਜਦੋਂ ਉਹਨੇ ਕਿਹਾ ਵੀ ਤੂੰ ਆਪਣੇ ਭਾਈ ਦਾ ਬਦਲਾ ਲੈ ਲੈ, बदला ही लेना होगा तो हम लेंगे बाप से, खुदा महफूज रखे खुदा हमको ऐसे पाप से। ठीक है नहीं, ये गल तो हाकमां दी है। हाकम ਜਿਹੜੇ ਅਸੀਂ ਇਤਿਹਾਸ ਗਵਾਇਆ ਕਿ ਹਾਕਮ ਲਈ ਪਹਿਲਾਂ ਉਹਦੀ ਹਕੂਮਤ ਹੁੰਦੀ ਹੈ ਧਰਮ ਮਗਰੋਂ, ਹੈ ਨਾ, ਬਲਕਿ ਉਹ ਤਾਂ ਆਪਣੇ ਮੁਫਾਦ ਲਈ ਆਪਣੇ ਸਵਾਰਥ ਲਈ ਧਰਮ ਦਾ ਇਸਤੇਮਾਲ ਕਰਦੇ ਨੇ। ਅੱਜ ਵੀ ਇਹੀ ਹੋ ਰਿਹਾ, ਅੱਜ ਤਾਂ ਧਰਮ ਦੇ ਹੋਕੇ ਲਾ ਲਾ ਕੇ ਹਕੂਮਤਾਂ ਪ੍ਰਾਪਤ ਕੀਤੇ ਤੇ ਚਲਾਈਆਂ ਜਾ ਰਹੀਆਂ ਨੇ। ਇਸ ਲਈ ਮੇਰਾ ਸੁਨੇਹਾ ਹੈ ਤੁਹਾਡੇ ਚੈਨਲ ਰਾਹੀਂ ਵੀ ਅਸੀਂ ਅਜਿਹੇ ਖੁਦਗਰਜ਼ ਸਵਾਰਥੀ ਹਾਕਮਾਂ ਨੂੰ ਮੁੱਖ ਰੱਖ ਕੇ ਆਪਸੀ ਭਾਈਚਾਰਕ ਸਾਂਝ ਤੇ ਇਨਸਾਨੀਅਤ ਨੂੰ ਲੀਰੋ ਲੀਰ ਨਾ ਕਰੀਏ। ਤੁਸੀਂ ਬਹੁਤ ਸਮੇਂ ਤੋਂ ਮੈਂ ਦੇਖਦਾ ਵੀ ਸਿੱਖ ਮੁਸਲਮਾਨ ਸਾਂਝਾਂ ਜਿਹੜੀਆਂ ਹੈਗੀਆਂ ਨੇ ਉਹਨੂੰ ਹੋਰ ਮਜ਼ਬੂਤ ਕਰਨ ਲਈ ਉਪਰਾਲੇ ਕਰਦੇ ਹੋ। ਟਿੱਕਰੀ ਬਾਰਡਰ ਤੇ ਵੀ ਜਿੰਨਾ ਟਾਈਮ ਅੰਦੋਲਨ ਚੱਲਿਆ ਲੰਗਰ ਲਾਉਂਦੇ ਰਹੇ ਤੇ ਲੰਗਰ ਚੱਲਦਾ ਰਿਹਾ, ਤੇ ਤੁਹਾਡੇ ਮਨ ਦੇ ਵਿੱਚ ਕਦੇ ਆਇਆ ਵੀ ਸਿੱਖ ਜਿਹੜੇ ਹੈਗੇ ਨੇ ਕਿਸੇ ਤਰੀਕੇ ਦੀ ਤੁਹਾਨੂੰ ਕਦੇ ਠੇਸ ਪਹੁੰਚੀ ਹੋਵੇ, ਮਨ ਨੂੰ ਨਿਰਾਸ਼ਾ ਹੋਈ ਹੋਵੇ ਵੀ ਮੈਂ ਸਿੱਖਾਂ ਲਈ ਕੰਮ ਕਰ ਰਿਹਾ, ਸਿੱਖ ਯਾਰ ਇਹ ਕਰ ਰਹੇ ਆ? ਦੇਖੋ ਬਹੁਤ ਤੁਹਾਨੂੰ ਇਸ ਸਵਾਲ ਕਰਦੇ, ਜਿਹੜਾ ਧਰਮ ਹੈ ਭੇਸ ਦਾ ਨਾਮ ਨਹੀਂ ਹੈਗਾ। ਜਿਹੜਾ ਬੰਦਾ ਸਿੱਖ ਹੋ ਕੇ ਗੁਰੂ ਗ੍ਰੰਥ ਸਾਹਿਬ ਸਿੱਖਿਆ ਨੂੰ ਨਹੀਂ ਮੰਨਦਾ, ਉਹ ਸਿੱਖ ਤਾਂ ਹੈ, ਸਿੱਖ ਤਾਂ ਘਰ 'ਚ ਪੈਦਾ ਹੋ ਗਿਆ ਪਰ ਗੁਰੂ ਦਾ ਸਿੱਖ ਨਹੀਂ ਹੈ। ਠੀਕ ਹੈ ਨਹੀਂ, ਇਸੇ ਤਰ੍ਹਾਂ ਜਿਹੜਾ ਮੁਸਲਮਾਨ ਘਰ 'ਚ ਪੈਦਾ ਹੋ ਗਿਆ ਮੁਸਲਮਾਨ ਤਾਂ ਹੈ, ਅਗਰ ਉਹ ਇਸਲਾਮੀ ਸਿੱਖਿਆਵਾਂ ਨੂੰ ਨਹੀਂ ਮੰਨਦਾ ਸੱਚਾ ਮੁਸਲਮਾਨ ਨਹੀਂ ਹੈ। ਜੋ ਤਕਲੀਫ ਦਿੱਤੀ ਵੀ ਹੈ ਤਾਂ ਫਿਰ ਸਿੱਖ ਥਾ, ਹੈ ਨਾ, ਗੁਰੂ ਦਾ ਸਿੱਖ ਨਹੀਂ। ਗੁਰੂ ਦਾ ਸਿੱਖ ਤਾਂ ਦੇ ਨਹੀਂ ਸਕਦਾ, ਕਿਉਂਕਿ ਸਾਡੇ ਦੋਹਾਂ ਦੀ ਜਿਹੜੀ ਮੁੱਢਲੀ ਜੜ ਦੀ ਸਾਂਝ ਹੈ ਨਾ, ਅਕਾਲ ਪੁਰਖ ਦੀ ਏਕਤਾ ਦੀ, ਸਾਹਿਬ ਮੇਰਾ ਏਕੋ ਹੈ ਭਾਈ ਏਕੋ ਹੈ, ਲਾ ਇਲਾਹਾ ਇਲੱਲਾ, ਇੱਕ ਰੱਬ ਦੀ ਗੱਲ ਕੀਤੀ ਨਾ। ਸਾਡੇ ਤਾਂ ਮੁੱਢਲੇ ਵਿਸ਼ਵਾਸ ਦੀ ਸਾਂਝ ਹੈ, ਮੁੱਢਲੇ ਅਕੀਦੇ ਦੀ ਸਾਂਝ ਹੈ। ਮੈਂ ਅਕਸਰ ਕਹਿੰਦਾ ਉਹਨਾਂ ਇੱਕ ਜੜ 'ਚੋਂ ਇੱਕ ਤਣਾ ਨਿਕਲਿਆ, ਦੋ ਟਹਿਣੇ ਹੋ ਗਏ ਅੱਗੇ ਜਾ ਕੇ, ਉਹਦੇ ਫਰਕ ਹੀ ਹੋਇਆ, ਜੜ ਤਾਂ ਇੱਕ ਹੀ ਨਾ। ਤੇ ਫਿਰ ਸਾਨੂੰ ਦੁੱਖ ਆ ਇਸ ਚੀਜ਼ ਦਾ। ਠੀਕ ਹੈ ਨੀ। ਵੈਸੇ ਇੱਕ ਸਵਾਲ ਹੋਰ ਆ ਰਿਹਾ ਸੀ ਦਿਮਾਗ 'ਚ ਵੀ ਜਿਹੜੀ ਕੱਟੜਤਾ ਹੁੰਦੀ ਹੈ, ਕੱਟੜਤਾ ਬਹੁਤ ਨੁਕਸਾਨ ਕਰ ਦਿੰਦੀ ਹੈ। ਜਿਵੇਂ ਸਿੱਖਾਂ 'ਚ ਵੀ ਹੋ ਸਕਦੀ ਹੈ, ਮੁਸਲਮਾਨਾਂ 'ਚ ਵੀ ਕੱਟੜਤਾ ਹੋ ਸਕਦੀ ਹੈ। ਜਿਹੜੇ ਕੱਟੜ ਮੁਸਲਮਾਨ ਹੋਣਗੇ ਤੁਹਾਡੀ ਉਹ ਸਾਂਝ ਤੋਂ ਕਿਤੇ ਨਾ ਕਿਤੇ ਖਫਾ ਹੋਣਗੇ। ਨਹੀਂ, ਅਸਲ ਕੱਟੜ ਦੀ ਪਰਿਭਾਸ਼ਾ ਹੀ ਗਲਤ ਹੈ। ਕੱਟੜ ਉਹ ਹੁੰਦਾ ਜਿਹੜਾ ਧਰਮ ਨੂੰ ਪੂਰੀ ਤਰ੍ਹਾਂ ਜਾਣਦਾ ਹੈ। ਇਹ ਉਹ ਲੋਕ ਨੇ ਜਿਹੜੇ ਨੀਮ ਹਕੀਮ ਖਤਰਾ ਹੈ ਜਾਨ, ਨੀਮ ਮੁੱਲਾ ਖਤਰਾ ਹੈ ਇਮਾਨ। ਜਿਵੇਂ ਅਧੂਰਾ ਡਾਕਟਰ ਜਾਨ ਲਈ ਖਤਰਾ ਹੈ ਨਾ, ਉਸ ਤਰ੍ਹਾਂ ਹੀ ਮੁੱਲਾ ਗਿਆਨੀ, ਅਧੂਰਾ ਜਿਹੜਾ ਗਿਆਨੀ ਉਹ ਇਮਾਨ ਲਈ ਖਤਰਾ ਹੈ। ਇਹ ਉਹ ਲੋਕ ਨੇ ਜਿਹਨਾਂ ਨੂੰ ਧਰਮ ਦੇ ਬਾਰੇ ਜਾਣਦੇ ਨਹੀਂ ਹੈਗੇ, ਕਿਉਂਕਿ ਧਰਮ ਜੋੜਦਾ ਹੁੰਦਾ, ਤੋੜਦਾ ਨਹੀਂ ਹੁੰਦਾ। ਧਰਮ ਪਿਆਰ ਸਿਖਾਉਂਦਾ, ਨਫ਼ਰਤ ਨਹੀਂ ਸਿਖਾਉਂਦਾ। ਜੇ ਕੋਈ ਚੀਜ਼ ਸਾਡੀ ਵਿਚਕਾਰ ਤੋੜ ਪੈਦਾ ਕਰ ਰਹੀ ਹੈ, ਨਫ਼ਰਤ ਪਾ ਰਹੀ ਹੈ, ਤਾਂ ਉਹ ਧਰਮ ਨਹੀਂ ਹੈ, ਅਧਰਮ ਹੈ, ਅਧਰਮ ਹੈ, ਅਧਰਮ ਹੈ, ਧਰਮ ਦੇ ਭੇਸ 'ਚ ਹੈ। ਫਿਰ ਉਸ ਤੋਂ ਨਫ਼ਰਤ ਕਾਹਦੀ, ਉਸ ਤੋਂ ਦੁੱਖ ਕਾਹਦਾ? ਉਹ ਤਾਂ ਹੈ ਹੀ ਨਹੀਂ ਧਰਮੀ। ਜਿਹੜਾ ਬੰਦਾ ਇਨਸਾਨ ਹੀ ਨਹੀਂ ਬਣਿਆ ਉਹ ਧਾਰਮਿਕ ਕਿਵੇਂ ਹੋ ਸਕਦਾ? ਮੈਂ ਅਕਸਰ ਕਹਿਣਾ ਹੁੰਦਾ, ਇੱਕ ਬੰਦਾ ਕਹੇ BA ਪਾਸ ਕੀਤੇ ਬਿਨਾਂ ਹੀ ਕਿ ਮੈਂ MA ਪਾਸ ਹਾਂ, ਆਪਾਂ ਨੂੰ ਕੀ ਕਹਾਂਗੇ? ਐਵੇਂ ਪਾਸ ਆ, ਐਵੇਂ। ਇਸੇ ਤਰ੍ਹਾਂ ਹੀ ਜਿਹੜਾ ਇਨਸਾਨ ਬਣੇ ਬਿਨਾਂ ਧਾਰਮਿਕ ਹੋਣ ਦਾ ਦਾਅਵਾ ਕਰਦਾ ਉਹ ਐਵੇਂ ਦਾ ਧਾਰਮਿਕ ਹੈ, ਦੁਖੀ ਨੇ। ਕਿਉਂਕਿ ਧਰਮ ਤਨ ਦਾ ਵਿਸ਼ਾ ਹੈ ਹੀ ਨਹੀਂ, ਪਹਿਰਾਵੇ ਦਾ ਨਾਮ ਹੈ ਹੀ ਨਹੀਂ, ਹੈ ਨਾ, ਭੇਸ ਦਾ ਨਾਮ ਹੈ ਹੀ ਨਹੀਂ। ਧਰਮ ਤਾਂ ਮਨ ਦਾ ਵਿਸ਼ਾ ਹੈ, ਸੋਚ ਦਾ। ਜਿਹਦੀ ਸੋਚ ਹੀ ਨਹੀਂ ਬਦਲੀ, ਮਨ ਹੀ ਨਹੀਂ ਬਦਲਿਆ, ਉਹ ਧਾਰਮਿਕ ਹੋਇਆ ਹੀ ਨਹੀਂ। ਫਿਰ ਉਸ 'ਤੇ ਦੁੱਖ ਐਸਾ, ਉਹ ਧਾਰਮਿਕ ਹੀ ਨਹੀਂ ਹੈ। ਹਾਂ ਦਾ ਨਾਰਾ ਧਰਤੀ ਤੋਂ ਆਏ, ਸ਼ਹੀਦਾਂ ਦੀ ਧਰਤੀ ਤੇ, ਸ਼ਹੀਦਾਂ ਦੀ ਧਰਤੀ ਤੇ ਆਏ। ਕੀ ਮੈਸੇਜ ਦਿੰਦੇ ਹੋ ਸਿੱਖਾਂ ਨੂੰ, ਮੁਸਲਮਾਨ ਭਾਈਚਾਰੇ ਨੂੰ, ਜਾਂ ਪੂਰੀ ਕਮਿਊਨਿਟੀ ਨੂੰ ਕੀ ਮੈਸੇਜ ਦਿੰਦੇ? ਮੈਂ ਤਾਂ ਇੱਕ ਸ਼ੇਰ ਹੈ ਉਹ ਉਰਦੂ ਦਾ ਸ਼ੇਰ ਸੁਣਾਉਣਾ, ਉਨਕਾ ਜੋ ਕੰਮ ਹੈ ਉਹ ਅਹਿਲੇ ਸਿਆਸਤ ਜਾਣੇ। ਸਾਡੇ ਤੁਸੀਂ ਪੂਰਾ ਇਤਿਹਾਸ ਚੱਕ ਲਓ, ਹਾਕਮਾਂ ਨੂੰ ਛੱਡ ਕੇ ਤੁਸੀਂ ਇੱਕ ਉਦਾਹਰਨ ਦੇ ਸਕਦੇ ਕਿਸੇ ਮੁਸਲਮਾਨ ਨੇ ਕਿਸੇ ਗੁਰੂ ਸਾਹਿਬ ਨਾਲ ਦਗਾ ਕੀਤਾ ਹੋਵੇ। ਇਤਿਹਾਸ ਗਵਾਹ ਹੈ ਨਾ। ਇਹ ਹਾਕਮ ਲੋਕ ਨੇ, ਇਹਨਾਂ ਨੇ ਆਪਣੀ ਹਕੂਮਤ ਕਰਨੀ ਡੰਡੇ ਨਾਲ। ਉਹ ਚਾਹੇ ਧਰਮ ਦੀ ਗੱਲ ਕਰਨ, ਚਾਹੇ ਕੌਮ ਦੀ ਗੱਲ ਕਰਨ, ਚਾਹੇ ਭਾਸ਼ਾ ਦੀ ਗੱਲ ਕਰਨ, ਉਹਨਾਂ ਦਾ ਆਪਣੀ ਹਕੂਮਤ ਕਰਨੀ ਹੁੰਦੀ ਹੈ। ਇਸ ਲਈ ਉਨਕਾ ਜੋ ਕੰਮ ਹੈ ਉਹ ਅਹਿਲੇ ਸਿਆਸਤ ਜਾਣੇ। ਮੇਰਾ ਪੈਗਾਮ ਮੁਹੱਬਤ ਹੈ ਜਹਾਂ ਤੱਕ ਪਹੁੰਚੇ। ਮੁਹੱਬਤ ਦਾ ਪੈਗਾਮ ਲੈ ਕੇ ਆਏ, ਮੁਹੱਬਤ ਦਾ ਪੈਗਾਮ ਵੰਡਦੇ ਰਹਾਂਗੇ, ਮੁਹੱਬਤ ਦਾ ਪੈਗਾਮ ਵੰਡਦੇ ਆ ਰਹੇ ਹਾਂ। ਧੰਨਵਾਦ ਜੀ, ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਜੀ, ਸ਼ੁਕਰੀਆ। ਸੋ ਇਸੇ ਕਿ ਡਾਕਟਰ ਨਸ਼ੀਰ ਅਖਤਰ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਹੈ। ਸਿੱਖ ਮੁਸਲਿਮ ਸਾਂਝਾ ਇਹਨਾਂ ਦੀ ਸੰਸਥਾ ਹੈਗੀ ਹੈ। ਹਾਂ ਦਾ ਨਾਰਾ
ਦੇ ਨਾਂ ਤੇ ਲੰਗਰ ਜਿਹੜਾ ਉਹਨਾਂ ਨੇ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਉਹਨਾਂ ਸ਼ਹੀਦਾਂ ਨੂੰ ਸਮਰਪਿਤ ਲੰਗਰ ਲਾਇਆ ਤੇ ਮਿੱਠੇ ਚੌਲਾਂ ਦਾ ਲੰਗਰ ਲਾਇਆ। ਲੰਗਰ ਲਾਉਣ ਦਾ ਮਕਸਦ ਇਹ ਹੈ ਮਿੱਠੇ ਚੌਲਾਂ ਦਾ ਕਿ ਜਿਹੜੀ ਸਾਂਝ ਹੈਗੀ ਹੈ ਸਿੱਖ ਮੁਸਲਿਮ ਦੀ ਉਹਦੇ ਵਿੱਚ ਮਿਠਾਸ ਜਿਹੜੀ ਹੈ ਬਣੀ ਰਹੇ। ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਮੈਨੂੰ ਦਿਓ ਇਜਾਜ਼ਤ। ਕੈਮਰਾਮੈਨ ਪ੍ਰਭਜੋਤ ਦੇ ਨਾਲ ਜਗਜੀਤ ਸਿੰਘ ਪੰਜੋਲੀ, ਧੰਨਵਾਦ। ਬਾਬਾ ਗਿਆ ਬਗਦਾਦ ਨੂੰ ਬਾਹਰ ਜਾਏ ਕੀ ਆਸਤਾਨਾ, ਇੱਕ ਬਾਬਾ ਆਕਾਰ ਰੂਪ, ਦੂਜਾ ਬਾਬੀ ਮਰਦਾਨਾ। ਇਹ ਸਾਂਝ ਤਾਂ ਸਾਡੀ ਸ਼ੁਰੂ ਤੋਂ ਚੱਲੀ ਆ ਰਹੀ ਹੈ। ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਨੂੰ ਗੁੜਤੀ ਹੋਈ ਇੱਕ ਮੁਸਲਮਾਨ ਦਾਈ ਦੌਲਤ ਨੇ ਦਿੱਤੀ ਸੀ। ਸੰਸਾਰ 'ਚ ਆਉਣ ਤੋਂ ਬਾਅਦ ਗੁਰੂ ਸਾਹਿਬ ਦੇ ਸਰੀਰ 'ਚ ਜੇ ਕੋਈ ਪਹਿਲੀ ਚੀਜ਼ ਗਈ ਹੈ ਉਹਨਾਂ ਦੇ ਮਾਤਾ ਦੇ ਦੁੱਧ ਤੋਂ ਵੀ ਪਹਿਲਾਂ, ਤਾਂ ਉਹ ਇੱਕ ਮੁਸਲਮਾਨ ਦਾਈ ਦੌਲਤਾਂ ਵੱਲੋਂ ਦਿੱਤੀ ਗੁੜਤੀ ਸੀ। ਇਹ ਸਾਡੀ ਸਰੀਰਕ ਸਾਂਝ ਹੈ, ਉਹ ਸਾਡੀ ਰੂਹਾਨੀ ਸਾਂਝ ਸੀ, ਇਹ ਸਰੀਰਕ ਸਾਂਝ ਹੈ। ਤੂੰ ਐਂ ਕਰ ਮੈਨੂੰ ਆਪਣਾ ਪੁੱਤਰ ਦੇ ਦੇ, ਬੀਬੀ ਤੂੰ ਐਂ ਕਰ ਮੈਨੂੰ ਆਪਣਾ ਪੁੱਤਰ ਦੇ ਦੇ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਨੇ ਬਾਲ ਅਵਸਥਾ ਅੰਦਰ ਹੀ ਭਾਈ ਮਰਦਾਨੇ ਦੀ ਮਾਤਾ ਤੋਂ ਭਾਈ ਮਰਦਾਨੇ ਨੂੰ ਆਪਣੇ ਲਈ ਮੰਗ ਕੇ ਸਿੱਖ ਮੁਸਲਮਾਨ ਸਾਂਝ ਦੀ ਨੀਂਹ ਰੱਖ ਦਿੱਤੀ ਸੀ। ਆਪਣੀ ਜਿੱਤੇ ਅੜਿਆ ਰਿਹਾ, ਧੰਨਵਾਦ ਮੇਰੇ ਕੋਲ ਇਹ ਕਹਿੰਦਾ ਹੋਇਆ ਵਾਕਆਊਟ ਕਰ ਗਿਆ ਕਿ ਜਿੱਥੇ ਮਜ਼ਲੂਮਾਂ ਤੇ ਮਾਸੂਮਾਂ ਤੇ ਜ਼ੁਲਮ ਹੁੰਦਾ ਉੱਥੇ ਰੱਬ ਦਾ ਕਹਿਰ ਨਾਜ਼ਲ ਹੁੰਦਾ, ਹੁਣ ਇੱਥੇ ਰੱਬ ਦਾ ਕਹਿਰ ਨਾਜ਼ਲ ਹੋਊਗਾ। ਕਈ ਸਾਲ ਹੋ ਗਏ ਆਉਂਦਿਆਂ ਨੂੰ, ਔਰ ਹਰ ਸਾਲ ਅਸੀਂ ਲੰਗਰ ਲਾਉਣੇ ਮਿੱਠੇ ਚਾਵਲਾਂ ਦਾ। ਇਹਨਾਂ ਮਿੱਠੇ ਚਾਵਲਾਂ ਦੇ ਰਾਹੀਂ ਅਸੀਂ ਮਿਠਿਆਸ ਵੰਡਣ ਦੀ ਕੋਸ਼ਿਸ਼ ਕਰਦੇ ਹਾਂ ਸੰਗਤ 'ਚ। ਤੇ ਨਵਾਬ ਸ਼ੇਰ ਮੁਹੰਮਦ ਖਾਨ ਨੇ ਤਾਂ ਕਿਹਾ ਸੀ ਉਸ ਵੇਲੇ ਜਦੋਂ ਉਹਨੇ ਕਿਹਾ ਵੀ ਤੂੰ ਆਪਣੇ ਭਾਈ ਦਾ ਬਦਲਾ ਲੈ ਲੈ, बदला ही लेना होगा तो हम लेंगे बाप से, महफूज रखे खुदा हमको ऐसे पाप से। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਦਾ ਅਨਮਿਊਟ। ਮੈਂ ਜਗਜੀਤ ਸਿੰਘ ਪੰਜੋਲੀ ਇਸ ਵਕਤ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਮੌਜੂਦ ਹਾਂ ਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਜਿੱਥੇ ਸੰਗਤਾਂ ਜਿਹੜੀਆਂ ਨੇ ਦੂਰ ਦਰਾਡੇ ਤੋਂ ਪਹੁੰਚ ਰਹੀਆਂ ਨੇ, ਉੱਥੇ ਹੀ ਮਲੇਰਕੋਟਲਾ ਤੋਂ ਇੱਕ ਸੰਸਥਾ ਜਿਹੜੀ ਹੈ ਮੁਸਲਮਾਨ ਭਾਈਚਾਰੇ ਦੀ ਸੰਸਥਾ ਸਿੱਖ ਮੁਸਲਿਮ ਸਾਂਝਾਂ ਉਚੇਚੇ ਤੌਰ ਤੇ ਪਹੁੰਚੀ ਹੈ। ਸਿੱਖਾਂ ਤੇ ਮੁਸਲਮਾਨਾਂ ਦੀ ਸਾਂਝ ਜਿਹੜੀ ਹੈ ਉਹ ਬੜੀ ਡੂੰਘੀ ਗੂੜੀ ਸਾਂਝ ਵੀ ਰਹੀ ਹੈ। ਹਾਲਾਂਕਿ ਇਹ ਪ੍ਰਚਾਰਿਆ ਜਾਂਦਾ ਹੈ ਕਿ ਸਿੱਖ ਤੇ ਮੁਸਲਮਾਨ ਹਮੇਸ਼ਾ ਲੜਦੇ ਰਹੇ ਹੈ, ਪਰ ਸਿੱਖਾਂ ਤੇ ਮੁਸਲਮਾਨਾਂ ਦੀਆਂ ਸਾਂਝਾਂ ਇਤਿਹਾਸ ਦੇ ਵਿੱਚ ਬਹੁਤ ਗੂੜੀਆਂ ਤੇ ਡੂੰਘੀਆਂ ਨੇ, ਜਿਨ੍ਹਾਂ ਤੋਂ ਬਹੁਤ ਵੱਡੀਆਂ ਵੱਡੀਆਂ ਸੇਧਾਂ ਤੇ ਮੁਸਲਮਾਨ ਭਾਈਚਾਰੇ ਦਾ ਬਹੁਤ ਵੱਡਾ ਯੋਗਦਾਨ ਵੀ ਰਿਹਾ ਹੈ ਸਿੱਖਾਂ ਦੇ ਇਸ ਇਤਿਹਾਸ ਦੇ ਵਿੱਚ। ਸੋ ਅੱਜ ਅਸੀਂ ਇੱਕ ਲੰਗਰ ਦੇ ਵਿੱਚ ਪਹੁੰਚੇ ਹਾਂ ਜਿਹਦਾ ਨਾਂ ਹੈਗਾ ਹਾਂ ਦਾ ਨਾਰਾ ਲੰਗਰ। ਉਹ ਲੰਗਰ ਲਾਉਣ ਦਾ ਮਕਸਦ ਕੀ ਸੀ ਤੇ ਨਵਾਬ ਮਲੇਰਕੋਟਲੇ ਦਾ ਨਾਂ ਤਾਂ ਤੁਸੀਂ ਸੁਣਿਆ ਹੀ ਹੈ ਤੇ ਉਹਨਾਂ ਨੇ ਲੰਗਰ ਵੀ ਉਹਦੇ ਨਾਂ ਤੇ ਲਾਇਆ। ਗੱਲਬਾਤ ਕਰਾਂਗੇ। ਸਾਡੇ ਨਾਲ ਡਾਕਟਰ ਨਸ਼ੀਰ ਅਖਤਰ ਮੌਜੂਦ ਨੇ ਜਿਨ੍ਹਾਂ ਨੇ ਮੁਸਲਿਮ ਸਾਂਝਾ ਸੰਸਥਾ ਦੇ ਜਿਹੜੇ ਆਗੂ ਹੈਗੇ ਆ। ਗੱਲਬਾਤ ਕਰਦੇ ਆ। ਸਭ ਤੋਂ ਪਹਿਲਾਂ ਤਾਂ ਤੁਹਾਡਾ ਦਾ ਅਨਮਿਊਟ ਤੇ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਜੀ। ਮੈਂ ਤੁਹਾਡਾ ਤੇ ਤੁਹਾਡੇ ਚੈਨਲ ਦਾ, ਤੁਹਾਡੀ ਟੀਮ ਦਾ ਧੰਨਵਾਦੀ ਹਾਂ ਕਿ ਤੁਸੀਂ ਆਪਣੇ ਚੈਨਲ ਦੇ ਰਾਹੀਂ ਮੈਨੂੰ ਦਰਸ਼ਕਾਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਬਹੁਤ ਬਹੁਤ ਸ਼ੁਕਰੀਆ। ਤੁਹਾਡੇ ਦਿਮਾਗ 'ਚ ਫੁਰਨਾ ਕਿਵੇਂ ਫਿਰਿਆ ਕਿ ਸਾਨੂੰ ਇਸ ਤਰ੍ਹਾਂ ਦੇ ਉਪਰਾਲੇ ਜਿਹੜੇ ਨੇ ਕਰਨੇ ਚਾਹੀਦੇ ਆ, ਵੀ ਜਿਹੜੀ ਸਾਡੀ ਸਾਂਝ ਹੈ ਬੜੀ ਗੂੜੀ ਸਾਂਝ ਹੈ, ਇਹਨੂੰ ਦਰਸਾਉਣ ਲਈ ਤੁਸੀਂ ਕੀ ਉਪਰਾਲੇ ਕੀਤੇ ਤੇ ਜਿਹੜਾ ਦਿਮਾਗ ਦੇ ਵਿੱਚ ਸ਼ੁਰੂ ਦੇ ਵਿੱਚ ਫੁਰਨਾ ਆਇਆ ਉਹ ਕਿਵੇਂ ਤੇ ਕਦੋਂ ਆਇਆ? ਸਾਰੀਆਂ ਤਾਰੀਫਾਂ, ਸਾਰੀਆਂ ਵਡਿਆਈਆਂ ਉਸ ਰੱਬ ਲਈ ਨੇ ਜਿਹੜਾ ਸਾਰੇ ਜੱਗ ਦਾ ਸਾਜਨਹਾਰ ਤੇ ਪਾਲਣਹਾਰ ਹੈ। ਉਸ ਇੱਕ ਰੱਬ ਨੂੰ ਹੀ ਵੱਖ-ਵੱਖ ਭਾਸ਼ਾਵਾਂ ਵਿੱਚ ਅੱਲਾ, ਅਕਾਲ ਪੁਰਖ, ਪ੍ਰਭੂ ਪਰਮਾਤਮਾ, ਲਾਰਡ ਗੋਡ ਆਦਿ ਨਾਮਾਂ ਦੁਆਰਾ ਯਾਦ ਕੀਤਾ ਜਾਂਦਾ ਹੈ। ਵਾਰਾਂ ਭਾਈ ਗੁਰਦਾਸ, ਵਾਰ ਪਹਿਲੀ ਪੌੜੀ 35 'ਚ ਭਾਈ ਗੁਰਦਾਸ ਦਾ ਇੱਕ ਸ਼ਲੋਕ ਹੈ, ਬਾਬਾ ਗਿਆ ਬਗਦਾਦ ਨੂੰ ਬਾਹਰ ਜਾਏ ਕੀ ਆਸਤਾਨਾ, ਇੱਕ ਬਾਬਾ ਆਕਾਰ ਰੂਪ, ਦੂਜਾ ਬਾਬੀ ਮਰਦਾਨਾ। ਇਹ ਸਾਂਝ ਤਾਂ ਸਾਡੀ ਸ਼ੁਰੂ ਤੋਂ ਚੱਲੀ ਆ ਰਹੀ ਹੈ ਤੇ ਜਿਸ ਦੀ ਗਵਾਹੀ ਭਾਈ ਗੁਰਦਾਸ ਨੇ ਦਿੱਤੀ ਹੈ। ਤੇ ਜੇ ਅਸੀਂ ਪਿਛੋਕੜ ਚਲੇ ਜਾਈਏ, ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਹਲੇ ਜਦੋਂ ਸਿੱਖੀ ਦੇ ਬਾਨੀ, ਸਿੱਖੀ ਦੇ ਮੋਢੀ ਪਹਿਲੀ ਪਾਤਸ਼ਾਹੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਇਸ ਸੰਸਾਰ ਵਿੱਚ ਉਹਨਾਂ ਦਾ ਆਗਮਨ ਵੀ ਨਹੀਂ ਹੋਇਆ ਸੀ ਤੇ ਸਿੱਖੀ ਦੀ ਹੋਂਦ ਵੀ ਨਹੀਂ ਹੋਈ ਸੀ, ਤਾਂ ਇੱਕ ਮੁਸਲਮਾਨ ਫਕੀਰ ਗੁਰੂ ਸਾਹਿਬ ਦੇ ਪਿਤਾ ਜੀ ਨੂੰ ਗੁਰੂ ਸਾਹਿਬ ਦੇ ਆਗਮਨ ਦੀ ਬਸ਼ਾਰਤ ਦਿੰਦਾ ਪਹਿਲੇ।
ਰਸਾਲਾ ਸੰਤ ਸਿਪਾਹੀ ਅੰਮ੍ਰਿਤਸਰ ਨਵੰਬਰ 1956 ਦਰਜ ਹੈ। ਇਹ ਤੋਂ ਲੱਗਦਾ ਕਿ ਸਾਡੀਆਂ ਸਾਂਝਾਂ ਤਾਂ ਕੁਦਰਤ ਵੱਲੋਂ ਹੀ ਕਾਇਮ ਕਰ ਦਿੱਤੀਆਂ ਗਈਆਂ ਸੀ। ਇਸੇ ਕਰਕੇ ਇੱਕ ਮੁਸਲਮਾਨ ਫਕੀਰ ਬਸ਼ਾਰਤ ਦੇ ਰਿਹਾ ਗੁਰੂ ਸਾਹਿਬ ਨੂੰ। ਫਿਰ ਜਦੋਂ ਜਿਸ ਰਾਤ ਗੁਰੂ ਸਾਹਿਬ ਦਾ ਆਗਮਨ ਹੁੰਦਾ ਹੈ ਤਾਂ ਰਾਏ ਬਲਾਰ ਮੁਹੰਮਦ ਪੱਟੀ ਜਿਹੜਾ ਰਾਏ ਭੋਜ ਦੇ ਮੰਡੀ ਦਾ ਉਸ ਵਕਤ ਰਾਜਾ ਸੀ, ਉਹ ਇੱਕ ਸੁਪਨਾ ਵੇਖ ਰਿਹਾ ਹੈ ਜਿਸ ਨੂੰ ਪ੍ਰੋਫੈਸਰ ਮੋਹਨ ਸਿੰਘ ਸਿੱਖ ਵਿਦਵਾਨ ਤੇ ਕਵੀ ਨਾਨਕ ਪ੍ਰਕਾਸ਼ ਪੱਤਰਕਾ ਮਾਰਚ 1969 ਵਿੱਚ ਦੱਸਦੇ ਨੇ ਕਿ ਜਦੋਂ ਗੁਰੂ ਸਾਹਿਬ ਦਾ ਆਗਮਨ ਹੋ ਰਿਹਾ, ਠੀਕ ਉਸ ਤੋਂ ਪਹਿਲਾਂ ਰਾਏ ਬਲਾਰ ਮੁਹੰਮਦ ਪੱਟੀ ਇਹ ਸੁਪਨਾ ਵੇਖ ਰਿਹਾ ਕਿ ਤਲਵੰਡੀ ਵਿਖੇ ਇੱਕ ਨੂਰ ਦਾ ਦਰਿਆ ਵਗੇਗਾ ਜੋ ਲੋਕਾਂ ਦੇ ਵਿਰਾਨ ਪਏ ਮਨਾਂ ਨੂੰ ਵਿਰਾਨ ਪਏ ਦਿਲਾਂ ਨੂੰ ਰੱਬੀ ਨੂਰ ਨਾਲ ਰੋਸ਼ਨ ਕਰੇਗਾ। ਉਸੇ ਟਾਈਮ ਉਸੇ ਹੀ ਪਲ ਜਨਮਿਆ ਕਾਲੂ ਦੇ ਘਰ ਬਾਲ, ਮਾਤਾ ਤਿਰਪਤਾ ਹੋ ਗਈ ਤੱਕਣਸਾਰ ਨਿਹਾਲ, ਲਾਇਆ ਦਾਈ ਦੌਲਤਾਂ ਚੁੱਕ ਲੇਜੇ ਨਾਲ, ਕੋਸੇ ਪਾਣੀ ਨਾਲ ਫਿਰ ਦਿੱਤਾ ਤੁਰਤ ਨਿਹਾਲ, ਪੱਟ ਦੇ ਵਿੱਚ ਲਪੇਟਿਆ ਕੀਤੀ ਤੁਰਤ ਸੰਭਾਲ, ਫਿਰ ਬਿਸਮਿਲ੍ਲਾ ਆਖੇ ਦਿੱਤਾ ਸ਼ਹਿਦ ਚਟਾਲ। ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਨੂੰ ਗੁੜਤੀ ਹੋਈ ਇੱਕ ਮੁਸਲਮਾਨ ਦਾਈ ਦੌਲਤਾਂ ਨੇ ਦਿੱਤੀ ਸੀ। ਸੰਸਾਰ 'ਚ ਆਉਣ ਤੋਂ ਬਾਅਦ ਗੁਰੂ ਸਾਹਿਬ ਦੇ ਸਰੀਰ 'ਚ ਜੇ ਕੋਈ ਪਹਿਲੀ ਚੀਜ਼ ਗਈ ਹੈ ਉਹਨਾਂ ਦੇ ਮਾਤਾ ਦੇ ਦੁੱਧ ਤੋਂ ਵੀ ਪਹਿਲਾਂ, ਤਾਂ ਉਹ ਇੱਕ ਮੁਸਲਮਾਨ ਦਾਈ ਦੌਲਤਾਂ ਵੱਲੋਂ ਦਿੱਤੀ ਗੁੜਤੀ ਸੀ। ਇਹ ਸਾਡੀ ਸਰੀਰਕ ਸਾਂਝ ਹੈ, ਉਹ ਸਾਡੀ ਰੂਹਾਨੀ ਸਾਂਝ ਸੀ, ਇਹ ਸਰੀਰਕ ਸਾਂਝ ਹੈ। ਤੇ ਜਦੋਂ ਇਤਿਹਾਸ ਦੱਸਦਾ ਵੀ ਜਦੋਂ ਦੌਲਤਾਂ ਦਾਈ ਗੁਰੂ ਸਾਹਿਬ ਨੂੰ ਨਹਾਉਣ ਤੋਂ ਆਉਣ ਜਾਂ ਉਹਨਾਂ ਦੀ ਮਾਲਿਸ਼ ਵਗੈਰਾ ਕਰਨ ਲਈ ਬੇਬੇ ਮਾਤਾ ਤ੍ਰਿਪਤਾ ਕੋਲ ਜਾਂਦੀ ਸੀ ਤਾਂ ਭਾਈ ਮਰਦਾਨੇ ਨੂੰ ਨਾਲ ਲੈ ਜਾਂਦੀ ਸੀ, ਕਿਉਂਕਿ ਭਾਈ ਮਰਦਾਨੇ ਦੀ ਮਾਸੀ ਲੱਗਦੀ ਸੀ ਰਿਸ਼ਤੇ 'ਚ। ਕਿਉਂਕਿ ਦੌਲਤਾਂ ਦਾਈ ਮਨਾਖੀ ਸੀ, ਇਸ ਲਈ ਜਦੋਂ ਵੀ ਉਹ ਨਾਲ ਲੈ ਕੇ ਜਾਂਦੀ ਸੀ ਤਾਂ ਉਦੋਂ ਬਾਅਦ ਜਦੋਂ ਗੁਰੂ ਸਾਹਿਬ ਹੱਥਾਂ 'ਚ ਆਉਣ ਜੋਗੇ ਹੋ ਗਏ, ਗੋਦੀ ਚੁੱਕਣ ਜੋਗੇ ਹੋ ਗਏ, ਤਾਂ ਇਤਿਹਾਸ ਦੱਸਦਾ ਹੈ ਗੁਰੂ ਸਾਹਿਬਾਨ ਦੇ ਮੁਸਲਮਾਨ ਮੁਰੀਦ ਪੰਨਾ ਨੰਬਰ 34 ਤੇ 38 ਤੇ ਹੈ, ਗੱਜਣ ਸਿੰਘ ਦੀ ਕਿਤਾਬ ਹੈ, ਗੱਜਣ ਵਾਲਾ ਸੁਖਵਿੰਦਰ ਸਿੰਘ ਜੀ ਉਹਨਾਂ ਦੀ ਕਿਤਾਬ ਹੈ। ਉਹ ਲਿਖਦੇ ਨੇ ਕਿ ਭਾਈ ਮਰਦਾਨਾ ਜਿਹੜਾ 10 ਸਾਲ ਬੜਾ ਸੀ ਗੁਰੂ ਸਾਹਿਬ ਤੋਂ, ਬੇਬੇ ਨਾਨਕੀ ਤੋਂ ਗੁਰੂ ਸਾਹਿਬ ਨੂੰ ਫੜ ਲੈਂਦਾ ਤੇ ਗੋਦੀ ਚੁੱਕ ਕੇ ਗਲੀਆਂ 'ਚ ਤੁਰਦਾ ਫਿਰਦਾ ਕਰਾਉਂਦਾ ਰਹਿੰਦਾ ਹੈ ਨਾ। ਇੱਕ ਵਾਰ ਜਦੋਂ ਭਾਈ ਮਰਦਾਨੇ ਦੀ ਮਾਤਾ ਜਿਸ ਦਾ ਨਾਮ ਲੱਖੋ ਬੀਬੀ ਸੀ, ਪੈਸੇ ਕਰਨੀ ਉਹ ਤੰਗ ਸੀ, ਉਹ ਭਾਈ ਮਰਦਾਨੇ ਨੂੰ ਆਖ ਰਹੀ ਸੀ ਕਿਸੇ ਕੋਠਾ ਕਿਸੇ ਪੱਲਾ ਮੈਨੂੰ ਆਸ ਤੇਰੀ ਅੱਲਾ, ਕਿਉਂਕਿ ਇਹ ਡੂਮ ਬਰਾਦਰੀ ਦਾ ਤਾਲੁਕ ਰੱਖਦੇ ਤੇ ਇਹ ਗੱਲ ਨੂੰ ਗਾ ਕੇ ਕਹਿੰਦੇ ਨੇ। ਤਾਂ ਨੇੜੇ ਹੀ ਗੁਰੂ ਸਾਹਿਬ ਬਾਲ ਅਵਸਥਾ ਅੰਦਰ ਆਪਣੇ ਸੰਗੀ ਜਵਾਕਾਂ ਨਾਲ ਖੇਡ ਰਿਹਾ ਸੀ। ਜਦੋਂ ਗੁਰੂ ਸਾਹਿਬ ਨੇ ਭਾਈ ਮਰਦਾਨੇ ਦੀ ਮਾਤਾ ਦੇ ਮੂੰਹ ਤੋਂ ਇਹ ਬੋਲ ਸੁਣੇ ਨਾ, ਮੁਖ ਤੋਂ, ਤਾਂ ਉਸ ਨੂੰ ਆਖਿਆ ਵਾਹ ਅਸੀਂ ਵੀ ਅੱਲਾ ਦਾ ਆਸਰਾ ਹੀ ਤੱਕਦੇ ਹਾਂ ਤੇ ਤੁਹਾਡਾ ਆਸਰਾ ਵੀ ਅੱਲਾ ਹੀ ਹੈ, ਸਾਨੂੰ ਤਾਂ ਅੱਲਾ ਵਾਲਿਆਂ ਦੀ ਬਹੁਤ ਲੋੜ ਹੈ। ਬੀਬੀ ਤੂੰ ਐਂ ਕਰ ਮੈਨੂੰ ਆਪਣਾ ਪੁੱਤਰ ਦੇ ਦੇ, ਬੀਬੀ ਤੂੰ ਐਂ ਕਰ ਮੈਨੂੰ ਆਪਣਾ ਪੁੱਤਰ ਦੇ ਦੇ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਨੇ ਬਾਲ ਅਵਸਥਾ ਅੰਦਰ ਹੀ ਭਾਈ ਮਰਦਾਨੇ ਦੀ ਮਾਤਾ ਤੋਂ ਭਾਈ ਮਰਦਾਨੇ ਨੂੰ ਆਪਣੇ ਲਈ ਮੰਗ ਕੇ ਸਿੱਖ ਮੁਸਲਮਾਨ ਸਾਂਝ ਦੀ ਨੀਂਹ ਰੱਖ ਦਿੱਤੀ ਸੀ, ਹੈ ਨਾ। ਫਿਰ ਉਹ ਇਤਿਹਾਸ ਜਾਣਦਾ ਹੈ ਵੀ ਜਦੋਂ ਚੌਥੀ ਉਦਾਸੀ 'ਚ ਗੁਰੂ ਸਾਹਿਬ ਤੇ ਭਾਈ ਮਰਦਾਨਾ ਅਫਗਾਨਿਸਤਾਨ ਵਿੱਚੋਂ ਲੰਘ ਰਹੇ ਤੇ ਉਹ ਖੁਰਮ ਦਰਿਆ ਦਾ ਕੰਢੇ 'ਤੇ ਭਾਈ ਮਰਦਾਨਾ ਦਾ ਆਖਰੀ ਸਮਾਂ ਆ ਜਾਂਦਾ ਤੇ ਭਾਈ ਮਰਦਾਨੇ ਦਾ ਜਿਹੜਾ ਅਕਾਲ ਚਲਾਣਾ ਹੁੰਦਾ ਉਹ ਗੁਰੂ ਸਾਹਿਬ ਦੀ ਗੋਦ 'ਚ ਹੁੰਦਾ। ਬੋਲ ਮਰਦਾਨਾ ਕਿਤਾਬ ਹੈ 299 300 ਨੰਬਰ ਤੇ ਜਸਵੀਰ ਮੰਡ ਜੀ ਲਿਖਦੇ ਨੇ ਕਿ ਗੁਰੂ ਸਾਹਿਬ ਦੀ ਗੋਦ 'ਚ ਭਾਈ ਮਰਦਾਨੇ ਦਾ ਸਿਰ ਹੈ ਤੇ ਗੁਰੂ ਸਾਹਿਬ ਦੀ ਦੇਖਦੇ ਨੇ ਉਹਨਾਂ ਦੇ ਅੱਖਾਂ 'ਚ ਹੰਝੂ ਆਉਂਦੇ ਨੇ ਤੇ ਭਾਈ ਮਰਦਾਨਾ ਕੀ ਦੇਖਦਾ ਕਿ ਜ਼ਿੰਦਗੀ 'ਚ ਪਹਿਲੀ ਵਾਰ ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਦੇ ਅੱਖਾਂ 'ਚ ਹੰਝੂ ਨੇ ਤੇ ਉਹਨਾਂ 'ਚੋਂ ਇੱਕ ਹੰਝੂ ਨਿਕਲ ਕੇ ਭਾਈ ਮਰਦਾਨੇ ਦੇ ਮੱਥੇ ਤੇ ਆ ਟਿਕਦਾ ਤੇ ਭਾਈ ਮਰਦਾਨੇ ਦਾ ਅਕਾਲ ਚਲਾਣਾ ਹੁੰਦਾ। ਹੁਣ ਅਸੀਂ ਕਲਪਨਾ ਕਰੀਏ ਪਿਆਰ ਦੀ ਇਸ ਲਾਸਾਨੀ ਮਿਸਾਲ ਦੀ, ਜਿਸ ਭਾਈ ਮਰਦਾਨੇ ਦੀ ਗੋਦ 'ਚ ਗੁਰੂ ਸਾਹਿਬ ਬਚਪਨ 'ਚ ਖੇਡਦੇ ਰਹੇ, ਅੱਜ ਉਹੀ ਭਾਈ ਮਰਦਾਨੇ ਦਾ ਸਿਰ ਗੁਰੂ ਸਾਹਿਬ ਦੀ ਗੋਦ 'ਚ ਹੈ ਤੇ ਗੁਰੂ ਸਾਹਿਬ ਗੋਦ 'ਚ ਹੀ ਭਾਈ ਮਰਦਾਨੇ ਦਾ ਅਕਾਲ ਚਲਾਣਾ ਹੁੰਦਾ। ਇਹ ਮਾਣ ਪ੍ਰਾਪਤ ਸੀ ਇੱਕ ਮੁਸਲਮਾਨ ਭਾਈ ਮਰਦਾਨੇ ਨੂੰ, ਜੋ ਮਗਰੋਂ ਜਾ ਕੇ ਸਿੱਖ ਨੂੰ ਵੀ ਪ੍ਰਾਪਤ ਨਹੀਂ ਹੋ ਸਕਿਆ। ਤੇ ਗੁਰੂ ਸਾਹਿਬ ਨੇ ਆਪਣੇ ਹੱਥੀਂ ਭਾਈ ਮਰਦਾਨੇ ਦਾ ਕਫਨ ਦਫਨ ਅੰਤਿਮ ਸੰਸਕਾਰ ਕੀਤਾ ਸੀ। ਤੇ ਇਹ ਸਾਡੀਆਂ ਸਾਂਝਾਂ ਤਾਂ ਉਸ ਟਾਈਮ ਤੋਂ ਚਲੀਆਂ ਆ ਰਹੀਆਂ ਨੇ। ਫਿਰ ਪੰਜਵੇਂ ਗੁਰੂ ਨਾਨਕ ਸਾਹਿਬ ਯਾਨੀ ਕਿ ਆਪਾਂ ਗੱਲ ਕਰ ਲਈਏ ਗੁਰੂ ਅਰਜਨ ਦੇਵ ਜੀ ਦੇ, ਸ਼੍ਰੀ ਗੁਰੂ ਨਾਨਕ ਸਾਹਿਬ 'ਚ ਜਿੱਥੇ 6 ਉਹਨਾਂ ਦਾ 5 ਗੁਰੂ ਸਾਹਿਬਾਨ ਦੀ ਬਾਣੀ ਦਰਜ ਕੀਤੀ ਸੀ ਤੇ 7 ਮੁਸਲਮਾਨਾਂ ਦੀ ਬਾਣੀ ਦਰਜ ਕੀਤੀ ਸੀ। 9ਵੇਂ ਗੁਰੂ ਸਾਹਿਬ ਦੀ ਬਾਣੀ ਦਾ 10ਵੇਂ ਗੁਰੂ ਸਾਹਿਬ ਨੇ ਦਰਜ ਕੀਤੀ ਹੈ। ਤੇ ਜਦੋਂ ਇੱਕ ਸਿੱਖ ਨਤਮਸਤਕ ਹੁੰਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਤਾਂ 7 ਮੁਸਲਮਾਨਾਂ ਦੀ ਬਾਣੀ ਨੂੰ ਤਾਂ ਨਤਮਸਤਕ ਕਰਦਾ ਨਾ। ਫਿਰ ਸ਼੍ਰੀ ਹਰਿਮੰਦਰ ਸਾਹਿਬ ਦੀ ਨੀਂਹ ਪੱਥਰ ਸੂਫੀ ਮੀਆਂ ਮੀਰ ਤੋਂ ਰਖਾਇਆ ਗਿਆ ਹੈ ਨਾ। ਇਹ ਉਸ ਅੱਛਾ ਉਸ ਪਿੱਛੇ ਜਿਹੜੇ ਰਾਏ ਬਲਾਰ ਮੁਹੰਮਦ ਪੱਟੀ 1500 ਮੁਰੱਬੇ ਮੀਲ ਜ਼ਮੀਨ ਦਾ ਮਾਲਕ ਸੀ, ਜਿਹਦੇ ਵਿੱਚ ਉਹਨੇ 750 ਮੁਰੱਬੇ ਜ਼ਮੀਨ ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਦੇ ਯਾਨੀ ਕਿ 93,750 ਵਿਗੇ ਜ਼ਮੀਨ ਉਹ ਅੱਜ ਤੱਕ ਗੁਰੂ ਸਾਹਿਬ ਦੇ ਨਾਮ ਚਲੀ ਆ ਰਹੀ ਹੈ ਨਾ। ਯਾਨੀ ਕਿ ਸਾਂਝਾਂ ਕੋਈ ਨਵੀਆਂ ਨਹੀਂ ਹੈਗੀਆਂ, ਅਸੀਂ ਤਾਂ ਉਹਨਾਂ ਸਾਂਝਾਂ ਨੂੰ ਉਜਾਗਰ ਕਰਨ ਦਾ ਯਤਨ ਹੈ। ਫਿਰ 10ਵਾਂ ਆਪਾਂ ਫਤਿਹਗੜ੍ਹ ਸਾਹਿਬ ਦੀ ਧਰਤੀ ਦੀ ਗੱਲ ਕਰਨੀ ਹੈ ਵੀ ਇੱਥੇ ਦੀ ਸਾਂਝ ਜਿਹੜੀ ਹੈ, ਹਾਂ ਦਾ ਨਾਰੇ ਦੀ ਗੱਲ ਕਰ ਲਈਏ, ਦੀਵਾਨ ਟੋਡਰਮਲ ਦੀ ਗੱਲ ਕਰ ਲਈਏ, ਉਹ ਸਾਰੀਆਂ ਬਹੁਤ ਤਕੜੀਆਂ ਸਾਂਝਾਂ ਹੈਗੀਆਂ ਨੇ। ਤਾਂ ਇੱਥੇ ਦੇ ਬਾਰੇ ਮੈਂ ਜਾਣਨਾ ਚਾਹੁੰਦਾ ਕਿ ਤੁਸੀਂ ਇੱਥੇ ਕਦੋਂ ਤੋਂ ਲੰਗਰ ਲਾਉਣਾ ਸ਼ੁਰੂ ਕੀਤਾ ਤੇ ਤੁਹਾਡੇ ਬਜ਼ੁਰਗਾਂ ਨੇ ਤੁਹਾਨੂੰ ਕੀ ਕੀ ਸਿੱਖਿਆ ਦਿੱਤੀ ਇਹਦੇ ਬਾਬਤ? ਦੇਖੋ ਪਹਿਲਾਂ ਤਾਂ ਸਾਡੇ ਲੰਗਰ ਦਾ ਨਾਮ ਹੀ ਦੇ ਲਿਆ ਹਾ ਦਾ ਨਾਰਾ,
ਇਹ ਮਲੇਰਕੋਟਲਾ ਜਿਹੜਾ ਇਹਨੂੰ ਹਾ ਦੇ ਨਾਲੇ ਧਰਤੀ ਕਿਹਾ ਜਾਂਦਾ ਹੈ। ਉੱਥੋਂ ਅਸੀਂ ਸ਼ਹੀਦਾਂ ਦੀ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਲੰਗਰ ਲਗਾਉਣੇ ਆ। ਉਸੇ ਸਾਂਝ ਤੇ ਪਹਿਰਾ ਦਿੰਦੇ ਹੋਏ ਜਿਹੜੀ ਨਵਾਬ ਸ਼ੇਰ ਮੁਹੰਮਦ ਖਾਨ ਮਲੇਰਕੋਟਲਾ ਨੇ ਜਦੋਂ ਸੂਬੇ ਨੇ ਕਚਹਿਰੀ 'ਚ ਛੋਟੇ ਸਾਹਿਬਜ਼ਾਦਿਆਂ ਨੂੰ ਪੇਸ਼ ਕੀਤਾ ਕਾਜ਼ੀ ਦੇ, ਕਾਜ਼ੀ ਮਤਲਬ ਜੱਜ, ਤਾਂ ਕਿਤਾਬ ਹੈ ਸਿੱਖਾਂ ਲਈ ਹਿੰਦੂ ਚੰਗੇ ਜਾਂ ਮੁਸਲਮਾਨ, ਪੰਨਾ ਨੰਬਰ 37 ਤੇ ਭਾਈ ਨਰਿੰਦਰ ਸਿੰਘ ਭਲੇਰ ਲਿਖਦੇ ਨੇ, ਜਿਹੜੀ 1966 ਦੀ ਕਿਤਾਬ, ਕਿ ਜਦੋਂ ਸੂਬੇ ਸਰਹੰਦ ਨੇ ਕਾਜ਼ੀ ਨੂੰ ਕਿਹਾ ਵੀ ਇਹ ਇਸਲਾਮੀ ਸ਼ਰ੍ਹਾ ਅਨੁਸਾਰ ਇਹਨਾਂ ਨੂੰ ਕਿਹੜੀ ਸਜ਼ਾ ਦਿੱਤੀ ਜਾ ਸਕਦੀ ਹੈ, ਤਾਂ ਇਤਿਹਾਸ ਦੱਸਦਾ ਹੈ ਕਿ ਕਾਜ਼ੀ ਨੇ ਕਿਹਾ ਹਜ਼ੂਰ ਇੰਨੇ ਮਾਸੂਮ ਬੱਚਿਆਂ ਲਈ ਜਿਨ੍ਹਾਂ ਦੇ ਵਿਰੁੱਧ ਕੋਈ ਨਿੱਜੀ ਜੁਰਮ ਵੀ ਹੈ ਨਹੀਂ, ਇਸਲਾਮੀ ਸ਼ਰ੍ਹਾ 'ਚ ਕੋਈ ਸਜ਼ਾ ਤਜਵੀਜ਼ ਹੀ ਨਹੀਂ ਕੀਤੀ ਗਈ, ਹੈ ਹੀ ਨਹੀਂ। ਔਰ ਵੈਸੇ ਵੀ ਇਸਲਾਮੀ ਸ਼ਰ੍ਹਾ 7 ਔਰ 9 ਸਾਲ ਦੇ ਬੱਚੇ ਲਾਗੂ ਨਹੀਂ ਹੁੰਦੀ। ਸਾਡੇ ਮੁਸਲਮਾਨ ਬੱਚੇ ਜਿਹੜੇ ਹੁੰਦੇ ਨੇ ਉਹ ਜਦੋਂ 12-13 ਸਾਲ ਦੇ ਹੁੰਦੇ ਨੇ ਤਾਂ ਨਮਾਜ਼ ਵਾਸਤੇ ਰੋਜ਼ੇ ਵਾਸਤੇ ਕਿਹਾ ਜਾਂਦਾ, ਲਾਗੂ ਨਹੀਂ ਹੁੰਦੀ। ਤੇ ਇਸਲਾਮੀ ਸ਼ਰ੍ਹਾ ਤਾਂ ਹੈ ਹੀ ਨਹੀਂ। ਤੇ ਗਿਆਨੀ ਸ਼ੇਰ ਸਿੰਘ ਲਿਖਦੇ ਨੇ, ਉਹਨਾਂ ਦੀ ਕਿਤਾਬ ਹੈ ਦੇਗ ਤੇਗ ਦਾ ਮਾਲਿਕ, ਪੰਨਾ ਨੰਬਰ 474 ਤੇ ਨਵਾਬ ਸ਼ੇਰ ਮੁਹੰਮਦ ਖਾਨ ਨੇ ਕਿਹਾ ਸੂਬੇ ਨੂੰ ਕਿ ਇਹਨਾਂ ਨਿਰਦੋਸ਼ ਬੱਚਿਆਂ ਨੂੰ ਦੁੱਖ ਦੇਣਾ, ਹੱਤਿਆ ਕਰਨੀ ਨਹੀਂ, ਦੁੱਖ ਦੇਣਾ ਹੀ ਇਸਲਾਮੀ ਸ਼ਰ੍ਹਾ ਦੇ ਵਿਰੁੱਧ ਹੈ। ਤੇ ਬਾਬੂ ਤੇਜਾ ਸਿੰਘ ਜੀ ਲਿਖਦੇ ਨੇ ਜਫਰਨਾਮਾ ਸਟੀਕ ਪੰਨਾ 16 ਤੇ ਨਵਾਬ ਮਲੇਰਕੋਟਲਾ ਨੇ ਕਿਹਾ ਸੂਬੇ ਨੂੰ ਕਿ ਇਹਨਾਂ ਮਾਸੂਮ ਬੱਚਿਆਂ ਦਾ ਕੀ ਕਸੂਰ ਹੈ, ਕਸੂਰ ਪਿਤਾ ਦਾ, ਤੇਰੀ ਜੰਗ ਹੋਣ ਨਾਲ ਹੈ, ਤੇ ਜਾਨ ਇਹਨਾਂ ਮਾਸੂਮਾਂ ਦੀ ਲਈ ਜਾਵੇ, ਕਿਹੜਾ ਇਨਸਾਫ ਹੈ। ਦਲੇਰੀ ਤਾਂ ਇਹ ਹੈ ਕਿ ਇਹਨਾਂ ਦੇ ਪਿਤਾ ਨਾਲ ਜੰਗ ਕੀਤੀ ਜਾਵੇ। ਸੰਭਵ ਸੀ ਕਿ ਸੂਬਾ ਸਰਹੰਦ ਛੋਟੇ ਸਾਹਿਬਜ਼ਾਦਿਆਂ ਨੂੰ ਛੱਡ ਦਿੰਦਾ, ਤਾਂ ਕੋਲੇ ਬੈਠਾ ਦੁਸ਼ਟ ਸੁੱਚਾਨੰਦ ਜਿਹੜਾ ਸੂਬੇ ਸਰਹੰਦ ਦਾ ਖਾਸ ਸਲਾਹਕਾਰ ਸੀ, ਕਹਿੰਦਾ ਸੱਪ ਦੇ ਬੱਚੇ ਸੱਪ ਹੀ ਹੁੰਦੇ ਨੇ। ਉਹ ਗਿਆਨੀ ਸ਼ੇਰ ਸਿੰਘ ਲਿਖਦੇ ਨੇ ਕਿ ਇਸ ਗੱਲ ਨੇ ਜ਼ਾਲਮ ਸੂਬਾ ਸਰਹੰਦ ਦੇ ਦਿਲ ਤੇ ਬਾਰੂਦ ਦਾ ਕੰਮ ਕੀਤਾ। ਜਦੋਂ ਸੂਬਾ ਸਰਹੰਦ ਆਪਣੀ ਜਿੱਤ ਤੇ ਅੜਿਆ ਰਿਹਾ ਤਾਂ ਨਵਾਬ ਮਲੇਰਕੋਟਲਾ ਇਹ ਕਹਿੰਦਾ ਹੋਇਆ ਵਾਕਆਊਟ ਕਰ ਗਿਆ ਕਿ ਜਿੱਥੇ ਮਜ਼ਲੂਮਾਂ ਤੇ ਮਾਸੂਮਾਂ ਤੇ ਜ਼ੁਲਮ ਹੁੰਦਾ ਉੱਥੇ ਰੱਬ ਦਾ ਕਹਿਰ ਨਾਜ਼ਲ ਹੁੰਦਾ, ਹੁਣ ਇੱਥੇ ਰੱਬ ਦਾ ਕਹਿਰ ਨਾਜ਼ਲ ਹੋਊਗਾ। ਇਤਿਹਾਸ ਦੱਸਦਾ ਵੀ ਅਗਰ ਪਹਿਲਾਂ ਗੰਗੂ ਵਿਸ਼ਵਾਸਘਾਤ ਨਾ ਕਰਦਾ, ਸੂਬੇ ਸਰਹੰਦ ਨੂੰ ਜਿਹੜਾ ਸੁਪਨਾ ਆਉਂਦਾ ਸੀ ਕਿ ਛੋਟੇ ਸਾਹਿਬਜ਼ਾਦੇ ਤੇ ਮਾਤਾ ਜੀ ਸਿਹੋੜੀ ਜਾਂ ਖੇੜੀ ਪਿੰਡ ਨੇ, ਹੈ ਨਾ, ਉਸ ਵੇਲੇ ਵਿਸ਼ਵਾਸਘਾਤ ਕਰਕੇ ਗ੍ਰਿਫਤਾਰ ਨਾ ਕਰਾਉਂਦਾ, ਫਿਰ ਦੂਜੇ ਦੀਵਾਨ ਸੁੱਚਾਨੰਦ ਬਾਰ-ਬਾਰ ਨਾ ਭੜਕਾਉਂਦਾ, ਤਾਂ ਹੋ ਸਕਦਾ ਇਹ ਸੋਗ ਦਾ ਇਹ ਘਟਨਾ ਹੀ ਨਾ ਵਾਪਰਦੀ। ਤੇ ਉਹ ਨਵਾਬ ਸ਼ੇਰ ਮੁਹੰਮਦ ਖਾਨ ਦੀ ਸ਼ਹਿਰ ਤੋਂ ਅਸੀਂ ਉਹਦੇ ਉਹਨਾਂ ਦੇ ਵਾਰਸ ਹਰ ਸਾਲ ਇੱਥੇ ਸਾਹਿਬਜ਼ਾਦਿਆਂ ਦੇ ਦੁੱਖ 'ਚ ਕਿੰਨੇ ਸਾਲਾਂ ਤੋਂ ਆ ਰਹੇ ਹੋ? ਕਈ ਸਾਲ ਹੋ ਗਏ ਆਉਂਦਿਆਂ ਨੂੰ। ਔਰ ਹਰ ਸਾਲ ਅਸੀਂ ਲੰਗਰ ਲਾਉਣੇ ਮਿੱਠੇ ਚਾਵਲਾਂ ਦਾ। ਇਹਨਾਂ ਮਿੱਠੇ ਚਾਵਲਾਂ ਦੇ ਰਾਹੀਂ ਅਸੀਂ ਮਿਠਿਆਸ ਵੰਡਣ ਦੀ ਕੋਸ਼ਿਸ਼ ਕਰਦੇ ਹਾਂ ਸੰਗਤ 'ਚ, ਹੈ ਨਾ। ਤੇ ਜੋ ਮਿਠਿਆਸ ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨੇ ਦੇ ਸੀਗੀ, ਅੱਜ ਉਹਨਾਂ ਦੇ ਵਾਰਸ ਮਿਲ ਕੇ ਉਸ ਮਿਠਿਆਸ ਨੂੰ ਅੱਗੇ ਵਧਾਉਣਾ ਚਾਹੁੰਦੇ ਹਾਂ। ਇਸੇ ਕਰਕੇ जोगी अल्लाह यार खान ने कहा ਸੀ ਨਾ, ਉਹ ਵੀ ਮੁਸਲਮਾਨ ਸੀ, बस हिंद में तीर्थ है यात्रा के लिए, कटाए बाप ने बच्चे जहाँ खुदा के लिए, है ना। तो नवाब शेर मुहम्मद खान ने तो कहा थी उस वेले जो उन्होंने कहा भी तू अपने भाई का बदला ले लै, बदला ही लेना होगा तो हम लेंगे बाप से, खुदा महफूज रखे खुदा हमको ऐसे पाप से। ठीक है नहीं, ये गल तो हाकमां दी है। हाकम ਜਿਹੜੇ ਅਸੀਂ ਇਤਿਹਾਸ ਗਵਾਇਆ ਕਿ ਹਾਕਮ ਲਈ ਪਹਿਲਾਂ ਉਹਦੀ ਹਕੂਮਤ ਹੁੰਦੀ ਹੈ ਧਰਮ ਮਗਰੋਂ, ਹੈ ਨਾ, ਬਲਕਿ ਉਹ ਤਾਂ ਆਪਣੇ ਮੁਫਾਦ ਲਈ ਆਪਣੇ ਸਵਾਰਥੀ ਧਰਮ ਦਾ ਇਸਤੇਮਾਲ ਕਰਦੇ ਨੇ। ਅੱਜ ਵੀ ਇਹੀ ਹੋ ਰਿਹਾ, ਅੱਜ ਤਾਂ ਧਰਮ ਦੇ ਹੋਕੇ ਲਾ ਲਾ ਕੇ ਹਕੂਮਤਾਂ ਪ੍ਰਾਪਤ ਕੀਤੀਆਂ ਤੇ ਚਲਾਈਆਂ ਜਾ ਰਹੀਆਂ ਨੇ। ਇਸ ਲਈ ਮੇਰਾ ਸੁਨੇਹਾ ਹੈ ਤੁਹਾਡੇ ਚੈਨਲ ਰਾਹੀਂ ਵੀ ਅਸੀਂ ਅਜਿਹੇ ਖੁਦਗਰਜ਼ ਸਵਾਰਥੀ ਹਾਕਮਾਂ ਨੂੰ ਮੁੱਖ ਰੱਖ ਕੇ ਆਪਸੀ ਭਾਈਚਾਰਕ ਸਾਂਝ ਤੇ ਇਨਸਾਨੀਅਤ ਨੂੰ ਲੀਰੋ ਲੀਰ ਨਾ ਕਰੀਏ। ਬਹੁਤ ਸਮੇਂ ਤੋਂ ਮੈਂ ਦੇਖਦਾ ਵੀ ਸਿੱਖ ਮੁਸਲਮਾਨ ਸਾਂਝਾਂ ਜਿਹੜੀਆਂ ਹੈਗੀਆਂ ਨੇ ਉਹਨੂੰ ਹੋਰ ਮਜ਼ਬੂਤ ਕਰਨ ਲਈ ਉਪਰਾਲੇ ਕਰਦੇ ਹੋ। ਟਿੱਕਰੀ ਬਾਰਡਰ ਤੇ ਵੀ ਜਿੰਨਾ ਟਾਈਮ ਅੰਦੋਲਨ ਚੱਲਿਆ ਲੰਗਰ ਲਾਉਂਦੇ ਰਹੇ ਤੇ ਲੰਗਰ ਚੱਲਦਾ ਰਿਹਾ, ਤੇ ਤੁਹਾਡੇ ਮਨ ਦੇ ਵਿੱਚ ਕਦੇ ਆਇਆ ਵੀ ਸਿੱਖ ਜਿਹੜੇ ਹੈਗੇ ਨੇ ਕਿਸੇ ਤਰੀਕੇ ਦੀ ਤੁਹਾਨੂੰ ਕਦੇ ਠੇਸ ਪਹੁੰਚੀ ਹੋਵੇ, ਮਨ ਨੂੰ ਨਿਰਾਸ਼ਾ ਹੋਈ ਹੋਵੇ ਵੀ ਮੈਂ ਸਿੱਖਾਂ ਲਈ ਕੰਮ ਕਰ ਰਿਹਾ, ਸਿੱਖ ਯਾਰ ਇਹ ਕਰ ਰਹੇ ਆ? ਦੇਖੋ ਬਹੁਤ ਨਿਸ਼ਚੈ ਸਵਾਲ ਕਰਦੇ, ਜਿਹੜਾ ਧਰਮ ਹੈ ਭੇਸ ਦਾ ਨਾਮ ਨਹੀਂ ਹੈਗਾ। ਜਿਹੜਾ ਬੰਦਾ ਸਿੱਖ ਹੋ ਕੇ ਗੁਰੂ ਗ੍ਰੰਥ ਸਾਹਿਬ ਸਿੱਖਿਆ ਨੂੰ ਨਹੀਂ ਮੰਨਦਾ, ਉਹ ਸਿੱਖ ਤਾਂ ਹੈ, ਸਿੱਖ ਤਾਂ ਘਰ 'ਚ ਪੈਦਾ ਹੋ ਗਿਆ ਪਰ ਗੁਰੂ ਦਾ ਸਿੱਖ ਨਹੀਂ ਹੈ। ਠੀਕ ਹੈ ਨਹੀਂ, ਇਸੇ ਤਰ੍ਹਾਂ ਜਿਹੜਾ ਮੁਸਲਮਾਨ ਘਰ 'ਚ ਪੈਦਾ ਹੋ ਗਿਆ ਮੁਸਲਮਾਨ ਤਾਂ ਹੈ, ਅਗਰ ਉਹ ਇਸਲਾਮੀ ਸਿੱਖਿਆਵਾਂ ਨੂੰ ਨਹੀਂ ਮੰਨਦਾ ਸੱਚਾ ਮੁਸਲਮਾਨ नहीं है। जो तकलीफ ਦਿੱਤੀ भी है तो फिर सिख था, है ना, गुरु ਦਾ ਸਿੱਖ ਨਹੀਂ। ਗੁਰੂ ਦਾ ਸਿੱਖ ਤਾਂ ਦੇ ਨਹੀਂ ਸਕਦਾ, ਕਿਉਂਕਿ ਸਾਡੇ ਦੋਹਾਂ ਦੀ ਜਿਹੜੀ ਮੁੱਢਲੀ ਜੜ ਦੀ ਸਾਂਝ ਹੈ ਨਾ ਅਕਾਲ ਪੁਰਖ ਦੀ ਏਕਤਾ ਦੀ। ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ ਏਕੋ ਹੈ, ਲਾ ਇਲਾਹਾ ਇਲੱਲਾ, ਇੱਕ ਰੱਬ ਦੀ ਗੱਲ ਕੀਤੀ ਨਾ। ਸਾਡੇ ਤਾਂ ਮੁੱਢਲੇ ਵਿਸ਼ਵਾਸ ਦੀ ਸਾਂਝ ਹੈ, ਮੁੱਢਲੇ ਅਕੀਦੇ ਦੀ ਸਾਂਝ ਹੈ। ਮੈਂ ਅਕਸਰ ਕਹਿੰਦਾ ਉਹਨਾਂ ਇੱਕ ਜੜ ਚੋਂ ਇੱਕ ਤਣਾ ਨਿਕਲਿਆ, ਦੋ ਟਹਿਣੇ ਹੋ ਗਏ ਅੱਗੇ ਜਾ ਕੇ, ਉਹਦੇ ਫਰਕ ਹੀ ਹੋਇਆ, ਜੜ ਤਾਂ ਇੱਕ ਹੀ ਨਾ। ਤੇ ਫਿਰ ਸਾਨੂੰ ਦੁੱਖ ਆ ਇਸ ਚੀਜ਼ ਦਾ। ਠੀਕ ਹੈ ਨਹੀਂ। ਇੱਕ ਸਵਾਲ ਹੋਰ ਆ ਰਿਹਾ ਸੀ ਦਿਮਾਗ 'ਚ ਵੀ ਜਿਹੜੀ ਕੱਟੜਤਾ ਹੁੰਦੀ ਹੈ, ਕੱਟੜਤਾ ਬਹੁਤ ਨੁਕਸਾਨ ਕਰ ਦਿੰਦੀ ਹੈ। ਜਿਵੇਂ ਸਿੱਖਾਂ 'ਚ ਵੀ ਹੋ ਸਕਦੀ ਹੈ, ਮੁਸਲਮਾਨਾਂ 'ਚ ਵੀ ਕੱਟੜਤਾ ਹੋ ਸਕਦੀ ਹੈ। ਜਿਹੜੇ ਕੱਟੜ ਮੁਸਲਮਾਨ ਹੋਣਗੇ ਤੁਹਾਡੀ ਉਹ ਸਾਂਝ ਤੋਂ ਕਿਤੇ ਨਾ ਕਿਤੇ ਖਫਾ ਹੋਣਗੇ। ਨਹੀਂ, ਅਸਲ ਕੱਟੜ ਦੀ ਪਰਿਭਾਸ਼ਾ ਹੀ ਗਲਤ ਹੈ। ਕੱਟੜ ਉਹ ਹੁੰਦਾ ਜਿਹੜਾ ਧਰਮ ਨੂੰ ਪੂਰੀ ਤਰ੍ਹਾਂ ਜਾਣਦਾ। ਇਹ ਉਹ ਲੋਕ ਨੇ ਜਿਹੜੇ ਨੀਮ ਹਕੀਮ ਖਤਰਾ ਹੈ ਜਾਨ, ਨੀਮ ਮੁੱਲਾ ਖਤਰਾ ਹੈ ਇਮਾਨ। ਜਿਵੇਂ ਅਧੂਰਾ ਡਾਕਟਰ ਜਾਨ ਲਈ ਖਤਰਾ ਹੈ ਨਾ,
ਉਸ ਤਰ੍ਹਾਂ ਹੀ ਮੁੱਲਾ ਗਿਆਨੀ, ਅਧੂਰਾ ਜਿਹੜਾ ਗਿਆਨੀ ਆ ਉਹ ਇਮਾਨ ਲਈ ਖਤਰਾ ਹੈ। ਇਹ ਉਹ ਲੋਕ ਨੇ ਜਿਨ੍ਹਾਂ ਨੂੰ ਧਰਮ ਦੇ ਬਾਰੇ ਜਾਣਦੇ ਨਹੀਂ ਹੈਗੇ, ਕਿਉਂਕਿ ਧਰਮ ਜੋੜਦਾ ਹੁੰਦਾ, ਤੋੜਦਾ ਨਹੀਂ ਹੁੰਦਾ। ਧਰਮ ਪਿਆਰ ਸਿਖਾਉਂਦਾ, ਨਫ਼ਰਤ ਨਹੀਂ ਸਿਖਾਉਂਦਾ। ਜੇ ਕੋਈ ਚੀਜ਼ ਸਾਡੀ ਵਿਚਕਾਰ ਤੋੜ ਪੈਦਾ ਕਰ ਰਹੀ ਹੈ, ਨਫ਼ਰਤ ਪਾ ਰਹੀ ਹੈ, ਤਾਂ ਉਹ ਧਰਮ ਨਹੀਂ ਹੈ, ਅਧਰਮ ਹੈ, ਅਧਰਮ ਹੈ, ਅਧਰਮ ਹੈ, ਧਰਮ ਦੇ ਭੇਸ 'ਚ ਹੈ। ਫਿਰ ਉਸ ਤੋਂ ਨਫ਼ਰਤ ਕਾਹਦੀ, ਉਸ ਤੋਂ ਦੁੱਖ ਕਾਹਦਾ? ਉਹ ਤਾਂ ਹੈ ਹੀ ਨਹੀਂ ਧਰਮੀ। ਜਿਹੜਾ ਬੰਦਾ ਇਨਸਾਨ ਹੀ ਨਹੀਂ ਬਣਿਆ ਉਹ ਧਾਰਮਿਕ ਕਿਵੇਂ ਹੋ ਸਕਦਾ? ਮੈਂ ਅਕਸਰ ਕਹਿਣਾ ਹੁੰਦਾ, ਇੱਕ ਬੰਦਾ ਕਹੇ BA ਪਾਸ ਕੀਤੇ ਬਿਨਾਂ ਹੀ ਕਿ ਮੈਂ MA ਪਾਸ ਹਾਂ, ਆਪਾਂ ਨੂੰ ਕੀ ਕਹਾਂਗੇ? MA ਪਾਸ ਆ, ਐਵੇਂ। ਇਸੇ ਤਰ੍ਹਾਂ ਹੀ ਜਿਹੜਾ ਇਨਸਾਨ ਬਣੇ ਬਿਨਾਂ ਧਾਰਮਿਕ ਹੋਣ ਦਾ ਦਾਅਵਾ ਕਰਦਾ ਉਹ ਐਵੇਂ ਦਾ ਧਾਰਮਿਕ ਹੈ, ਦੁਖੀ ਨੇ। ਕਿਉਂਕਿ ਧਰਮ ਤਨ ਦਾ ਵਿਸ਼ਾ ਹੈ ਹੀ ਨਹੀਂ, ਪਹਿਰਾਵੇ ਦਾ ਨਾਮ ਹੈ ਹੀ ਨਹੀਂ, ਹੈ ਨਾ, ਭੇਸ ਦਾ ਨਾਮ ਹੈ ਹੀ ਨਹੀਂ। ਧਰਮ ਤਾਂ ਮਨ ਦਾ ਵਿਸ਼ਾ ਹੈ, ਸੋਚ ਦਾ। ਜਿਹਦੀ ਸੋਚ ਹੀ ਨਹੀਂ ਬਦਲੀ, ਮਨ ਹੀ ਨਹੀਂ ਬਦਲਿਆ, ਉਹ ਧਾਰਮਿਕ ਹੋਇਆ ਹੀ ਨਹੀਂ। ਫਿਰ ਉਸ 'ਤੇ ਦੁੱਖ ਐਸਾ, ਉਹ ਧਾਰਮਿਕ ਹੀ ਨਹੀਂ ਹੈ। ਹਾਂ ਦਾ ਨਾਰਾ ਧਰਤੀ ਤੋਂ ਆਏ, ਸ਼ਹੀਦਾਂ ਦੀ ਧਰਤੀ ਤੇ, ਸ਼ਹੀਦਾਂ ਦੀ ਧਰਤੀ ਤੇ ਆਏ। ਕੀ ਮੈਸੇਜ ਦਿੰਦੇ ਹੋ ਸਿੱਖਾਂ ਨੂੰ, ਮੁਸਲਮਾਨ ਭਾਈਚਾਰੇ ਨੂੰ, ਜਾਂ ਪੂਰੀ ਕਮਿਊਨਿਟੀ ਨੂੰ ਕੀ ਮੈਸੇਜ ਦਿੰਦੇ? मैं तो एक शेर है उर्दू का शेर सुनाऊँ, उनका जो काम है वो अहले सियासत जाने। ਸਾਡੇ ਤੁਸੀਂ ਪੂਰਾ ਇਤਿਹਾਸ ਚੱਕ ਲਓ, ਹਾਕਮਾਂ ਨੂੰ ਛੱਡ ਕੇ ਤੁਸੀਂ ਇੱਕ ਉਦਾਹਰਨ ਦੇ ਸਕਦੇ ਕਿਸੇ ਮੁਸਲਮਾਨ ਨੇ ਕਿਸੇ ਗੁਰੂ ਸਾਹਿਬ ਨਾਲ ਦਗਾ ਕੀਤਾ ਹੋਵੇ, ਇਤਿਹਾਸ ਗਵਾਹ ਹੈ ਨਾ। ਇਹ ਹਾਕਮ ਲੋਕ ਨੇ, ਇਹਨਾਂ ਨੇ ਆਪਣੀ ਹਕੂਮਤ ਕਰਨੀ ਡੰਡੇ ਨਾਲ। ਉਹ ਚਾਹੇ ਧਰਮ ਦੀ ਗੱਲ ਕਰਨ, ਚਾਹੇ ਕੌਮ ਦੀ ਗੱਲ ਕਰਨ, ਚਾਹੇ ਭਾਸ਼ਾ ਦੀ ਗੱਲ ਕਰਨ, ਉਹਨਾਂ ਦਾ ਆਪਣੀ ਹਕੂਮਤ ਕਰਨੀ ਹੁੰਦੀ ਹੈ। ਇਸ ਲਈ ਉਨਕਾ ਜੋ काम है वो अहले सियासत जाने। मेरा पैगाम मोहब्बत है जहाँ तक पहुँचे। ਮੁਹੱਬਤ ਦਾ ਪੈਗਾਮ ਲੈ ਕੇ ਆਏ ਹਾਂ, ਮੁਹੱਬਤ ਦਾ ਪੈਗਾਮ ਵੰਡਦੇ ਰਹਾਂਗੇ, ਮੁਹੱਬਤ ਦਾ ਪੈਗਾਮ ਵੰਡਦੇ ਆ ਰਹੇ ਹਾਂ। ਧੰਨਵਾਦ ਜੀ, ਸ਼ੁਕਰੀਆ। ਬਹੁਤ ਬਹੁਤ ਧੰਨਵਾਦ ਜੀ, ਸ਼ੁਕਰੀਆ। ਸੋ ਇਸੇ ਕਿ ਡਾਕਟਰ ਨਸ਼ੀਰ ਅਖਤਰ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਹੈ। ਸਿੱਖ ਮੁਸਲਿਮ ਸਾਂਝਾ ਇਹਨਾਂ ਦੀ ਸੰਸਥਾ ਹੈਗੀ ਹੈ। ਹਾਂ ਦਾ ਨਾਰਾ ਦੇ ਨਾਂ ਤੇ ਲੰਗਰ ਜਿਹੜਾ ਉਹ ਉਹਨਾਂ ਨੇ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਉਹਨਾਂ ਸ਼ਹੀਦਾਂ ਨੂੰ ਸਮਰਪਿਤ ਲੰਗਰ ਲਾਇਆ ਤੇ ਮਿੱਠੇ ਚੌਲਾਂ ਦਾ ਲੰਗਰ ਲਾਇਆ। ਲੰਗਰ ਲਾਉਣ ਦਾ ਮਕਸਦ ਇਹ ਹੈ ਮਿੱਠੇ ਚੌਲਾਂ ਦਾ ਕਿ ਜਿਹੜੀ ਸਾਂਝ ਹੈਗੀ ਹੈ ਸਿੱਖ ਮੁਸਲਿਮ ਦੀ, ਉਹਦੇ ਵਿੱਚ ਮਿਠਾਸ ਜਿਹੜੀ ਹੈ ਬਣੀ ਰਹੇ। ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਮੈਨੂੰ ਦਿਓ ਇਜਾਜ਼ਤ। ਕੈਮਰਾਮੈਨ ਪ੍ਰਭਜੋਤ ਦੇ ਨਾਲ ਜਗਜੀਤ ਸਿੰਘ ਪੰਜੋਲੀ, ਧੰਨਵਾਦ। ਬਾਬਾ ਗਿਆ ਬਗਦਾਦ ਨੂੰ ਬਾਹਰ ਜਾਏ ਕਿ ਆਸਤਾਨਾ, ਇੱਕ ਬਾਬਾ ਆਕਾਰ ਰੂਪ, ਦੂਜਾ ਬਾਬੀ ਮਰਦਾਨਾ। ਇਹ ਸਾਂਝ ਤਾਂ ਸਾਡੀ ਸ਼ੁਰੂ ਤੋਂ ਚੱਲੀ ਆ ਰਹੀ ਹੈ। ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਨੂੰ ਗੁੜਤੀ ਹੋਈ ਇੱਕ ਮੁਸਲਮਾਨ ਦਾਈ ਦੌਲਤ ਨੇ ਦਿੱਤੀ ਸੀ। ਸੰਸਾਰ ਚ ਆਉਣ ਤੋਂ ਬਾਅਦ ਗੁਰੂ ਸਾਹਿਬ ਦੇ ਸਰੀਰ 'ਚ ਜੇ ਕੋਈ ਪਹਿਲੀ ਚੀਜ਼ ਗਈ ਹੈ ਉਹਨਾਂ ਦੇ ਮਾਤਾ ਦੇ ਦੁੱਧ ਤੋਂ ਵੀ ਪਹਿਲਾਂ, ਤਾਂ ਉਹ ਇੱਕ ਮੁਸਲਮਾਨ ਦਾਈ ਦੌਲਤਾਂ ਵੱਲੋਂ ਦਿੱਤੀ ਗੁੜਤੀ ਸੀ। ਇਹ ਸਾਡੀ ਸਰੀਰਕ ਸਾਂਝ ਹੈ, ਉਹ ਸਾਡੀ ਰੂਹਾਨੀ ਸਾਂਝ ਸੀ, ਇਹ ਸਰੀਰਕ ਸਾਂਝ ਹੈ। ਤੂੰ ਐਂ ਕਰ ਮੈਨੂੰ ਆਪਣਾ ਪੁੱਤਰ ਦੇ ਦੇ, ਬੀਬੀ ਤੂੰ ਐਂ ਕਰ ਮੈਨੂੰ ਆਪਣਾ ਪੁੱਤਰ ਦੇ ਦੇ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਨੇ ਬਾਲ ਅਵਸਥਾ ਅੰਦਰ ਹੀ ਭਾਈ ਮਰਦਾਨੇ ਦੀ ਮਾਤਾ ਤੋਂ ਭਾਈ ਮਰਦਾਨੇ ਨੂੰ ਆਪਣੇ ਲਈ ਮੰਗ ਕੇ ਸਿੱਖ ਮੁਸਲਮਾਨ ਸਾਂਝ ਨਹੀਂ ਰੱਖ ਦਿੱਤੀ ਸੀ। ਆਪਣੀ ਜਿੱਤੇ ਅੜਿਆ ਰਿਹਾ ਤਾਂ ਨਵਾਬ ਮੇਰੇ ਕੋਲ ਇਹ ਕਹਿੰਦਾ ਹੋਇਆ ਵਾਕਆਊਟ ਕਰ ਗਿਆ ਕਿ ਜਿੱਥੇ ਮਜ਼ਲੂਮਾਂ ਤੇ ਮਾਸੂਮਾਂ ਤੇ ਜ਼ੁਲਮ ਹੁੰਦਾ ਉੱਥੇ ਰੱਬ ਦਾ ਕਹਿਰ ਨਾਜ਼ਲ ਹੁੰਦਾ, ਹੁਣ ਇੱਥੇ ਰੱਬ ਦਾ ਕਹਿਰ ਨਾਜ਼ਲ ਹੋਊਗਾ। ਕਈ ਸਾਲ ਹੋ ਗਏ ਆਉਂਦਿਆਂ ਨੂੰ, ਔਰ ਹਰ ਸਾਲ ਅਸੀਂ ਲੰਗਰ ਲਾਉਣੇ ਮਿੱਠੇ ਚਾਵਲਾਂ ਦਾ। ਇਹਨਾਂ ਮਿੱਠੇ ਚਾਵਲਾਂ ਦੇ ਰਾਹੀਂ ਅਸੀਂ ਮਿਠਿਆਸ ਵੰਡਣ ਦੀ ਕੋਸ਼ਿਸ਼ ਕਰਦੇ ਹਾਂ ਸੰਗਤ 'ਚ। ਤੇ ਨਵਾਬ ਸ਼ੇਰ ਮੁਹੰਮਦ ਖਾਨ ਨੇ ਤਾਂ ਕਿਹਾ ਸੀ ਉਸ ਵੇਲੇ ਜਦੋਂ ਉਹਨੇ ਕਿਹਾ ਵੀ ਤੂੰ ਆਪਣੇ ਭਾਈ ਦਾ ਬਦਲਾ ਲੈ ਲੈ, बदला ही लेना होगा तो हम लेंगे बाप से, महफूज रखे खुदा हमको ऐसे पाप से। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਦਾ ਅਨਮਿਊਟ। ਮੈਂ ਜਗਜੀਤ ਸਿੰਘ ਪੰਜੋਲੀ ਇਸ ਵਕਤ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਮੌਜੂਦ ਹਾਂ ਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਜਿੱਥੇ ਸੰਗਤਾਂ ਜਿਹੜੀਆਂ ਨੇ ਦੂਰ ਦਰਾਡੇ ਤੋਂ ਪਹੁੰਚ ਰਹੀਆਂ ਨੇ, ਉੱਥੇ ਹੀ ਮਲੇਰਕੋਟਲਾ ਤੋਂ ਇੱਕ ਸੰਸਥਾ ਜਿਹੜੀ ਹੈ ਮੁਸਲਮਾਨ ਭਾਈਚਾਰੇ ਦੀ ਸੰਸਥਾ ਸਿੱਖ ਮੁਸਲਿਮ ਸਾਂਝਾ ਚੇਚੇ ਤੌਰ ਤੇ ਪਹੁੰਚੀ ਹੈ। ਸਿੱਖਾਂ ਤੇ ਮੁਸਲਮਾਨਾਂ ਦੀ ਸਾਂਝ ਜਿਹੜੀ ਹੈ ਉਹ ਬੜੀ ਡੂੰਘੀ ਗੂੜੀ ਸਾਂਝ ਵੀ ਰਹੀ ਹੈ। ਹਾਲਾਂਕਿ ਇਹ ਪ੍ਰਚਾਰਿਆ ਜਾਂਦਾ ਹੈ ਕਿ ਸਿੱਖ ਤੇ ਮੁਸਲਮਾਨ ਹਮੇਸ਼ਾ ਲੜਦੇ ਰਹੇ ਹੈ,
ਪਰ ਸਿੱਖਾਂ ਤੇ ਮੁਸਲਮਾਨਾਂ ਦੀਆਂ ਸਾਂਝਾਂ ਇਤਿਹਾਸ ਦੇ ਵਿੱਚ ਬਹੁਤ ਗੂੜੀਆਂ ਤੇ ਡੂੰਘੀਆਂ ਨੇ, ਜਿਨ੍ਹਾਂ ਤੋਂ ਬਹੁਤ ਵੱਡੀਆਂ ਵੱਡੀਆਂ ਸੇਧਾਂ ਤੇ ਮੁਸਲਮਾਨ ਭਾਈਚਾਰੇ ਦਾ ਬਹੁਤ ਵੱਡਾ ਯੋਗਦਾਨ ਵੀ ਰਿਹਾ ਹੈ ਸਿੱਖਾਂ ਦੇ ਇਸ ਇਤਿਹਾਸ ਦੇ ਵਿੱਚ। ਸੋ ਅੱਜ ਅਸੀਂ ਇੱਕ ਲੰਗਰ ਦੇ ਵਿੱਚ ਪਹੁੰਚੇ ਹਾਂ ਜਿਹਦਾ ਨਾਂ ਹੈਗਾ ਹਾਂ ਦਾ ਨਾਰਾ ਲੰਗਰ। ਉਹ ਲੰਗਰ ਲਾਉਣ ਦਾ ਮਕਸਦ ਕੀ ਸੀ ਤੇ ਨਵਾਬ ਮਲੇਰਕੋਟਲੇ ਦਾ ਨਾਂ ਤਾਂ ਤੁਸੀਂ ਸੁਣਿਆ ਹੀ ਹੈ ਤੇ ਉਹਨਾਂ ਨੇ ਲੰਗਰ ਵੀ ਉਹਦੇ ਨਾਂ ਤੇ ਲਾਇਆ। ਗੱਲਬਾਤ ਕਰਾਂਗੇ। ਸਾਡੇ ਨਾਲ ਡਾਕਟਰ ਨਸ਼ੀਰ ਅਖਤਰ ਮੌਜੂਦ ਨੇ ਜਿਨ੍ਹਾਂ ਨੇ ਮੁਸਲਿਮ ਸਾਂਝਾ ਸੰਸਥਾ ਦੇ ਜਿਹੜੇ ਆਗੂ ਹੈਗੇ ਆ। ਗੱਲਬਾਤ ਕਰਦੇ ਆ। ਸਭ ਤੋਂ ਪਹਿਲਾਂ ਤਾਂ ਤੁਹਾਡਾ ਦਾ ਅਨਮਿਊਟ ਤੇ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਜੀ। ਮੈਂ ਤੁਹਾਡਾ ਤੇ ਤੁਹਾਡੇ ਚੈਨਲ ਦਾ, ਤੁਹਾਡੀ ਟੀਮ ਦਾ ਧੰਨਵਾਦੀ ਹਾਂ ਕਿ ਤੁਸੀਂ ਆਪਣੇ ਚੈਨਲ ਦੇ ਰਾਹੀਂ ਮੈਨੂੰ ਦਰਸ਼ਕਾਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਬਹੁਤ ਬਹੁਤ ਸ਼ੁਕਰੀਆ। ਤੁਹਾਡੇ ਦਿਮਾਗ 'ਚ ਫੁਰਨਾ ਕਿਵੇਂ ਫਿਰਿਆ ਕਿ ਸਾਨੂੰ ਇਸ ਤਰ੍ਹਾਂ ਦੇ ਉਪਰਾਲੇ ਜਿਹੜੇ ਨੇ ਕਰਨੇ ਚਾਹੀਦੇ ਆ, ਵੀ ਜਿਹੜੀ ਸਾਡੀ ਸਾਂਝ ਹੈ, ਬੜੀ ਗੂੜੀ ਸਾਂਝ ਹੈ, ਇਹਨੂੰ ਦਰਸਾਉਣ ਲਈ ਤੁਸੀਂ ਕੀ ਉਪਰਾਲੇ ਕੀਤੇ ਤੇ ਜਿਹੜਾ ਦਿਮਾਗ ਦੇ ਵਿੱਚ ਸ਼ੁਰੂ ਦੇ ਵਿੱਚ ਫੁਰਨਾ ਆਇਆ ਉਹ ਕਿਵੇਂ ਤੇ ਕਦੋਂ ਆਇਆ? ਸਾਰੀਆਂ ਤਾਰੀਫਾਂ, ਸਾਰੀਆਂ ਵਡਿਆਈਆਂ ਉਸ ਰੱਬ ਲਈ ਨੇ ਜਿਹੜਾ ਸਾਰੇ ਜੱਗ ਦਾ ਸਾਜਨਹਾਰ ਤੇ ਪਾਲਣਹਾਰ ਹੈ। ਉਸ ਇੱਕ ਰੱਬ ਨੂੰ ਹੀ ਵੱਖ-ਵੱਖ ਭਾਸ਼ਾਵਾਂ ਵਿੱਚ ਅੱਲਾ, ਅਕਾਲ ਪੁਰਖ, ਪ੍ਰਭੂ, ਪਰਮਾਤਮਾ, ਲਾਰਡ ਗੋਡ ਆਦਿ ਨਾਮਾਂ ਦੁਆਰਾ ਯਾਦ ਕੀਤਾ ਜਾਂਦਾ ਹੈ। ਵਾਰਾਂ ਭਾਈ ਗੁਰਦਾਸ, ਵਾਰ ਪਹਿਲੀ ਪੌੜੀ 35 'ਚ ਭਾਈ ਗੁਰਦਾਸ ਦਾ ਇੱਕ ਸ਼ਲੋਕ ਹੈ। ਬਾਬਾ ਗਿਆ ਬਗਦਾਦ ਨੂੰ ਬਾਹਰ ਜਾਏ ਕੀ ਆਸਤਾਨਾ, ਇੱਕ ਬਾਬਾ ਆਕਾਰ ਰੂਪ, ਦੂਜਾ ਬਾਬੇ ਮਰਦਾਨਾ। ਇਹ ਸਾਂਝ ਤਾਂ ਸਾਡੀ ਸ਼ੁਰੂ ਤੋਂ ਚੱਲੀ ਆ ਰਹੀ ਹੈ ਤੇ ਜਿਸ ਦੀ ਗਵਾਹੀ ਭਾਈ ਗੁਰਦਾਸ ਨੇ ਦਿੱਤੀ ਹੈ। ਤੇ ਜੇ ਅਸੀਂ ਪਿਛੋਕੜ ਚਲੇ ਜਾਈਏ, ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਹਲੇ ਜਦੋਂ ਸਿੱਖੀ ਦੇ ਬਾਨੀ, ਸਿੱਖੀ ਦੇ ਮੋਢੀ ਪਹਿਲੀ ਪਾਤਸ਼ਾਹੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਇਸ ਸੰਸਾਰ ਵਿੱਚ ਉਹਨਾਂ ਦਾ ਆਗਮਨ ਵੀ ਨਹੀਂ ਹੋਇਆ ਸੀ ਤੇ ਸਿੱਖੀ ਦੀ ਹੋਂਦ ਵੀ ਨਹੀਂ ਹੋਈ ਸੀ, ਤਾਂ ਇੱਕ ਮੁਸਲਮਾਨ ਫਕੀਰ ਗੁਰੂ ਸਾਹਿਬ ਦੇ ਪਿਤਾ ਜੀ ਨੂੰ ਗੁਰੂ ਸਾਹਿਬ ਦੇ ਆਗਮਨ ਦੀ ਬਸ਼ਾਰਤ ਦਿੰਦਾ। ਪਹਿਲੇ ਰਸਾਲਾ ਸੰਤ ਸਿਪਾਹੀ ਅੰਮ੍ਰਿਤਸਰ ਨਵੰਬਰ 1956 ਦਰਜ ਹੈ। ਇਹ ਤੋਂ ਲੱਗਦਾ ਕਿ ਸਾਡੀਆਂ ਸਾਂਝਾਂ ਤਾਂ ਕੁਦਰਤ ਵੱਲੋਂ ਹੀ ਕਾਇਮ ਕਰ ਦਿੱਤੀਆਂ ਗਈਆਂ ਸੀ। ਇਸੇ ਕਰਕੇ ਇੱਕ ਮੁਸਲਮਾਨ ਫਕੀਰ ਉਹ ਬਸ਼ਾਰਤ ਦੇ ਰਿਹਾ ਗੁਰੂ ਸਾਹਿਬ ਨੂੰ। ਫਿਰ ਜਦੋਂ ਜਿਸ ਰਾਤ ਗੁਰੂ ਸਾਹਿਬ ਦਾ ਆਗਮਨ ਹੁੰਦਾ ਹੈ ਤਾਂ ਰਾਏ ਬਲਾਲ ਮੁਹੰਮਦ ਪੱਟੀ ਜਿਹੜਾ ਰਾਏ ਭੋਜ ਦੇ ਤਲਵੰਡੀ ਦਾ ਉਸ ਵਕਤ ਰਾਜਾ ਸੀ, ਉਹ ਇੱਕ ਸੁਪਨਾ ਵੇਖ ਰਿਹਾ ਹੈ ਜਿਸ ਨੂੰ ਪ੍ਰੋਫੈਸਰ ਮੋਹਨ ਸਿੰਘ ਸਿੱਖ ਵਿਦਵਾਨ ਤੇ ਕਵੀ ਨਾਨਕ ਪ੍ਰਕਾਸ਼ ਪੱਤਰਕਾ ਮਾਰਚ 1969 ਵਿੱਚ ਦੱਸਦੇ ਨੇ ਕਿ ਜਦੋਂ ਗੁਰੂ ਸਾਹਿਬ ਦਾ ਆਗਮਨ ਹੋ ਰਿਹਾ, ਠੀਕ ਉਸ ਤੋਂ ਪਹਿਲਾਂ ਰਾਏ ਬਲਾਲ ਮੁਹੰਮਦ ਪੱਟੀ ਇਹ ਸੁਪਨਾ ਵੇਖ ਰਿਹਾ ਕਿ ਤਲਵੰਡੀ ਵਿਖੇ ਇੱਕ ਨੂਰ ਦਾ ਦਰਿਆ ਵਗੇਗਾ ਜੋ ਲੋਕਾਂ ਦੇ ਵਿਰਾਨ ਪਏ ਮਨਾਂ ਨੂੰ, ਵਿਰਾਨ ਪਏ ਦਿਲਾਂ ਨੂੰ ਰੱਬੀ ਨੂਰ ਨਾਲ ਰੋਸ਼ਨ ਕਰੇਗਾ। ਉਸੇ ਟਾਈਮ ਉਸੇ ਹੀ ਪਲ ਜਨਮਿਆ ਕਾਲੂ ਦੇ ਘਰ ਬਾਲ, ਮਾਤਾ ਤਿਰਪਤਾ ਹੋ ਗਈ ਤੱਕਨਸਾਰ ਨਿਹਾਲ, ਲਾਇਆ ਦਾਈ ਦੌਲਤਾਂ ਚੁੱਕ ਲੇਜੇ ਨਾਲ, ਕੋਸੇ ਪਾਣੀ ਨਾਲ ਫਿਰ ਦਿੱਤਾ ਤੁਰਤ ਨਿਹਾਲ, ਪੱਟ ਦੇ ਵਿੱਚ ਲਪੇਟਿਆ ਕੀਤੀ ਤੁਰਤ ਸੰਭਾਲ, ਫਿਰ ਬਿਸਮਿਲ੍ਲਾ ਆਖੇ ਦਿੱਤਾ ਸ਼ਹਿਦ ਚਟਾਲ। ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਨੂੰ ਗੁੜਤੀ ਹੋਈ ਇੱਕ ਮੁਸਲਮਾਨ ਦਾਈ ਦੌਲਤਾਂ ਨੇ ਦਿੱਤੀ ਸੀ। ਸੰਸਾਰ 'ਚ ਆਉਣ ਤੋਂ ਬਾਅਦ ਗੁਰੂ ਸਾਹਿਬ ਦੇ ਸਰੀਰ 'ਚ ਜੇ ਕੋਈ ਪਹਿਲੀ ਚੀਜ਼ ਗਈ ਹੈ ਉਹਨਾਂ ਦੇ ਮਾਤਾ ਦੇ ਦੁੱਧ ਤੋਂ ਵੀ ਪਹਿਲਾਂ, ਤਾਂ ਉਹ ਇੱਕ ਮੁਸਲਮਾਨ ਦਾਈ ਦੌਲਤਾਂ ਵੱਲੋਂ ਦਿੱਤੀ ਗੁੜਤੀ ਸੀ। ਇਹ ਸਾਡੀ ਸਰੀਰਕ ਸਾਂਝ ਹੈ, ਉਹ ਸਾਡੀ ਰੂਹਾਨੀ ਸਾਂਝ ਸੀ, ਇਹ ਸਰੀਰਕ ਸਾਂਝ ਹੈ। ਤੇ ਜਦੋਂ ਇਤਿਹਾਸ ਦੱਸਦਾ ਵੀ ਜਦੋਂ ਦੌਲਤਾਂ ਦਾਈ ਗੁਰੂ ਸਾਹਿਬ ਨੂੰ ਨਹਾਉਣ ਤੋਂ ਆਉਣ ਜਾਂ ਉਹਨਾਂ ਦੀ ਮਾਲਿਸ਼ ਵਗੈਰਾ ਕਰਨ ਲਈ ਬੇਬੇ ਮਾਤਾ ਤ੍ਰਿਪਤਾ ਕੋਲ ਜਾਂਦੀ ਸੀ ਤਾਂ ਭਾਈ ਮਰਦਾਨੇ ਨੂੰ ਨਾਲ ਲੈ ਜਾਂਦੀ ਸੀ, ਕਿਉਂਕਿ ਭਾਈ ਮਰਦਾਨੇ ਦੀ ਮਾਸੀ ਲੱਗਦੀ ਸੀ ਰਿਸ਼ਤੇ 'ਚ। ਕਿਉਂਕਿ ਦੌਲਤਾਂ ਦਾਈ ਮਨਾਖੀ ਸੀ, ਇਸ ਲਈ ਜਦੋਂ ਵੀ ਉਹ ਨਾਲ ਲੈ ਕੇ ਜਾਂਦੀ ਸੀ ਤਾਂ ਉਦੋਂ ਬਾਅਦ ਜਦੋਂ ਗੁਰੂ ਸਾਹਿਬ ਹੱਥਾਂ 'ਚ ਆਉਣ ਜੋਗੇ ਹੋ ਗਏ, ਗੋਦੀ ਚੁੱਕਣ ਜੋਗੇ ਹੋ ਗਏ, ਤਾਂ ਇਤਿਹਾਸ ਦੱਸਦਾ ਹੈ ਗੁਰੂ ਸਾਹਿਬਾਨ ਦੇ ਮੁਸਲਮਾਨ ਮੁਰੀਦ ਪੰਨਾ ਨੰਬਰ 34 ਤੇ 38 ਤੇ ਹੈ। ਗੱਜਣ ਸਿੰਘ ਦੀ ਕਿਤਾਬ ਹੈ, ਗੱਜਣ ਵਾਲਾ ਸੁਖਵਿੰਦਰ ਸਿੰਘ ਜੀ ਉਹਨਾਂ ਦੀ ਕਿਤਾਬ ਹੈ। ਉਹ ਲਿਖਦੇ ਨੇ ਕਿ ਭਾਈ ਮਰਦਾਨਾ ਜਿਹੜਾ 10 ਸਾਲ ਬੜਾ ਸੀ ਗੁਰੂ ਸਾਹਿਬ ਤੋਂ, ਬੇਬੇ ਨਾਨਕੀ ਤੋਂ ਗੁਰੂ ਸਾਹਿਬ ਨੂੰ ਫੜ ਲੈਂਦਾ ਤੇ ਗੋਦੀ ਚੁੱਕ ਕੇ ਗਲੀਆਂ 'ਚ ਤੁਰਦਾ ਫਿਰਦਾ ਕਰਾਉਂਦਾ ਰਹਿੰਦਾ ਹੈ ਨਾ। ਇੱਕ ਵਾਰ ਜਦੋਂ ਭਾਈ ਮਰਦਾਨੇ ਦੀ ਮਾਤਾ ਜੀ ਦਾ ਨਾਮ ਲੱਖੋ ਬੀਬੀ ਸੀ, ਪੈਸੇ ਕਰਨੀ ਉਹ ਤੰਗ ਸੀ, ਉਹ ਭਾਈ ਮਰਦਾਨੇ ਨੂੰ ਆਖ ਰਹੀ ਸੀ ਕਿਸੇ ਕੋਠਾ ਕਿਸੇ ਪੱਲਾ ਮੈਨੂੰ ਆਸ ਤੇਰੀ ਅੱਲਾ, ਕਿਉਂਕਿ ਇਹ ਡੂਮ ਬਰਾਦਰੀ ਦਾ ਤਾਲੁਕ ਰੱਖਦੇ ਤੇ ਇਹ ਗੱਲ ਨੂੰ ਗਾ ਕੇ ਕਹਿੰਦੇ ਨੇ। ਤਾਂ ਨੇੜੇ ਹੀ ਗੁਰੂ ਸਾਹਿਬ ਬਾਲ ਅਵਸਥਾ ਅੰਦਰ ਆਪਣੇ ਸੰਗੀ ਜਵਾਕਾਂ ਨਾਲ ਖੇਡ ਰਿਹਾ ਸੀ। ਜਦੋਂ ਗੁਰੂ ਸਾਹਿਬ ਨੇ ਭਾਈ ਮਰਦਾਨੇ ਦੀ ਮਾਤਾ ਦੇ ਮੂੰਹ ਤੋਂ ਇਹ ਬੋਲ ਸੁਣੇ ਨਾ, ਮੁਖ ਤੋਂ, ਤਾਂ ਉਸ ਨੂੰ ਆਖਿਆ ਵਾਹ ਅਸੀਂ ਵੀ ਅੱਲਾ ਦਾ ਆਸਰਾ ਹੀ ਤੱਕਦੇ ਹਾਂ ਤੇ ਤੁਹਾਡਾ ਆਸਰਾ ਵੀ ਅੱਲਾ ਹੀ ਹੈ, ਸਾਨੂੰ ਤਾਂ ਅੱਲਾ ਵਾਲਿਆਂ ਦੀ ਬਹੁਤ ਲੋੜ ਹੈ। ਬੀਬੀ ਤੂੰ ਐਂ ਕਰ ਮੈਨੂੰ ਆਪਣਾ ਪੁੱਤਰ ਦੇ ਦੇ, ਬੀਬੀ ਤੂੰ ਐਂ ਕਰ ਮੈਨੂੰ ਆਪਣਾ ਪੁੱਤਰ ਦੇ ਦੇ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਨੇ ਬਾਲ ਅਵਸਥਾ ਅੰਦਰ ਹੀ ਭਾਈ ਮਰਦਾਨੇ ਦੀ ਮਾਤਾ ਤੋਂ ਭਾਈ ਮਰਦਾਨੇ ਨੂੰ ਆਪਣੇ ਲਈ ਮੰਗ ਕੇ ਸਿੱਖ ਮੁਸਲਮਾਨ ਸਾਂਝ ਦੀ ਨੀਂਹ ਰੱਖ ਦਿੱਤੀ ਸੀ, ਹੈ ਨਾ। ਫਿਰ ਉਹ ਇਤਿਹਾਸ ਜਾਣਦਾ ਵੀ ਜਦੋਂ ਚੌਥੀ ਉਦਾਸੀ 'ਚ ਗੁਰੂ ਸਾਹਿਬ ਤੇ ਭਾਈ ਮਰਦਾਨਾ ਅਫਗਾਨਿਸਤਾਨ ਵਿੱਚੋਂ ਲੰਘ ਰਹੇ ਤੇ ਉਹ ਖੁਰਮ ਦਰਿਆ ਦਾ ਕੰਢੇ 'ਤੇ ਭਾਈ ਮਰਦਾਨਾ ਦਾ ਆਖਰੀ ਸਮਾਂ ਆ ਜਾਂਦਾ
ਤੇ ਭਾਈ ਮਰਦਾਨੇ ਦਾ ਜਿਹੜਾ ਅਕਾਲ ਚਲਾਣਾ ਹੁੰਦਾ ਉਹ ਗੁਰੂ ਸਾਹਿਬ ਦੀ ਗੋਦ 'ਚ ਹੁੰਦਾ। ਬੋਲ ਮਰਦਾਨਾ ਕਿਤਾਬ ਹੈ 299 300 ਨੰਬਰ ਤੇ ਜਸਵੀਰ ਮੰਡ ਜੀ ਲਿਖਦੇ ਨੇ ਕਿ ਗੁਰੂ ਸਾਹਿਬ ਦੀ ਗੋਦ 'ਚ ਭਾਈ ਮਰਦਾਨੇ ਦਾ ਸਿਰ ਹੈ ਤੇ ਗੁਰੂ ਸਾਹਿਬ ਦੀ ਦੇਖਦੇ ਨੇ, ਉਹਨਾਂ ਦੇ ਅੱਖਾਂ 'ਚ ਹੰਝੂ ਆਉਂਦੇ ਨੇ ਤੇ ਭਾਈ ਮਰਦਾਨਾ ਕੀ ਦੇਖਦਾ ਕਿ ਜ਼ਿੰਦਗੀ 'ਚ ਪਹਿਲੀ ਵਾਰ ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਦੇ ਅੱਖਾਂ 'ਚ ਹੰਝੂ ਨੇ ਤੇ ਉਹਨਾਂ 'ਚੋਂ ਇੱਕ ਹੰਝੂ ਨਿਕਲ ਕੇ ਭਾਈ ਮਰਦਾਨੇ ਦੇ ਮੱਥੇ ਤੇ ਆ ਟਿਕਦਾ ਤੇ ਭਾਈ ਮਰਦਾਨੇ ਦਾ ਅਕਾਲ ਚਲਾਣਾ ਹੁੰਦਾ। ਹੁਣ ਅਸੀਂ ਕਲਪਨਾ ਕਰੀਏ ਪਿਆਰ ਦੀ ਇਸ ਲਾਸਾਨੀ ਮਿਸਾਲ ਦੀ, ਜਿਸ ਭਾਈ ਮਰਦਾਨੇ ਦੀ ਗੋਦ 'ਚ ਗੁਰੂ ਸਾਹਿਬ ਬਚਪਨ 'ਚ ਖੇਡਦੇ ਰਹੇ, ਅੱਜ ਉਹੀ ਭਾਈ ਮਰਦਾਨੇ ਦਾ ਸਿਰ ਗੁਰੂ ਸਾਹਿਬ ਦੀ ਗੋਦ 'ਚ ਹੈ ਤੇ ਗੁਰੂ ਸਾਹਿਬ ਗੋਦ 'ਚ ਹੀ ਭਾਈ ਮਰਦਾਨੇ ਦਾ ਅਕਾਲ ਚਲਾਣਾ ਹੁੰਦਾ। ਇਹ ਉਹ ਮਾਣ ਪ੍ਰਾਪਤ ਸੀ ਇੱਕ ਮੁਸਲਮਾਨ ਭਾਈ ਮਰਦਾਨੇ ਨੂੰ, ਜੋ ਮਗਰੋਂ ਜਾ ਕੇ ਸਿੱਖ ਨੂੰ ਵੀ ਪ੍ਰਾਪਤ ਨਹੀਂ ਹੋ ਸਕਿਆ। ਤੇ ਗੁਰੂ ਸਾਹਿਬ ਨੇ ਆਪਣੇ ਹੱਥੀਂ ਭਾਈ ਮਰਦਾਨੇ ਦਾ ਕਫਨ ਦਫਨ ਅੰਤਮ ਸੰਸਕਾਰ ਕੀਤਾ ਸੀ। ਤੇ ਇਹ ਸਾਡੀਆਂ ਸਾਂਝਾਂ ਤਾਂ ਉਸ ਟਾਈਮ ਤੋਂ ਚਲੀਆਂ ਆ ਰਹੀਆਂ ਨੇ। ਫਿਰ ਪੰਜਵੇਂ ਗੁਰੂ ਨਾਨਕ ਸਾਹਿਬ, ਯਾਨੀ ਕਿ ਆਪਾਂ ਗੱਲ ਕਰ ਲਈਏ ਗੁਰੂ ਅਰਜਨ ਦੇਵ ਜੀ ਦੇ, ਸ਼੍ਰੀ ਗੁਰੂ ਨਾਨਕ ਸਾਹਿਬ ਜਿੱਥੇ 6 ਉਹਨਾਂ ਦਾ 5 ਗੁਰੂ ਸਾਹਿਬਾਨ ਦੀ ਬਾਣੀ ਦਰਜ ਕੀਤੀ ਸੀ ਤੇ 7 ਮੁਸਲਮਾਨਾਂ ਦੀ ਬਾਣੀ ਦਰਜ ਕੀਤੀ ਸੀ। 9ਵੇਂ ਗੁਰੂ ਸਾਹਿਬ ਦੀ ਬਾਣੀ ਦਾ 10ਵੇਂ ਗੁਰੂ ਸਾਹਿਬ ਨੇ ਦਰਜ ਕੀਤੀ ਹੈ। ਤੇ ਜਦੋਂ ਇੱਕ ਸਿੱਖ ਨਤਮਸਤਕ ਹੁੰਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਤਾਂ 7 ਮੁਸਲਮਾਨਾਂ ਦੀ ਬਾਣੀ ਨੂੰ ਤਾਂ ਨਤਮਸਤਕ ਕਰਦਾ ਨਾ। ਫਿਰ ਸ਼੍ਰੀ ਹਰਿਮੰਦਰ ਸਾਹਿਬ ਦੀ ਨੀਂਹ ਪੱਥਰ ਸੂਫੀ ਮੀਆਂ ਮੀਰ ਤੋਂ ਰਖਾਇਆ ਗਿਆ ਹੈ ਨਾ। ਇਹ ਉਸ ਅੱਛਾ ਉਸ ਪਿੱਛੇ ਜਿਹੜੇ ਰਾਏ ਬਰਾੜ ਮੁਹੰਮਦ ਪੱਟੀ 1500 ਮੁਰੱਬੇ ਮੀਲ ਜ਼ਮੀਨ ਦਾ ਮਾਲਕ ਸੀ, ਜਿਹਦੇ ਵਿੱਚ ਉਹਨੇ 750 ਮੁਰੱਬੇ ਜ਼ਮੀਨ ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਦੇ, ਯਾਨੀ ਕਿ 93,750 ਵਿਗੇ ਜ਼ਮੀਨ ਉਹ ਅੱਜ ਤੱਕ ਗੁਰੂ ਸਾਹਿਬ ਦੇ ਨਾਮ ਚਲੀ ਆ ਰਹੀ ਹੈ ਨਾ। ਯਾਨੀ ਕਿ ਸਾਂਝਾਂ ਕੋਈ ਨਵੀਆਂ ਨਹੀਂ ਹੈਗੀਆਂ, ਅਸੀਂ ਤਾਂ ਉਹਨਾਂ ਸਾਂਝਾਂ ਨੂੰ ਉਜਾਗਰ ਕਰਨ ਦਾ ਯਤਨ ਹੈ। ਫਿਰ 10ਵਾਂ ਆਪਾਂ ਫਤਿਹਗੜ੍ਹ ਸਾਹਿਬ ਦੀ ਧਰਤੀ ਦੀ ਗੱਲ ਕਰਨੀ ਹੈ ਵੀ ਇੱਥੇ ਦੀ ਸਾਂਝ ਜਿਹੜੀ ਹੈ, ਹਾਂ ਦਾ ਨਾਰੇ ਦੀ ਗੱਲ ਕਰ ਲਈਏ, ਦੀਵਾਨ ਟੋਡਰਮਲ ਦੀ ਗੱਲ ਕਰ ਲਈਏ, ਉਹ ਸਾਰੀਆਂ ਬਹੁਤ ਤਕੜੀਆਂ ਸਾਂਝਾਂ ਹੈਗੀਆਂ ਨੇ। ਤਾਂ ਇੱਥੇ ਦੇ ਬਾਰੇ ਮੈਂ ਜਾਣਨਾ ਚਾਹੁੰਦਾ ਕਿ ਤੁਸੀਂ ਇੱਥੇ ਕਦੋਂ ਤੋਂ ਲੰਗਰ ਲਾਉਣਾ ਸ਼ੁਰੂ ਕੀਤਾ ਤੇ ਤੁਹਾਡੇ ਬਜ਼ੁਰਗਾਂ ਨੇ ਤੁਹਾਨੂੰ ਕੀ ਕੀ ਸਿੱਖਿਆ ਦਿੱਤੀ ਇਹਦੇ ਬਾਬਤ? ਦੇਖੋ, ਪਹਿਲਾਂ ਤਾਂ ਸਾਡੇ ਲੰਗਰ ਦਾ ਨਾਮ ਹੀ ਦੇ ਲਿਆ ਹਾ ਦਾ ਨਾਰਾ। ਇਹ ਮਲੇਰਕੋਟਲਾ ਜਿਹਨੂੰ ਹਾ ਦੇ ਨਾਰੇ ਧਰਤੀ ਕਿਹਾ ਜਾਂਦਾ ਹੈ, ਉੱਥੋਂ ਅਸੀਂ ਸ਼ਹੀਦਾਂ ਦੀ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਲੰਗਰ ਲਗਾਉਣੇ ਆ। ਉਸੇ ਸਾਂਝ ਤੇ ਪਹਿਰਾ ਦਿੰਦੇ ਹੋਏ ਜਿਹੜੀ ਨਵਾਬ ਸ਼ੇਰ ਮੁਹੰਮਦ ਖਾਨ ਮਲੇਰਕੋਟਲਾ ਨੇ ਜਦੋਂ ਸੂਬੇ ਨੇ ਕਚਹਿਰੀ 'ਚ ਛੋਟੇ ਸਾਹਿਬਜ਼ਾਦਿਆਂ ਨੂੰ ਪੇਸ਼ ਕੀਤਾ ਕਾਜ਼ੀ ਮਤਲਬ ਜੱਜ, ਤਾਂ ਕਿਤਾਬ ਹੈ ਸਿੱਖਾਂ ਲਈ ਹਿੰਦੂ ਚੰਗੇ ਜਾਂ ਮੁਸਲਮਾਨ, ਪੰਨਾ ਨੰਬਰ 37 ਤੇ ਭਾਈ ਨਰਿੰਦਰ ਸਿੰਘ ਭਲੇਰ ਲਿਖਦੇ ਨੇ, ਜਿਹੜੀ 1966-26 ਦੀ ਕਿਤਾਬ, ਕਿ ਜਦੋਂ ਸੂਬੇ ਸਰਹੰਦ ਨੇ ਕਾਜ਼ੀ ਨੂੰ ਕਿਹਾ ਵੀ ਇਹ ਇਸਲਾਮੀ ਸ਼ਰ੍ਹਾ ਅਨੁਸਾਰ ਇਹਨਾਂ ਨੂੰ ਕਿਹੜੀ ਸਜ਼ਾ ਦਿੱਤੀ ਜਾ ਸਕਦੀ ਹੈ, ਤਾਂ ਇਤਿਹਾਸ ਦੱਸਦਾ ਹੈ ਕਿ ਕਾਜ਼ੀ ਨੇ ਕਿਹਾ ਹਜ਼ੂਰ ਇੰਨੇ ਮਾਸੂਮ ਬੱਚਿਆਂ ਲਈ ਜਿਨ੍ਹਾਂ ਦੇ ਵਿਰੁੱਧ ਕੋਈ ਨਿੱਜੀ ਜੁਰਮ ਵੀ ਹੈ ਨਹੀਂ, ਇਸਲਾਮੀ ਸ਼ਰ੍ਹਾ 'ਚ ਕੋਈ ਸਜ਼ਾ ਤਜਵੀਜ਼ ਹੀ ਨਹੀਂ ਕੀਤੀ ਗਈ, ਹੈ ਹੀ ਨਹੀਂ। ਔਰ ਵੈਸੇ ਵੀ ਇਸਲਾਮੀ ਸ਼ਰ੍ਹਾ 7 ਔਰ 9 ਸਾਲ ਦੇ ਬੱਚੇ ਲਾਗੂ ਨਹੀਂ ਹੁੰਦੀ। ਸਾਡੇ ਮੁਸਲਮਾਨ ਬੱਚੇ ਜਿਹੜੇ ਹੁੰਦੇ ਨੇ ਉਹ ਜਦੋਂ 12-13 ਸਾਲ ਦੇ ਹੁੰਦੇ ਨੇ ਤਾਂ ਨਮਾਜ਼ ਵਾਸਤੇ ਰੋਜ਼ੇ ਵਾਸਤੇ ਕਿਹਾ ਜਾਂਦਾ, ਲਾਗੂ ਨਹੀਂ ਹੁੰਦੀ। ਤੇ ਇਸਲਾਮੀ ਸ਼ਰ੍ਹਾ ਤਾਂ ਹੈ ਹੀ ਨਹੀਂ। ਤੇ ਗਿਆਨੀ ਸ਼ੇਰ ਸਿੰਘ ਲਿਖਦੇ ਨੇ, ਉਹਨਾਂ ਦੀ ਕਿਤਾਬ ਹੈ ਦੇਗ ਤੇਗ ਦਾ ਮਾਲਿਕ, ਪੰਨਾ ਨੰਬਰ 474 ਤੇ, ਨਵਾਬ ਸ਼ੇਰ ਮੁਹੰਮਦ ਖਾਨ ਨੇ ਕਿਹਾ ਸੂਬੇ ਨੂੰ ਕਿ ਇਹਨਾਂ ਨਿਰਦੋਸ਼ ਬੱਚਿਆਂ ਨੂੰ ਦੁੱਖ ਦੇਣਾ, ਹੱਤਿਆ ਕਰਨੀ ਨਹੀਂ, ਦੁੱਖ ਦੇਣਾ ਹੀ ਇਸਲਾਮੀ ਸ਼ਰ੍ਹਾ ਦੇ ਵਿਰੁੱਧ ਹੈ। ਤੇ ਬਾਬੂ ਤੇਜਾ ਸਿੰਘ ਜੀ ਲਿਖਦੇ ਨੇ ਜਫਰਨਾਮਾ ਸਟੀਕ ਪੰਨਾ 16 ਤੇ, ਨਵਾਬ ਮਲੇਰਕੋਟਲਾ ਨੇ ਕਿਹਾ ਸੂਬੇ ਨੂੰ ਕਿ ਇਹਨਾਂ ਮਾਸੂਮ ਬੱਚਿਆਂ ਦਾ ਕੀ ਕਸੂਰ ਹੈ, ਕਸੂਰ ਪਿਤਾ ਦਾ, ਤੇਰੀ ਜੰਗ ਉਹਨਾਂ ਨਾਲ ਹੈ, ਤੇ ਜਾਨ ਇਹਨਾਂ ਮਾਸੂਮਾਂ ਦੀ ਲਈ ਜਾਵੇ, ਕਿਹੜਾ ਇਨਸਾਫ ਹੈ? ਦਲੇਰੀ ਤਾਂ ਇਹ ਹੈ ਕਿ ਇਹਨਾਂ ਦੇ ਪਿਤਾ ਨਾਲ ਜੰਗ ਕੀਤੀ ਜਾਵੇ। ਸੰਭਵ ਸੀ ਕਿ ਸੂਬਾ ਸਰਹੰਦ ਛੋਟੇ ਸਾਹਿਬਜ਼ਾਦਿਆਂ ਨੂੰ ਛੱਡ ਦਿੰਦਾ, ਤਾਂ ਕੋਲੇ ਬੈਠਾ ਦੁਸ਼ਟ ਸੁੱਚਾਨੰਦ ਜਿਹੜਾ ਸੂਬੇ ਸਰਹੰਦ ਦਾ ਖਾਸ ਸਲਾਹਕਾਰ ਸੀ, ਕਹਿੰਦਾ ਸੱਪ ਦੇ ਬੱਚੇ ਸੱਪ ਹੀ ਹੁੰਦੇ ਨੇ। ਉਹ ਗਿਆਨੀ ਸ਼ੇਰ ਸਿੰਘ ਲਿਖਦੇ ਨੇ ਕਿ ਇਸ ਗੱਲ ਨੇ ਜ਼ਾਲਮ ਸੂਬਾ ਸਰਹੰਦ ਦੇ ਦਿਲ ਤੇ ਬਾਰੂਦ ਦਾ ਕੰਮ ਕੀਤਾ। ਜਦੋਂ ਸੂਬਾ ਸਰਹੰਦ ਆਪਣੀ ਜਿੱਤ ਤੇ ਅੜਿਆ ਰਿਹਾ ਤਾਂ ਨਵਾਬ ਮਲੇਰਕੋਟਲਾ ਇਹ ਕਹਿੰਦਾ ਹੋਇਆ ਵਾਕਆਊਟ ਕਰ ਗਿਆ ਕਿ ਜਿੱਥੇ ਮਜ਼ਲੂਮਾਂ ਤੇ ਮਾਸੂਮਾਂ ਤੇ ਜ਼ੁਲਮ ਹੁੰਦਾ ਹੈ ਉੱਥੇ ਰੱਬ ਦਾ ਕਹਿਰ ਨਾਜ਼ਲ ਹੁੰਦਾ ਹੈ, ਹੁਣ ਇੱਥੇ ਰੱਬ ਦਾ ਕਹਿਰ ਨਾਜ਼ਲ ਹੋਊਗਾ। ਇਤਿਹਾਸ ਦੱਸਦਾ ਵੀ ਅਗਰ ਪਹਿਲਾਂ ਗੰਗੂ ਵਿਸ਼ਵਾਸਘਾਤ ਨਾ ਕਰਦਾ, ਸੂਬੇ ਸਰਹੰਦ ਨੂੰ ਜਿਹੜਾ ਸੁਪਨਾ ਆਉਂਦਾ ਸੀ ਕਿ ਛੋਟੇ ਸਾਹਿਬਜ਼ਾਦੇ ਤੇ ਮਾਤਾ ਜੀ ਸਿਹੋੜੀ ਜਾਂ ਖੇੜੀ ਪਿੰਡਣੇ ਹੈ ਨਾ, ਉਸ ਵੇਲੇ ਵਿਸ਼ਵਾਸ ਕਰਕੇ ਗ੍ਰਿਫਤਾਰ ਨਾ ਕਰਾਉਂਦਾ, ਫਿਰ ਦੂਜੇ ਦੀਵਾਨ ਸੁੱਚਾਨੰਦ ਬਾਰ-ਬਾਰ ਨਾ ਭੜਕਾਉਂਦਾ, ਤਾਂ ਹੋ ਸਕਦਾ ਇਹ ਸੋਗਦਾਇਕ ਘਟਨਾ ਹੀ ਨਾ ਵਾਪਰਦੀ। ਤੇ ਉਹ ਨਵਾਬ ਸ਼ੇਰ ਮੁਹੰਮਦ ਖਾਨ ਦੀ ਸ਼ਹਿਰ ਤੋਂ ਅਸੀਂ ਉਹਨਾਂ ਦੇ ਵਾਰਸ ਹਰ ਸਾਲ ਇੱਥੇ ਸਾਹਿਬਜ਼ਾਦਿਆਂ ਦੇ ਦੁੱਖ 'ਚ ਕਿੰਨੇ ਸਾਲਾਂ ਤੋਂ ਆ ਰਹੇ ਹੋ? ਕਈ ਸਾਲ ਹੋ ਗਏ ਆਉਂਦਿਆਂ ਨੂੰ, ਔਰ ਹਰ ਸਾਲ ਅਸੀਂ ਲੰਗਰ ਲਾਉਣੇ ਮਿੱਠੇ ਚਾਵਲਾਂ ਦਾ। ਇਹਨਾਂ ਮਿੱਠੇ ਚਾਵਲਾਂ ਦੇ ਰਾਹੀਂ ਅਸੀਂ ਮਿਠਿਆਸ ਵੰਡਣ ਦੀ ਕੋਸ਼ਿਸ਼ ਕਰਦੇ ਹਾਂ ਸੰਗਤ 'ਚ, ਹੈ ਨਾ। ਤੇ ਜੋ ਮਿਠਿਆਸ ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨੇ ਦੇ ਸੀਗੀ, ਅੱਜ ਉਹਨਾਂ ਦੇ ਵਾਰਸ ਮਿਲ ਕੇ ਉਸ ਮਿਠਿਆਸ ਨੂੰ ਅੱਗੇ ਵਧਾਉਣਾ ਚਾਹੁੰਦੇ ਹਾਂ। ਇਸੇ ਕਰਕੇ ਜੋਗੀ ਅੱਲਾ ਯਾਰ ਖਾਨ ਨੇ ਕਿਹਾ ਸੀ ਨਾ, ਉਹ ਮੁਸਲਮਾਨ ਸੀ, ਬਸ ਹਿੰਦ में तीर्थ है एक यात्रा के लिए, कटाए बाप ने बच्चे जहाँ खुदा के लिए, है ना। तो नवाब शेर मुहम्मद खान ने तो कहा थी उस वेले जब उन्होंने कहा भी तू अपने भाई का बदला ले लै, बदला ही लेना होगा तो हम लेंगे बाप से, खुदा महफूज रखे खुदा हमको ऐसे पाप से। ठीक है नहीं, ये गल तो हाकमां दी है। हाकम ਜਿਹੜੇ ਅਸੀਂ ਇਤਿਹਾਸ ਗਵਾਇਆ ਕਿ ਹਾਕਮ ਲਈ ਪਹਿਲਾਂ ਉਹਦੀ ਹਕੂਮਤ ਹੁੰਦੀ ਹੈ ਧਰਮ ਮਗਰੋਂ, ਹੈ ਨਾ।
ਬਲਕਿ ਉਹ ਤਾਂ ਆਪਣੇ ਮੁਫਾਦ ਲਈ, ਆਪਣੇ ਸਵਾਰਥੀ ਧਰਮ ਦਾ ਇਸਤੇਮਾਲ ਕਰਦੇ ਨੇ। ਅੱਜ ਵੀ ਇਹੀ ਹੋ ਰਿਹਾ। ਅੱਜ ਤਾਂ ਧਰਮ ਦੇ ਹੁੱਕੇ ਲਾ ਕੇ ਹਕੂਮਤਾਂ ਪ੍ਰਾਪਤ ਕੀਤੇ ਤੇ ਚਲਾਈਆਂ ਜਾ ਰਹੀਆਂ ਨੇ। ਇਸ ਲਈ ਮੇਰਾ ਸੁਨੇਹਾ ਹੈ ਤੁਹਾਡੇ ਚੈਨਲ ਰਾਹੀਂ ਵੀ ਅਸੀਂ ਅਜਿਹੇ ਖੁਦਗਰਜ਼ ਸਵਾਰਥੀ ਹਾਕਮਾਂ ਨੂੰ ਮੁੱਖ ਰੱਖ ਕੇ ਆਪਸੀ ਭਾਈਚਾਰਕ ਸਾਂਝ ਤੇ ਇਨਸਾਨੀਅਤ ਨੂੰ ਲੀਰੋ ਲੀਰ ਨਾ ਕਰੀਏ। ਤੁਸੀਂ ਬਹੁਤ ਸਮੇਂ ਤੋਂ ਮੈਂ ਦੇਖਦਾ ਵੀ ਸਿੱਖ ਮੁਸਲਮਾਨ ਸਾਂਝਾਂ ਜਿਹੜੀਆਂ ਹੈਗੀਆਂ ਨੇ ਉਹਨੂੰ ਹੋਰ ਮਜ਼ਬੂਤ ਕਰਨ ਲਈ ਉਪਰਾਲੇ ਕਰਦੇ ਹੋ। ਟਿੱਕਰੀ ਬਾਰਡਰ ਤੇ ਵੀ ਜਿੰਨਾ ਟਾਈਮ ਅੰਦੋਲਨ ਚੱਲਿਆ ਲੰਗਰ ਲਾਉਂਦੇ ਰਹੇ ਤੇ ਲੰਗਰ ਚੱਲਦਾ ਰਿਹਾ, ਤੇ ਤੁਹਾਡੇ ਮਨ ਦੇ ਵਿੱਚ ਕਦੇ ਆਇਆ ਵੀ ਸਿੱਖ ਜਿਹੜੇ ਹੈਗੇ ਨੇ ਕਿਸੇ ਤਰੀਕੇ ਦੀ ਤੁਹਾਨੂੰ ਕਦੇ ਠੇਸ ਪਹੁੰਚੀ ਹੋਵੇ, ਮਨ ਨੂੰ ਨਿਰਾਸ਼ਾ ਹੋਈ ਹੋਵੇ ਵੀ ਮੈਂ ਸਿੱਖਾਂ ਲਈ ਕੰਮ ਕਰ ਰਿਹਾ, ਸਿੱਖ ਯਾਰ ਇਹ ਕਰ ਰਹੇ ਆ? ਦੇਖੋ, ਬਹੁਤ ਤੁਹਾਨੂੰ ਇਸ ਸਵਾਲ ਕੀਤਾ। ਜਿਹੜਾ ਧਰਮ ਹੈ ਭੇਸ ਦਾ ਨਾਮ ਨਹੀਂ ਹੈਗਾ। ਜਿਹੜਾ ਬੰਦਾ ਸਿੱਖ ਹੋ ਕੇ ਗੁਰੂ ਗ੍ਰੰਥ ਸਾਹਿਬ ਸਿੱਖਿਆ ਨੂੰ ਨਹੀਂ ਮੰਨਦਾ, ਉਹ ਸਿੱਖ ਤਾਂ ਹੈ, ਸਿੱਖ ਤਾਂ ਘਰ 'ਚ ਪੈਦਾ ਹੋ ਗਿਆ, ਪਰ ਗੁਰੂ ਦਾ ਸਿੱਖ ਨਹੀਂ ਹੈ। ਠੀਕ ਹੈ ਨਹੀਂ? ਇਸੇ ਤਰ੍ਹਾਂ ਜਿਹੜਾ ਮੁਸਲਮਾਨ ਘਰ 'ਚ ਪੈਦਾ ਹੋ ਗਿਆ, ਮੁਸਲਮਾਨ ਤਾਂ ਹੈ, ਅਗਰ ਉਹ ਇਸਲਾਮੀ ਸਿੱਖਿਆ ਨੂੰ ਨਹੀਂ ਮੰਨਦਾ, ਸੱਚਾ ਮੁਸਲਮਾਨ ਨਹੀਂ ਹੈ। ਜੋ ਤਕਲੀਫ ਦਿੱਤੀ ਵੀ ਹੈ ਤਾਂ ਫਿਰ ਸਿੱਖ ਥਾ, ਹੈ ਨਾ, ਗੁਰੂ ਦਾ ਸਿੱਖ ਨਹੀਂ। ਗੁਰੂ ਦਾ ਸਿੱਖ ਤਾਂ ਦੇ ਨਹੀਂ ਸਕਦਾ, ਕਿਉਂਕਿ ਸਾਡੇ ਦੋਹਾਂ ਦੀ ਜਿਹੜੀ ਮੁੱਢਲੀ ਜੜ ਦੀ ਸਾਂਝ ਹੈ ਨਾ, ਅਕਾਲ ਪੁਰਖ ਦੀ ਏਕਤਾ ਦੀ। ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ ਏਕੋ ਹੈ, ਲਾ ਇਲਾਹਾ ਇਲੱਲਾ, ਇੱਕ ਰੱਬ ਦੀ ਗੱਲ ਕੀਤੀ ਨਾ। ਸਾਡੀ ਤਾਂ ਮੁੱਢਲੇ ਵਿਸ਼ਵਾਸ ਦੀ ਸਾਂਝ ਹੈ, ਮੁੱਢਲੇ ਅਕੀਦੇ ਦੀ ਸਾਂਝ ਹੈ। ਮੈਂ ਅਕਸਰ ਕਹਿੰਦਾ ਹੁੰਦਾ, ਇੱਕ ਜੜ 'ਚੋਂ ਇੱਕ ਤਣਾ ਨਿਕਲਿਆ, ਦੋ ਟਹਿਣੇ ਹੋ ਗਏ ਅੱਗੇ ਜਾ ਕੇ, ਉਹਦੇ ਫਰਕ ਹੀ ਹੋਇਆ, ਜੜ ਤਾਂ ਇੱਕ ਹੀ ਨਾ। ਤੇ ਫਿਰ ਸਾਨੂੰ ਦੁੱਖ ਆ ਚੀਜ਼ ਦਾ। ਠੀਕ ਹੈ ਨੀ? ਵੈਸੇ ਇੱਕ ਸਵਾਲ ਹੋਰ ਆ ਰਿਹਾ ਸੀ ਦਿਮਾਗ 'ਚ ਵੀ ਜਿਹੜੀ ਕੱਟੜਤਾ ਹੁੰਦੀ ਹੈ, ਕੱਟੜਤਾ ਬਹੁਤ ਨੁਕਸਾਨ ਕਰ ਦਿੰਦੀ ਹੈ। ਜਿਵੇਂ ਸਿੱਖਾਂ 'ਚ ਵੀ ਹੋ ਸਕਦੀ ਹੈ, ਮੁਸਲਮਾਨਾਂ 'ਚ ਵੀ ਕੱਟੜਤਾ ਹੋ ਸਕਦੀ ਹੈ। ਜਿਹੜੇ ਕੱਟੜ ਮੁਸਲਮਾਨ ਹੋਣਗੇ ਤੁਹਾਡੀ ਉਹ ਸਾਂਝ ਤੋਂ ਕਿਤੇ ਨਾ ਕਿਤੇ ਖਫਾ ਹੋਣਗੇ। ਨਹੀਂ, ਅਸਲ ਕੱਟੜ ਦੀ ਪਰਿਭਾਸ਼ਾ ਹੀ ਗਲਤ ਹੈ। ਕੱਟੜ ਉਹ ਹੁੰਦਾ ਜਿਹੜਾ ਧਰਮ ਨੂੰ ਪੂਰੀ ਤਰ੍ਹਾਂ ਜਾਣਦਾ ਹੈ। ਇਹ ਉਹ ਲੋਕ ਨੇ ਜਿਹੜੇ ਨੀਮ ਹਕੀਮ ਖਤਰਾ ਹੈ ਜਾਨ, ਨੀਮ ਮੁੱਲਾ ਖਤਰਾ ਹੈ ਇਮਾਨ। ਜਿਵੇਂ ਅਧੂਰਾ ਡਾਕਟਰ ਜਾਨ ਲਈ ਖਤਰਾ ਹੈ ਨਾ, ਉਸ ਤਰ੍ਹਾਂ ਹੀ ਮੁੱਲਾ ਗਿਆਨੀ, ਅਧੂਰਾ ਜਿਹੜਾ ਗਿਆਨੀ ਉਹ ਇਮਾਨ ਲਈ ਖਤਰਾ ਹੈ। ਇਹ ਉਹ ਲੋਕ ਨੇ ਜਿਨ੍ਹਾਂ ਨੂੰ ਧਰਮ ਦੇ ਬਾਰੇ ਜਾਣਦੇ ਨਹੀਂ ਹੈਗੇ, ਕਿਉਂਕਿ ਧਰਮ ਜੋੜਦਾ ਹੁੰਦਾ, ਤੋੜਦਾ ਨਹੀਂ ਹੁੰਦਾ। ਧਰਮ ਪਿਆਰ ਸਿਖਾਉਂਦਾ, ਨਫ਼ਰਤ ਨਹੀਂ ਸਿਖਾਉਂਦਾ। ਜੇ ਕੋਈ ਚੀਜ਼ ਸਾਡੀ ਤੋੜ ਪੈਦਾ ਕਰ ਰਹੀ ਹੈ, ਨਫ਼ਰਤ ਪਾ ਰਹੀ ਹੈ, ਤਾਂ ਉਹ ਧਰਮ ਨਹੀਂ ਹੈ, ਅਧਰਮ ਹੈ, ਅਧਰਮ ਹੈ, ਅਧਰਮ ਹੈ, ਧਰਮ ਦੇ ਭੇਸ 'ਚ ਹੈ। ਫਿਰ ਉਸ ਤੋਂ ਨਫ਼ਰਤ ਕਾਹਦੀ, ਉਸ ਤੋਂ ਦੁੱਖ ਕਾਹਦਾ? ਉਹ ਤਾਂ ਹੈ ਹੀ ਨਹੀਂ ਧਰਮੀ। ਜਿਹੜਾ ਬੰਦਾ ਇਨਸਾਨ ਹੀ ਨਹੀਂ ਬਣਿਆ, ਉਹ ਧਾਰਮਿਕ ਕਿਵੇਂ ਹੋ ਸਕਦਾ? ਮੈਂ ਅਕਸਰ ਕਹਿਣਾ ਹੁੰਦਾ, ਇੱਕ ਬੰਦਾ ਕਹੇ BA ਪਾਸ ਕੀਤੇ ਬਿਨਾਂ ਹੀ ਕਿ ਮੈਂ MA ਪਾਸ ਹਾਂ, ਆਪਾਂ ਨੂੰ ਕੀ ਕਹਾਂਗੇ? MA ਪਾਸ ਆ, ਐਵੇਂ। ਇਸੇ ਤਰ੍ਹਾਂ ਹੀ ਜਿਹੜਾ ਇਨਸਾਨ ਬਣੇ ਬਿਨਾਂ ਧਾਰਮਿਕ ਹੋਣ ਦਾ ਦਾਅਵਾ ਕਰਦਾ, ਉਹ ਐਵੇਂ ਦਾ ਧਾਰਮਿਕ ਹੈ, ਦੁਖੀ ਨੇ। ਕਿਉਂਕਿ ਧਰਮ ਤਨ ਦਾ ਵਿਸ਼ਾ ਹੈ ਹੀ ਨਹੀਂ, ਪਹਿਰਾਵੇ ਦਾ ਨਾਮ ਹੈ ਹੀ ਨਹੀਂ, ਹੈ ਨਾ, ਭੇਸ ਦਾ ਨਾਮ ਹੈ ਹੀ ਨਹੀਂ। ਧਰਮ ਤਾਂ ਮਨ ਦਾ ਵਿਸ਼ਾ ਹੈ, ਸੋਚ ਦਾ। ਜਿਹਦੀ ਸੋਚ ਹੀ ਨਹੀਂ ਬਦਲੀ, ਮਨ ਹੀ ਨਹੀਂ ਬਦਲਿਆ, ਉਹ ਧਾਰਮਿਕ ਹੋਇਆ ਹੀ ਨਹੀਂ। ਫਿਰ ਉਸ 'ਤੇ ਦੁੱਖ ਐਸਾ, ਉਹ ਧਾਰਮਿਕ ਹੀ ਨਹੀਂ ਹੈ। ਹਾਂ ਦਾ ਨਾਰਾ ਧਰਤੀ ਤੋਂ ਆਏ, ਸ਼ਹੀਦਾਂ ਦੀ ਧਰਤੀ ਤੇ, ਸ਼ਹੀਦਾਂ ਦੀ ਧਰਤੀ ਤੇ ਆਏ। ਕੀ ਮੈਸੇਜ ਦਿੰਦੇ ਹੋ ਸਿੱਖਾਂ ਨੂੰ, ਮੁਸਲਮਾਨ ਭਾਈਚਾਰੇ ਨੂੰ, ਜਾਂ ਪੂਰੀ ਕਮਿਊਨਿਟੀ ਨੂੰ ਕੀ ਮੈਸੇਜ ਦਿੰਦੇ? ਮੈਂ ਤਾਂ ਇੱਕ ਸ਼ੇਰ ਹੈ, ਉਹ ਉਰਦੂ ਦਾ ਸ਼ੇਰ ਸੁਣਾਉਣਾ। ਉਨਕਾ ਜੋ ਕੰਮ ਹੈ ਉਹ ਅਹਿਲੇ ਸਿਆਸਤ ਜਾਣੇ। ਸਾਡੇ ਤੁਸੀਂ ਪੂਰਾ ਇਤਿਹਾਸ ਚੱਕ ਲਓ, ਹਾਕਮਾਂ ਨੂੰ ਛੱਡ ਕੇ ਤੁਸੀਂ ਇੱਕ ਉਦਾਹਰਨ ਦੇ ਸਕਦੇ ਕਿਸੇ ਮੁਸਲਮਾਨ ਨੇ ਕਿਸੇ ਗੁਰੂ ਸਾਹਿਬ ਨਾਲ ਦਗਾ ਕੀਤਾ ਹੋਵੇ। ਇਤਿਹਾਸ ਗਵਾਹ ਹੈ ਨਾ। ਇਹ ਹਾਕਮ ਲੋਕ ਨੇ, ਇਹਨਾਂ ਨੇ ਆਪਣੀ ਹੁਕੂਮਤ ਕਰਨੀ ਡੰਡੇ ਨਾਲ। ਉਹ ਚਾਹੇ ਧਰਮ ਦੀ ਗੱਲ ਕਰਨ, ਚਾਹੇ ਕੌਮ ਦੀ ਗੱਲ ਕਰਨ, ਚਾਹੇ ਭਾਸ਼ਾ ਦੀ ਗੱਲ ਕਰਨ, ਉਹਨਾਂ ਦਾ ਆਪਣੀ ਹੁਕੂਮਤ ਕਰਨੀ ਹੁੰਦੀ ਹੈ। ਇਸ ਲਈ ਉਨਕਾ ਜੋ ਕੰਮ ਹੈ ਉਹ ਅਹਿਲੇ ਸਿਆਸਤ ਜਾਣੇ। ਮੇਰਾ ਪੈਗਾਮ ਮੁਹੱਬਤ ਹੈ ਜਹਾਂ ਤੱਕ ਪਹੁੰਚੇ। ਮੁਹੱਬਤ ਦਾ ਪੈਗਾਮ ਲੈ ਕੇ ਆਏ, ਮੁਹੱਬਤ ਦਾ ਪੈਗਾਮ ਵੰਡਦੇ ਰਹਾਂਗੇ, ਮੁਹੱਬਤ ਦਾ ਪੈਗਾਮ ਵੰਡਦੇ ਆ ਰਹੇ ਹਾਂ। ਠੀਕ ਹੈ, ਧੰਨਵਾਦ ਜੀ, ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਜੀ। ਸੋ ਇਸੇ ਕਿ ਡਾਕਟਰ ਨਸ਼ੀਰ ਅਖਤਰ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਹੈ। ਸਿੱਖ ਮੁਸਲਿਮ ਸਾਂਝਾ ਇਹਨਾਂ ਦੀ ਸੰਸਥਾ ਹੈਗੀ ਹੈ। ਹਾਂ ਦਾ ਨਾਰਾ ਦੇ ਨਾਂ ਤੇ ਲੰਗਰ ਜਿਹੜਾ ਉਹਨਾਂ ਨੇ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਉਹਨਾਂ ਸ਼ਹੀਦਾਂ ਨੂੰ ਸਮਰਪਿਤ ਲੰਗਰ ਲਾਇਆ ਤੇ ਮਿੱਠੇ ਚੌਲਾਂ ਦਾ ਲੰਗਰ ਲਾਇਆ। ਲੰਗਰ ਲਾਉਣ ਦਾ ਮਕਸਦ ਇਹ ਹੈ ਮਿੱਠੇ ਚੌਲਾਂ ਦਾ ਕਿ ਜਿਹੜੀ ਸਾਂਝ ਹੈਗੀ ਹੈ ਸਿੱਖ ਮੁਸਲਿਮ ਦੀ, ਉਹਦੇ ਵਿੱਚ ਮਿਠਾਸ ਜਿਹੜੀ ਹੈ ਬਣੀ ਰਹੇ। ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸੋ। ਤੇ ਮੈਨੂੰ ਦਿਓ ਇਜਾਜ਼ਤ। ਕੈਮਰਾਮੈਨ ਪ੍ਰਭਜੋਤ ਦੇ ਨਾਲ ਜਗਜੀਤ ਸਿੰਘ ਪੰਜੋਲੀ, ਧੰਨਵਾਦ। ਬਾਬਾ ਗਿਆ ਬਗਦਾਦ ਨੂੰ ਬਾਹਰ ਜਾਏ ਕੀ ਆਸਤਾਨਾ। ਇੱਕ ਬਾਬਾ ਆਕਾਰ ਰੂਪ, ਦੂਜਾ ਬਾਬੇ ਮਰਦਾਨਾ। ਇਹ ਸਾਂਝ ਤਾਂ ਸਾਡੀ ਸ਼ੁਰੂ ਤੋਂ ਚੱਲੀ ਆ ਰਹੀ ਹੈ। ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਨੂੰ ਗੁੜਤੀ ਹੋਈ ਇੱਕ ਮੁਸਲਮਾਨ ਦਾਈ ਦੌਲਤ ਨੇ ਦਿੱਤੀ ਸੀ। ਸੰਸਾਰ 'ਚ ਆਉਣ ਤੋਂ ਬਾਅਦ ਗੁਰੂ ਸਾਹਿਬ ਦੇ ਸਰੀਰ 'ਚ ਜੇ ਕੋਈ ਪਹਿਲੀ ਚੀਜ਼ ਗਈ ਹੈ ਉਹਨਾਂ ਦੇ ਮਾਤਾ ਦੇ ਦੁੱਧ ਤੋਂ ਵੀ ਪਹਿਲਾਂ, ਤਾਂ ਉਹ ਇੱਕ ਮੁਸਲਮਾਨ ਦਾਈ ਦੌਲਤਾਂ ਵੱਲੋਂ ਦਿੱਤੀ ਗੁੜਤੀ ਸੀ। ਇਹ ਸਾਡੀ ਸਰੀਰਕ ਸਾਂਝ ਹੈ, ਉਹ ਸਾਡੀ ਰੂਹਾਨੀ ਸਾਂਝ ਸੀ, ਇਹ ਸਰੀਰਕ ਸਾਂਝ ਹੈ। ਤੂੰ ਐਂ ਕਰ ਮੈਨੂੰ ਆਪਣਾ ਪੁੱਤਰ ਦੇ ਦੇ, ਬੀਬੀ ਤੂੰ ਐਂ ਕਰ
ਮੈਨੂੰ ਆਪਣਾ ਪੁੱਤਰ ਦੇ ਦੇ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਨੇ ਬਾਲ ਅਵਸਥਾ ਅੰਦਰ ਹੀ ਭਾਈ ਮਰਦਾਨੇ ਦੀ ਮਾਤਾ ਤੋਂ ਭਾਈ ਮਰਦਾਨੇ ਨੂੰ ਆਪਣੇ ਲਈ ਮੰਗ ਕੇ ਸਿੱਖ ਮੁਸਲਮਾਨ ਸਾਂਝੀ ਨਹੀਂ ਰੱਖ ਦਿੱਤੀ ਸੀ। ਆਪਣੀ ਜਿੱਤੇ ਅੜਿਆ ਰਿਹਾ ਤਾਂ ਨਵਾਬ ਮਲੇਕੁਲਾ ਇਹ ਕਹਿੰਦਾ ਹੋਇਆ ਵਾਕਆਊਟ ਕਰ ਗਿਆ ਕਿ ਜਿੱਥੇ ਮਜ਼ਲੂਮਾਂ ਤੇ ਮਾਸੂਮਾਂ ਤੇ ਜ਼ੁਲਮ ਹੁੰਦਾ ਹੈ ਉੱਥੇ ਰੱਬ ਦਾ ਕਹਿਰ ਨਾਜ਼ਲ ਹੁੰਦਾ ਹੈ। ਹੁਣ ਇੱਥੇ ਰੱਬ ਦਾ ਕਹਿਰ ਨਾਜ਼ਲ ਹੋਊਗਾ। ਕਈ ਸਾਲ ਹੋ ਗਏ ਆਉਂਦਿਆਂ ਨੂੰ, ਔਰ ਹਰ ਸਾਲ ਅਸੀਂ ਲੰਗਰ ਲਾਉਣੇ ਮਿੱਠੇ ਚਾਵਲਾਂ ਦਾ। ਇਹਨਾਂ ਮਿੱਠੇ ਚਾਵਲਾਂ ਦੇ ਰਾਹੀਂ ਅਸੀਂ ਮਿਠਿਆਸ ਵੰਡਣ ਦੀ ਕੋਸ਼ਿਸ਼ ਕਰਦੇ ਹਾਂ ਸੰਗਤ 'ਚ। ਤੇ ਨਵਾਬ ਸ਼ੇਰ ਮੁਹੰਮਦ ਖਾਨ ਨੇ ਤਾਂ ਕਿਹਾ ਸੀ ਉਸ ਵੇਲੇ ਜਦੋਂ ਉਹਨੇ ਕਿਹਾ ਵੀ ਤੂੰ ਆਪਣੇ ਭਾਈ ਦਾ ਬਦਲਾ ਲੈ ਲੈ, बदला ही लेना होगा तो हम लेंगे बाप से, महफूज रखे खुदा हमको ऐसे पाप से। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਦਾ ਅਨਮਿਊਟ। ਮੈਂ ਜਗਜੀਤ ਸਿੰਘ ਪੰਜੋਲੀ ਇਸ ਵਕਤ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਮੌਜੂਦ ਹਾਂ ਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਜਿੱਥੇ ਸੰਗਤਾਂ ਜਿਹੜੀਆਂ ਨੇ ਦੂਰ ਦਰਾਡੇ ਤੋਂ ਪਹੁੰਚ ਰਹੀਆਂ ਨੇ, ਉੱਥੇ ਹੀ ਮਲੇਰਕੋਟਲਾ ਤੋਂ ਇੱਕ ਸੰਸਥਾ ਜਿਹੜੀ ਹੈ ਮੁਸਲਮਾਨ ਭਾਈਚਾਰੇ ਦੀ ਸੰਸਥਾ ਸਿੱਖ ਮੁਸਲਿਮ ਸਾਂਝਾ ਉਚੇਚੇ ਤੌਰ ਤੇ ਪਹੁੰਚੀ ਹੈ। ਸਿੱਖਾਂ ਤੇ ਮੁਸਲਮਾਨਾਂ ਦੀ ਸਾਂਝ ਜਿਹੜੀ ਹੈ ਉਹ ਬੜੀ ਡੂੰਘੀ ਗੂੜੀ ਸਾਂਝ ਵੀ ਰਹੀ ਹੈ। ਹਾਲਾਂਕਿ ਇਹ ਪ੍ਰਚਾਰਿਆ ਜਾਂਦਾ ਹੈ ਕਿ ਸਿੱਖ ਤੇ ਮੁਸਲਮਾਨ ਹਮੇਸ਼ਾ ਲੜਦੇ ਰਹੇ ਹੈ, ਪਰ ਸਿੱਖਾਂ ਤੇ ਮੁਸਲਮਾਨਾਂ ਦੀਆਂ ਸਾਂਝਾਂ ਇਤਿਹਾਸ ਦੇ ਵਿੱਚ ਬਹੁਤ ਗੂੜੀਆਂ ਤੇ ਡੂੰਘੀਆਂ ਨੇ, ਜਿਨ੍ਹਾਂ ਤੋਂ ਬਹੁਤ ਵੱਡੀਆਂ ਵੱਡੀਆਂ ਸੇਧਾਂ ਤੇ ਮੁਸਲਮਾਨ ਭਾਈਚਾਰੇ ਦਾ ਬਹੁਤ ਵੱਡਾ ਯੋਗਦਾਨ ਵੀ ਰਿਹਾ ਹੈ ਸਿੱਖਾਂ ਦੇ ਇਸ ਇਤਿਹਾਸ ਦੇ ਵਿੱਚ। ਸੋ ਅੱਜ ਅਸੀਂ ਇੱਕ ਲੰਗਰ ਦੇ ਵਿੱਚ ਪਹੁੰਚੇ ਹਾਂ ਜਿਹਦਾ ਨਾਂ ਹੈਗਾ ਹਾਂ ਦਾ ਨਾਰਾ ਲੰਗਰ। ਉਹ ਲੰਗਰ ਲਾਉਣ ਦਾ ਮਕਸਦ ਕੀ ਸੀ ਤੇ ਨਵਾਬ ਮਲੇਰਕੋਟਲੇ ਦਾ ਨਾਂ ਤਾਂ ਤੁਸੀਂ ਸੁਣਿਆ ਹੀ ਹੈ ਤੇ ਉਹਨਾਂ ਨੇ ਲੰਗਰ ਵੀ ਉਹਦੇ ਨਾਂ ਤੇ ਲਾਇਆ। ਗੱਲਬਾਤ ਕਰਾਂਗੇ। ਸਾਡੇ ਨਾਲ ਡਾਕਟਰ ਨਸ਼ੀਰ ਅਖਤਰ ਮੌਜੂਦ ਨੇ ਜਿਨ੍ਹਾਂ ਨੇ ਮੁਸਲਿਮ ਸਾਂਝਾ ਸੰਸਥਾ ਦੇ ਜਿਹੜੇ ਆਗੂ ਹੈਗੇ ਆ। ਗੱਲਬਾਤ ਕਰਦੇ ਆ। ਸਭ ਤੋਂ ਪਹਿਲਾਂ ਤਾਂ ਤੁਹਾਡਾ ਦਾ ਅਨਮਿਊਟ ਤੇ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਜੀ। ਮੈਂ ਤੁਹਾਡਾ ਤੇ ਤੁਹਾਡੇ ਚੈਨਲ ਦਾ, ਤੁਹਾਡੀ ਟੀਮ ਦਾ ਧੰਨਵਾਦੀ ਹਾਂ ਕਿ ਤੁਸੀਂ ਆਪਣੇ ਚੈਨਲ ਦੇ ਰਾਹੀਂ ਮੈਨੂੰ ਦਰਸ਼ਕਾਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਬਹੁਤ ਬਹੁਤ ਸ਼ੁਕਰੀਆ। ਤੁਹਾਡੇ ਦਿਮਾਗ 'ਚ ਫੁਰਨਾ ਕਿਵੇਂ ਫਿਰਿਆ ਕਿ ਸਾਨੂੰ ਇਸ ਤਰ੍ਹਾਂ ਦੇ ਉਪਰਾਲੇ ਜਿਹੜੇ ਨੇ ਕਰਨੇ ਚਾਹੀਦੇ ਆ, ਵੀ ਜਿਹੜੀ ਸਾਡੀ ਸਾਂਝ ਹੈ ਬੜੀ ਗੂੜੀ ਸਾਂਝ ਹੈ, ਇਹਨੂੰ ਦਰਸਾਉਣ ਲਈ ਤੁਸੀਂ ਕੀ ਉਪਰਾਲੇ ਕੀਤੇ ਤੇ ਜਿਹੜਾ ਦਿਮਾਗ ਦੇ ਵਿੱਚ ਸ਼ੁਰੂ ਦੇ ਵਿੱਚ ਫੁਰਨਾ ਆਇਆ ਉਹ ਕਿਵੇਂ ਤੇ ਕਦੋਂ ਆਇਆ? ਸਾਰੀਆਂ ਤਾਰੀਫਾਂ, ਸਾਰੀਆਂ ਵਡਿਆਈਆਂ ਉਸ ਰੱਬ ਲਈ ਨੇ ਜਿਹੜਾ ਸਾਰੇ ਜੱਗ ਦਾ ਸਾਜਨਹਾਰ ਤੇ ਪਾਲਣਹਾਰ ਹੈ। ਉਸ ਇੱਕ ਰੱਬ ਨੂੰ ਹੀ ਵੱਖ-ਵੱਖ ਭਾਸ਼ਾਵਾਂ ਵਿੱਚ ਅੱਲਾ, ਅਕਾਲ ਪੁਰਖ, ਪ੍ਰਭੂ, ਪਰਮਾਤਮਾ, ਲਾਰਡ ਗੋਡ ਆਦਿ ਨਾਵਾਂ ਦੁਆਰਾ ਯਾਦ ਕੀਤਾ ਜਾਂਦਾ ਹੈ। ਵਾਰਾਂ ਭਾਈ ਗੁਰਦਾਸ, ਵਾਰ ਪਹਿਲੀ ਪੌੜੀ 35 'ਚ ਭਾਈ ਗੁਰਦਾਸ ਦਾ ਇੱਕ ਸ਼ਲੋਕ ਹੈ। ਬਾਬਾ ਗਿਆ ਬਗਦਾਦ ਨੂੰ ਬਾਹਰ ਜਾਏ ਕੀ ਆਸਤਾਨਾ, ਇੱਕ ਬਾਬਾ ਆਕਾਰ ਰੂਪ, ਦੂਜਾ ਬਾਬੇ ਮਰਦਾਨਾ। ਇਹ ਸਾਂਝ ਤਾਂ ਸਾਡੀ ਸ਼ੁਰੂ ਤੋਂ ਚਲੀ ਆ ਰਹੀ ਹੈ ਤੇ ਜਿਸ ਦੀ ਗਵਾਹੀ ਭਾਈ ਗੁਰਦਾਸ ਨੇ ਦਿੱਤੀ ਹੈ। ਤੇ ਜੇ ਅਸੀਂ ਪਿਛੋਕੜ ਚਲੇ ਜਾਈਏ, ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਹਲੇ ਜਦੋਂ ਸਿੱਖੀ ਦੇ ਬਾਨੀ, ਸਿੱਖੀ ਦੇ ਮੋਢੀ ਪਹਿਲੀ ਪਾਤਸ਼ਾਹੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਇਸ ਸੰਸਾਰ ਵਿੱਚ ਉਹਨਾਂ ਦਾ ਆਗਮਨ ਵੀ ਨਹੀਂ ਹੋਇਆ ਸੀ ਤੇ ਸਿੱਖੀ ਦੀ ਹੋਂਦ ਵੀ ਨਹੀਂ ਹੋਈ ਸੀ, ਤਾਂ ਇੱਕ ਮੁਸਲਮਾਨ ਫਕੀਰ ਗੁਰੂ ਸਾਹਿਬ ਦੇ ਪਿਤਾ ਜੀ ਨੂੰ ਗੁਰੂ ਸਾਹਿਬ ਦੇ ਆਗਮਨ ਦੀ ਬਸ਼ਾਰਤ ਦਿੰਦਾ। ਪਹਿਲੇ ਰਸਾਲਾ ਸੰਤ ਸਿਪਾਹੀ ਅੰਮ੍ਰਿਤਸਰ ਨਵੰਬਰ 1956 ਦਰਜ ਹੈ। ਇਹ ਤੋਂ ਲੱਗਦਾ ਕਿ ਸਾਡੀਆਂ ਸਾਂਝਾਂ ਤਾਂ ਕੁਦਰਤ ਵੱਲੋਂ ਹੀ ਕਾਇਮ ਕਰ ਦਿੱਤੀਆਂ ਗਈਆਂ ਸੀ। ਇਸੇ ਕਰਕੇ ਇੱਕ ਮੁਸਲਮਾਨ ਫਕੀਰ ਬਸ਼ਾਰਤ ਦੇ ਰਿਹਾ ਗੁਰੂ ਸਾਹਿਬ ਨੂੰ। ਫਿਰ ਜਦੋਂ ਜਿਸ ਰਾਤ ਗੁਰੂ ਸਾਹਿਬ ਦਾ ਆਗਮਨ ਹੁੰਦਾ ਤਾਂ ਰਾਏ ਬਲਾਰ ਮੁਹੰਮਦ ਪੱਟੀ ਜਿਹੜਾ ਰਾਏ ਭੋਜ ਦੇ ਮੰਡੀ ਦਾ ਉਸ ਵਕਤ ਰਾਜਾ ਸੀ, ਉਹ ਇੱਕ ਸੁਪਨਾ ਵੇਖ ਰਿਹਾ ਹੈ ਜਿਸ ਨੂੰ ਪ੍ਰੋਫੈਸਰ ਮੋਹਨ ਸਿੰਘ ਸਿੱਖ ਵਿਦਵਾਨ ਤੇ ਕਵੀ ਨਾਨਕ ਪ੍ਰਕਾਸ਼ ਪੱਤਰਕਾਰ ਮਾਰਚ 1969 ਵਿੱਚ ਦੱਸਦੇ ਨੇ ਕਿ ਜਦੋਂ ਗੁਰੂ ਸਾਹਿਬ ਦਾ ਆਗਮਨ ਹੋ ਰਿਹਾ, ਠੀਕ ਉਸ ਤੋਂ ਪਹਿਲਾਂ ਰਾਏ ਬਲਾਰ ਮੁਹੰਮਦ ਪੱਟੀ ਇਹ ਸੁਪਨਾ ਵੇਖ ਰਿਹਾ ਕਿ ਤਲਵੰਡੀ ਵਿਖੇ ਇੱਕ ਨੂਰ ਦਾ ਦਰਿਆ ਵਗੇਗਾ ਜੋ ਲੋਕਾਂ ਦੇ ਵਿਰਾਨ ਪਏ ਮਨਾਂ ਨੂੰ, ਵਿਰਾਨ ਪਏ ਦਿਲਾਂ ਨੂੰ ਰੱਬੀ ਨੂਰ ਨਾਲ ਰੋਸ਼ਨ ਕਰੇਗਾ। ਉਸੇ ਟਾਈਮ ਉਸੇ ਹੀ ਪਲ ਜਨਮਿਆ ਕਾਲੂ ਦੇ ਘਰ ਬਾਲ, ਮਾਤਾ ਤਿਰਪਤਾ ਹੋ ਗਈ ਤੱਕਣਸਾਰ ਨਿਹਾਲ, ਲਾਇਆ ਦਾਈ ਦੌਲਤਾਂ ਚੁੱਕ ਲੇਜੇ ਨਾਲ, ਕੋਸੇ ਪਾਣੀ ਨਾਲ ਫਿਰ ਦਿੱਤਾ ਤੁਰਤ ਨਿਹਾਲ, ਪੱਟ ਦੇ ਵਿੱਚ ਲਪੇਟਿਆ ਕੀਤੀ ਤੁਰਤ ਸੰਭਾਲ, ਫਿਰ ਬਿਸਮਿਲ੍ਲਾ ਆਖੇ ਦਿੱਤਾ ਸ਼ਹਿਦ ਚਟਾਲ। ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਨੂੰ ਗੁੜਤੀ ਹੋਈ ਇੱਕ ਮੁਸਲਮਾਨ ਦਾਈ ਦੌਲਤਾਂ ਨੇ ਦਿੱਤੀ ਸੀ। ਸੰਸਾਰ 'ਚ ਆਉਣ ਤੋਂ ਬਾਅਦ ਗੁਰੂ ਸਾਹਿਬ ਦੇ ਸਰੀਰ 'ਚ ਜੇ ਕੋਈ ਪਹਿਲੀ ਚੀਜ਼ ਗਈ ਹੈ ਉਹਨਾਂ ਦੇ ਮਾਤਾ ਦੇ ਦੁੱਧ ਤੋਂ ਵੀ ਪਹਿਲਾਂ, ਤਾਂ ਉਹ ਇੱਕ ਮੁਸਲਮਾਨ ਦਾਈ ਦੌਲਤਾਂ ਵੱਲੋਂ ਦਿੱਤੀ ਗੁੜਤੀ ਸੀ। ਇਹ ਸਾਡੀ ਸਰੀਰਕ ਸਾਂਝ ਹੈ।
ਉਹ ਸਾਡੀ ਰੂਹਾਨੀ ਸਾਂਝ ਸੀ, ਇਹ ਸਰੀਰਕ ਸਾਂਝ ਹੈ। ਤੇ ਜਦੋਂ ਇਤਿਹਾਸ ਦੱਸਦਾ ਵੀ ਜਦੋਂ ਦੌਲਤਾਂ ਦਾਈ ਗੁਰੂ ਸਾਹਿਬ ਨੂੰ ਨਹਾਉਣ ਤੋਂ ਆਉਣ ਜਾਂ ਉਹਨਾਂ ਦੀ ਮਾਲਿਸ਼ ਵਗੈਰਾ ਕਰਨ ਲਈ ਬੇਬੇ ਮਾਤਾ ਤ੍ਰਿਪਤਾ ਕੋਲ ਜਾਂਦੀ ਸੀ ਤਾਂ ਭਾਈ ਮਰਦਾਨੇ ਨੂੰ ਨਾਲ ਲੈ ਜਾਂਦੀ ਸੀ, ਕਿਉਂਕਿ ਭਾਈ ਮਰਦਾਨੇ ਦੀ ਮਾਸੀ ਲੱਗਦੀ ਸੀ ਰਿਸ਼ਤੇ 'ਚ, ਕਿਉਂਕਿ ਦੌਲਤਾਂ ਦਾਈ ਮਨਾਖੀ ਸੀ। ਇਸ ਲਈ ਜਦੋਂ ਵੀ ਉਹ ਨਾਲ ਲੈ ਕੇ ਜਾਂਦੀ ਸੀ ਤਾਂ ਉਦੋਂ ਬਾਅਦ ਜਦੋਂ ਗੁਰੂ ਸਾਹਿਬ ਹੱਥਾਂ 'ਚ ਆਉਣ ਜੋਗੇ ਹੋ ਗਏ, ਗੋਦੀ ਚੁੱਕਣ ਜੋਗੇ ਹੋ ਗਏ, ਤਾਂ ਇਤਿਹਾਸ ਦੱਸਦਾ ਹੈ ਗੁਰੂ ਸਾਹਿਬਾਨ ਦੇ ਮੁਸਲਮਾਨ ਮੁਰੀਦ ਪੰਨਾ ਨੰਬਰ 34 ਤੇ 38 ਤੇ ਹੈ, ਗੱਜਣ ਸਿੰਘ ਦੀ ਕਿਤਾਬ ਹੈ, ਗੱਜਣ ਵਾਲਾ ਸੁਖਵਿੰਦਰ ਸਿੰਘ ਜੀ ਉਹਨਾਂ ਦੀ ਕਿਤਾਬ ਹੈ। ਉਹ ਲਿਖਦੇ ਨੇ ਕਿ ਭਾਈ ਮਰਦਾਨਾ ਜਿਹੜਾ 10 ਸਾਲ ਬੜਾ ਸੀ ਗੁਰੂ ਸਾਹਿਬ ਤੋਂ, ਬੇਬੇ ਨਾਨਕੀ ਤੋਂ ਗੁਰੂ ਸਾਹਿਬ ਨੂੰ ਫੜ ਲੈਂਦਾ ਤੇ ਗੋਦੀ ਚੁੱਕ ਕੇ ਗਲੀਆਂ 'ਚ ਤੁਰਦਾ ਫਿਰਦਾ ਕਰਾਉਂਦਾ ਰਹਿੰਦਾ ਹੈ ਨਾ। ਇੱਕ ਵਾਰ ਜਦੋਂ ਭਾਈ ਮਰਦਾਨੇ ਦੀ ਮਾਤਾ ਜਿਸ ਦਾ ਨਾਮ ਲੱਖੋ ਬੀਬੀ ਸੀ, ਪੈਸੇ ਕਰਨੀ ਉਹ ਤੰਗ ਸੀ, ਉਹ ਭਾਈ ਮਰਦਾਨੇ ਨੂੰ ਆਖ ਰਹੀ ਸੀ ਕਿਸੇ ਕੋਠਾ ਕਿਸੇ ਪੱਲਾ ਮੈਨੂੰ ਆਸ ਤੇਰੀ ਅੱਲਾ, ਕਿਉਂਕਿ ਇਹ ਡੂਮ ਬਰਾਦਰੀ ਦਾ ਤਾਲੁਕ ਰੱਖਦੇ ਤੇ ਇਹ ਗੱਲ ਨੂੰ ਗਾ ਕੇ ਕਹਿੰਦੇ ਨੇ। ਤਾਂ ਨੇੜੇ ਹੀ ਗੁਰੂ ਸਾਹਿਬ ਬਾਲ ਅਵਸਥਾ ਅੰਦਰ ਆਪਣੇ ਸੰਗੀ ਜਵਾਕਾਂ ਨਾਲ ਖੇਡ ਰਿਹਾ ਸੀ। ਜਦੋਂ ਗੁਰੂ ਸਾਹਿਬ ਨੇ ਭਾਈ ਮਰਦਾਨੇ ਦੀ ਮਾਤਾ ਦੇ ਮੂੰਹ ਤੋਂ ਇਹ ਬੋਲ ਸੁਣੇ ਨਾ, ਮੁਖ ਤੋਂ, ਤਾਂ ਉਸ ਨੂੰ ਆਖਿਆ ਵਾਹ, ਅਸੀਂ ਵੀ ਅੱਲਾ ਦਾ ਆਸਰਾ ਹੀ ਤੱਕਦੇ ਹਾਂ ਤੇ ਤੁਹਾਡਾ ਆਸਰਾ ਵੀ ਅੱਲਾ ਹੀ ਹੈ, ਸਾਨੂੰ ਤਾਂ ਅੱਲਾ ਵਾਲਿਆਂ ਦੀ ਬਹੁਤ ਲੋੜ ਹੈ। ਬੀਬੀ ਤੂੰ ਐਂ ਕਰ, ਮੈਨੂੰ ਆਪਣਾ ਪੁੱਤਰ ਦੇ ਦੇ, ਬੀਬੀ ਤੂੰ ਐਂ ਕਰ ਮੈਨੂੰ ਆਪਣਾ ਪੁੱਤਰ ਦੇ ਦੇ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਨੇ ਬਾਲ ਅਵਸਥਾ ਅੰਦਰ ਹੀ ਭਾਈ ਮਰਦਾਨੇ ਦੀ ਮਾਤਾ ਤੋਂ ਭਾਈ ਮਰਦਾਨੇ ਨੂੰ ਆਪਣੇ ਲਈ ਮੰਗ ਕੇ ਸਿੱਖ ਮੁਸਲਮਾਨ ਸਾਂਝ ਦੀ ਨਹੀਂ ਰੱਖ ਦਿੱਤੀ ਸੀ, ਹੈ ਨਾ। ਫਿਰ ਉਹ ਇਤਿਹਾਸ ਜਾਣਦਾ ਹੈ ਵੀ ਜਦੋਂ ਚੌਥੀ ਉਦਾਸੀ 'ਚ ਗੁਰੂ ਸਾਹਿਬ ਤੇ ਭਾਈ ਮਰਦਾਨਾ ਅਫਗਾਨਿਸਤਾਨ ਵਿੱਚੋਂ ਲੰਘ ਰਹੇ ਤੇ ਉਹ ਖੁਰਮ ਦਰਿਆ ਦਾ ਕੰਢੇ ਤੇ ਭਾਈ ਮਰਦਾਨੇ ਦਾ ਆਖਰੀ ਸਮਾਂ ਆ ਜਾਂਦਾ ਤੇ ਭਾਈ ਮਰਦਾਨੇ ਦਾ ਜਿਹੜਾ ਅਕਾਲ ਚਲਾਣਾ ਹੁੰਦਾ ਉਹ ਗੁਰੂ ਸਾਹਿਬ ਦੀ ਗੋਦ 'ਚ ਹੁੰਦਾ। ਬੋਲ ਮਰਦਾਨਾ ਕਿਤਾਬ ਹੈ 299 300 ਨੰਬਰ ਤੇ ਜਸਵੀਰ ਮੰਡ ਜੀ ਲਿਖਦੇ ਨੇ ਕਿ ਗੁਰੂ ਸਾਹਿਬ ਦੀ ਗੋਦ 'ਚ ਭਾਈ ਮਰਦਾਨੇ ਦਾ ਸਿਰ ਹੈ ਤੇ ਗੁਰੂ ਸਾਹਿਬ ਦੀ ਦੇਖਦੇ ਨੇ, ਉਹਨਾਂ ਦੇ ਅੱਖਾਂ 'ਚ ਹੰਝੂ ਆਉਂਦੇ ਨੇ ਤੇ ਭਾਈ ਮਰਦਾਨਾ ਕੀ ਦੇਖਦਾ ਕਿ ਜ਼ਿੰਦਗੀ 'ਚ ਪਹਿਲੀ ਵਾਰ ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਦੇ ਅੱਖਾਂ 'ਚ ਹੰਝੂ ਨੇ ਤੇ ਉਹਨਾਂ 'ਚੋਂ ਇੱਕ ਹੰਝੂ ਨਿਕਲ ਕੇ ਭਾਈ ਮਰਦਾਨੇ ਦੇ ਮੱਥੇ ਤੇ ਆ ਟਿਕਦਾ ਤੇ ਭਾਈ ਮਰਦਾਨੇ ਦਾ ਅਕਾਲ ਚਲਾਣਾ ਹੁੰਦਾ। ਹੁਣ ਅਸੀਂ ਕਲਪਨਾ ਕਰੀਏ ਪਿਆਰ ਦੀ ਇਸ ਲਾਸਾਨੀ ਮਿਸਾਲ ਦੀ, ਜਿਸ ਭਾਈ ਮਰਦਾਨੇ ਦੀ ਗੋਦ 'ਚ ਗੁਰੂ ਸਾਹਿਬ ਬਚਪਨ 'ਚ ਖੇਡਦੇ ਰਹੇ, ਅੱਜ ਉਹੀ ਭਾਈ ਮਰਦਾਨੇ ਦਾ ਸਿਰ ਗੁਰੂ ਸਾਹਿਬ ਦੀ ਗੋਦ 'ਚ ਹੈ ਤੇ ਗੁਰੂ ਸਾਹਿਬ ਗੋਦ 'ਚ ਹੀ ਭਾਈ ਮਰਦਾਨੇ ਦਾ ਅਕਾਲ ਚਲਾਣਾ ਹੁੰਦਾ। ਇਹ ਉਹ ਮਾਣ ਪ੍ਰਾਪਤ ਸੀ ਇੱਕ ਮੁਸਲਮਾਨ ਭਾਈ ਮਰਦਾਨੇ ਨੂੰ, ਜੋ ਮਗਰੋਂ ਜਾ ਕੇ ਸਿੱਖ ਨੂੰ ਵੀ ਪ੍ਰਾਪਤ ਨਹੀਂ ਹੋ ਸਕਿਆ। ਤੇ ਗੁਰੂ ਸਾਹਿਬ ਨੇ ਆਪਣੇ ਹੱਥੀਂ ਭਾਈ ਮਰਦਾਨੇ ਦਾ ਕਫਨ ਦਫਨ ਅੰਤਿਮ ਸੰਸਕਾਰ ਕੀਤਾ ਸੀ। ਤੇ ਇਹ ਸਾਡੀਆਂ ਸਾਂਝਾਂ ਤਾਂ ਉਸ ਟਾਈਮ ਤੋਂ ਚੱਲੀਆਂ ਆ ਰਹੀਆਂ ਨੇ। ਫਿਰ ਪੰਜਵੇਂ ਗੁਰੂ ਨਾਨਕ ਸਾਹਿਬ, ਯਾਨੀ ਕਿ ਆਪਾਂ ਗੱਲ ਕਰ ਲਈਏ ਗੁਰੂ ਅਰਜਨ ਦੇਵ ਜੀ ਦੇ, ਸ਼੍ਰੀ ਗੁਰੂ ਨਾਨਕ ਸਾਹਿਬ 'ਚ ਜਿੱਥੇ 6 ਉਹਨਾਂ ਦਾ 5 ਗੁਰੂ ਸਾਹਿਬਾਨ ਦੀ ਬਾਣੀ ਦਰਜ ਕੀਤੀ ਸੀ ਤੇ 7 ਮੁਸਲਮਾਨਾਂ ਦੀ ਬਾਣੀ ਦਰਜ ਕੀਤੀ ਸੀ। 9ਵੇਂ ਗੁਰੂ ਸਾਹਿਬ ਦੀ ਬਾਣੀ ਦਾ 10ਵੇਂ ਗੁਰੂ ਸਾਹਿਬ ਨੇ ਦਰਜ ਕੀਤੀ ਹੈ। ਤੇ ਜਦੋਂ ਇੱਕ ਸਿੱਖ ਨਤਮਸਤਕ ਹੁੰਦਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਅੱਗੇ, ਤਾਂ 7 ਮੁਸਲਮਾਨਾਂ ਦੀ ਬਾਣੀ ਨੂੰ ਤਾਂ ਨਤਮਸਤਕ ਕਰਦਾ ਨਾ। ਫਿਰ ਸ਼੍ਰੀ ਹਰਿਮੰਦਰ ਸਾਹਿਬ ਦੀ ਨੀਂਹ ਪੱਥਰ ਸੂਫੀ ਮੀਆਂ ਮੀਰ ਤੋਂ ਰਖਾਇਆ ਗਿਆ, ਹੈ ਨਾ। ਇਹ ਉਸ ਅੱਛਾ ਉਸ ਪਿੱਛੇ ਜਾਈਏ, ਰਾਏ ਬਰਾਰ ਮੁਹੰਮਦ ਪੱਟੀ 1500 ਮੁਰੱਬੇ ਮੀਲ ਜ਼ਮੀਨ ਦਾ ਮਾਲਕ ਸੀ, ਜਿਹਦੇ ਵਿੱਚ ਉਹਨੇ 750 ਮੁਰੱਬੇ ਜ਼ਮੀਨ ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਦੇ, ਯਾਨੀ ਕਿ 93,750 ਵਿਗੇ ਜ਼ਮੀਨ ਉਹ ਅੱਜ ਤੱਕ ਗੁਰੂ ਸਾਹਿਬ ਦੇ ਨਾਮ ਚਲੀ ਆ ਰਹੀ ਹੈ ਨਾ। ਯਾਨੀ ਕਿ ਸਾਂਝਾਂ ਕੋਈ ਨਵੀਆਂ ਨਹੀਂ ਹੈਗੀਆਂ, ਅਸੀਂ ਤਾਂ ਉਹਨਾਂ ਸਾਂਝਾਂ ਨੂੰ ਉਜਾਗਰ ਕਰਨ ਦਾ ਯਤਨ ਹੈ। ਫਿਰ 10ਵਾਂ ਫਤਿਹਗੜ੍ਹ ਸਾਹਿਬ ਦੀ ਧਰਤੀ ਦੀ ਗੱਲ ਕਰਨੀ ਹੈ ਵੀ ਇੱਥੇ ਦੀ ਸਾਂਝ ਜਿਹੜੀ ਹੈ, ਹਾਂ ਦਾ ਨਾਰੇ ਦੀ ਗੱਲ ਕਰ ਲਈਏ, ਦੀਵਾਨ ਟੋਡਰਮਲ ਦੀ ਗੱਲ ਕਰ ਲਈਏ, ਉਹ ਸਾਰੀਆਂ ਬਹੁਤ ਤਕੜੀਆਂ ਸਾਂਝਾਂ ਹੈਗੀਆਂ ਨੇ। ਤਾਂ ਇੱਥੇ ਦੇ ਬਾਰੇ ਮੈਂ ਜਾਣਨਾ ਚਾਹੁੰਦਾ ਕਿ ਤੁਸੀਂ ਇੱਥੇ ਕਦੋਂ ਤੋਂ ਲੰਗਰ ਲਾਉਣਾ ਸ਼ੁਰੂ ਕੀਤਾ ਤੇ ਤੁਹਾਡੇ ਬਜ਼ੁਰਗਾਂ ਨੇ ਤੁਹਾਨੂੰ ਕੀ ਕੀ ਸਿੱਖਿਆ ਦਿੱਤੀ ਇਹਦੇ ਬਾਬਤ? ਦੇਖੋ, ਪਹਿਲਾਂ ਤਾਂ ਸਾਡੇ ਲੰਗਰ ਦਾ ਨਾਮ ਹੀ ਦੇ ਲਿਆ ਹਾ ਦਾ ਨਾਰਾ। ਇਹ ਮਲੇਰਕੋਟਲਾ ਜਿਹਨੂੰ ਹਾ ਦੇ ਨਾਰੇ ਧਰਤੀ ਕਿਹਾ ਜਾਂਦਾ ਹੈ, ਉੱਥੋਂ ਅਸੀਂ ਸ਼ਹੀਦਾਂ ਦੀ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਲੰਗਰ ਲਗਾਉਣੇ ਆ। ਉਸੇ ਸਾਂਝ ਤੇ ਪਹਿਰਾ ਦਿੰਦੇ ਹੋਏ ਜਿਹੜੀ ਨਵਾਬ ਸ਼ੇਰ ਮੁਹੰਮਦ ਖਾਨ ਮਲੇਰਕੋਟਲਾ ਨੇ ਜਦੋਂ ਸੂਬੇ ਨੇ ਕਚਹਿਰੀ 'ਚ ਛੋਟੇ ਸਾਹਿਬਜ਼ਾਦਿਆਂ ਨੂੰ ਪੇਸ਼ ਕੀਤਾ ਕਾਜ਼ੀ ਮਤਲਬ ਜੱਜ, ਤਾਂ ਕਿਤਾਬ ਹੈ ਸਿੱਖਾਂ ਲਈ ਹਿੰਦੂ ਚੰਗੇ ਜਾਂ ਮੁਸਲਮਾਨ, ਪੰਨਾ ਨੰਬਰ 37 ਤੇ ਭਾਈ ਨਰਿੰਦਰ ਸਿੰਘ ਭਲੇਰ ਲਿਖਦੇ ਨੇ, ਜਿਹੜੀ 1966-26 ਦੀ ਕਿਤਾਬ, ਕਿ ਜਦੋਂ ਸੂਬੇ ਸਰਹੰਦ ਨੇ ਕਾਜ਼ੀ ਨੂੰ ਕਿਹਾ ਵੀ ਇਹ ਇਸਲਾਮੀ ਸ਼ਰ੍ਹਾ ਅਨੁਸਾਰ ਇਹਨਾਂ ਨੂੰ ਕਿਹੜੀ ਸਜ਼ਾ ਦਿੱਤੀ ਜਾ ਸਕਦੀ ਹੈ, ਤਾਂ ਇਤਿਹਾਸ ਦੱਸਦਾ ਹੈ ਕਿ ਕਾਜ਼ੀ ਨੇ ਕਿਹਾ ਹਜ਼ੂਰ ਇੰਨੇ ਮਾਸੂਮ ਬੱਚਿਆਂ ਲਈ ਜਿਨ੍ਹਾਂ ਦੇ ਵਿਰੁੱਧ ਕੋਈ ਨਿੱਜੀ ਜੁਰਮ ਵੀ ਹੈ ਨਹੀਂ, ਇਸਲਾਮੀ ਸ਼ਰ੍ਹਾ 'ਚ ਕੋਈ ਸਜ਼ਾ ਤਜਵੀਜ਼ ਹੀ ਨਹੀਂ ਕੀਤੀ ਗਈ, ਹੈ ਹੀ ਨਹੀਂ। ਔਰ ਵੈਸੇ ਵੀ ਇਸਲਾਮੀ ਸ਼ਰ੍ਹਾ 7 ਔਰ 9 ਸਾਲ ਦੇ ਬੱਚੇ ਲਾਗੂ ਨਹੀਂ ਹੁੰਦੀ। ਸਾਡੇ ਮੁਸਲਮਾਨ ਬੱਚੇ ਜਿਹੜੇ ਹੁੰਦੇ ਨੇ ਉਹ ਜਦੋਂ 12-13 ਸਾਲ ਦੇ ਹੁੰਦੇ ਨੇ ਤਾਂ ਨਮਾਜ਼ ਵਾਸਤੇ ਰੋਜ਼ੇ ਵਾਸਤੇ ਕਿਹਾ ਜਾਂਦਾ, ਲਾਗੂ ਨਹੀਂ ਹੁੰਦੀ। ਤੇ ਇਸਲਾਮੀ ਸ਼ਰ੍ਹਾ ਤਾਂ ਹੈ ਹੀ ਨਹੀਂ। ਤੇ ਗਿਆਨੀ ਸ਼ੇਰ ਸਿੰਘ ਲਿਖਦੇ ਨੇ, ਉਹਨਾਂ ਦੀ ਕਿਤਾਬ ਹੈ ਦੇਗ ਤੇਗ ਦਾ ਮਾਲਿਕ, ਪੰਨਾ ਨੰਬਰ 474 ਤੇ, ਨਵਾਬ ਸ਼ੇਰ ਮੁਹੰਮਦ ਖਾਨ ਨੇ ਕਿਹਾ ਸੂਬੇ ਨੂੰ ਕਿ ਇਹਨਾਂ ਨਿਰਦੋਸ਼ ਬੱਚਿਆਂ ਨੂੰ ਦੁੱਖ ਦੇਣਾ, ਹੱਤਿਆ ਕਰਨੀ ਨਹੀਂ, ਦੁੱਖ ਦੇਣਾ ਹੀ ਇਸਲਾਮੀ ਸ਼ਰ੍ਹਾ ਦੇ ਵਿਰੁੱਧ ਹੈ। ਤੇ ਬਾਬੂ ਤੇਜਾ ਸਿੰਘ ਜੀ ਲਿਖਦੇ ਨੇ ਜਫਰਨਾਮਾ ਸਟੀਕ ਪੰਨਾ 16 ਤੇ, ਨਵਾਬ ਮਲੇਰਕੋਟਲਾ ਨੇ ਕਿਹਾ ਸੂਬੇ ਨੂੰ ਕਿ ਇਹਨਾਂ ਮਾਸੂਮ ਬੱਚਿਆਂ ਦਾ ਕੀ ਕਸੂਰ ਹੈ,
ਕਸੂਰ ਪਿਤਾ ਦਾ, ਤੇਰੀ ਜੰਗ ਹੋਣ ਵਾਲਾ ਤੇ ਜਾਨ ਇਹਨਾਂ ਮਾਸੂਮਾਂ ਦੀ ਲਈ ਜਾਵੇ, ਕਿਹੜਾ ਇਨਸਾਫ ਹੈ? ਦਲੇਰੀ ਤਾਂ ਇਹ ਹੈ ਕਿ ਇਹਨਾਂ ਦੇ ਪਿਤਾ ਨਾਲ ਜੰਗ ਕੀਤੀ ਜਾਵੇ। ਸੰਭਵ ਸੀ ਕਿ ਸੂਬਾ ਸਰਹੰਦ ਛੋਟੇ ਸਾਹਿਬਜ਼ਾਦਿਆਂ ਨੂੰ ਛੱਡ ਦਿੰਦਾ, ਤਾਂ ਕੋਲੇ ਬੈਠਾ ਦੁਸ਼ਟ ਸੁੱਚਾਨੰਦ ਜਿਹੜਾ ਸੂਬੇ ਸਰਹੰਦ ਦਾ ਖਾਸ ਸਲਾਹਕਾਰ ਸੀ, ਕਹਿੰਦਾ ਸੱਪ ਦੇ ਬੱਚੇ ਸੱਪ ਹੀ ਹੁੰਦੇ ਨੇ। ਉਹ ਗਿਆਨੀ ਸ਼ੇਰ ਸਿੰਘ ਲਿਖਦੇ ਨੇ ਕਿ ਇਸ ਗੱਲ ਨੇ ਜ਼ਾਲਮ ਸੂਬਾ ਸਰਹੰਦ ਦੇ ਦਿਲ ਤੇ ਬਾਰੂਦ ਦਾ ਕੰਮ ਕੀਤਾ। ਜਦੋਂ ਸੂਬਾ ਸਰਹੰਦ ਆਪਣੀ ਜਿੱਤ ਤੇ ਅੜਿਆ ਰਿਹਾ ਤਾਂ ਨਵਾਬ ਮਲੇਕੁਲਾ ਇਹ ਕਹਿੰਦਾ ਹੋਇਆ ਵਾਕਆਊਟ ਕਰ ਗਿਆ ਕਿ ਜਿੱਥੇ ਮਜ਼ਲੂਮਾਂ ਤੇ ਮਾਸੂਮਾਂ ਤੇ ਜ਼ੁਲਮ ਹੁੰਦਾ ਉੱਥੇ ਰੱਬ ਦਾ ਕਹਿਰ ਨਾਜ਼ਲ ਹੁੰਦਾ, ਹੁਣ ਇੱਥੇ ਰੱਬ ਦਾ ਕਹਿਰ ਨਾਜ਼ਲ ਹੋਊਗਾ। ਇਤਿਹਾਸ ਦੱਸਦਾ ਵੀ ਅਗਰ ਪਹਿਲਾਂ ਗੰਗੂ ਵਿਸ਼ਵਾਸਘਾਤ ਨਾ ਕਰਦਾ, ਸੂਬੇ ਸਰਹੰਦ ਨੂੰ ਜਿਹੜਾ ਸੁਪਨਾ ਆਉਂਦਾ ਸੀ ਕਿ ਛੋਟੇ ਸਾਹਿਬਜ਼ਾਦੇ ਤੇ ਮਾਤਾ ਜੀ ਸਿਹੋੜੀ ਜਾਂ ਖੇੜੀ ਪਿੰਡ ਨੇ, ਹੈ ਨਾ, ਉਸ ਵੇਲੇ ਵਿਸ਼ਵਾਸ ਕਰਕੇ ਗ੍ਰਿਫਤਾਰ ਨਾ ਕਰਾਉਂਦਾ,